मैं ਤੁਹਾਨੂੰ ਇੱਕ ਚੀਜ਼ ਦਿਖਾਣਾ। ਮੇਰੇ ਕੋਲ ਇੱਕ ਰੇਡੀਓ ਦਾ ਲਾਇਸੈਂਸ ਹੈਗਾ। ਮੇਰੇ ਕੋਲ ਇੱਕ ਡਫਲੀ ਹੈ ਮੇਰੇ ਕੋਲ। ਇਹ ਹਾਕਮ ਸੂਫੀ ਜੀ ਨਾਮ ਪ੍ਰਸਿੱਧ ਹੈਗਾ ਉਹਨਾਂ ਦਾ। ਤਾਂ ਉਹਨਾਂ ਦਾ ਇੱਕ ਉੱਥੋਂ ਦਾ ਬੱਚਾ ਸੀਗਾ, ਮੇਰਾ ਸਟੂਡੈਂਟ ਸੀਗਾ, ਉਹਨਾਂ ਨੇ ਮੈਨੂੰ ਉੱਥੋਂ ਲਿਆ ਕੇ ਦਿੱਤੀ ਹੈਗੀ ਸੀ। ਇਹ ਲਗਭਗ ਕਿੰਨੇ ਸਾਲ ਪੁਰਾਣੀ ਹੈ ਡਫਲੀ? 30 ਕੁ ਸਾਲ ਤਾਂ ਬਣ ਗਏ ਜੀ ਇਹਦੇ ਲਗਭਗ। ਇਹ ਕਿਸੇ ਸਮੇਂ ਦੇ ਉੱਤੇ ਘਰਾਂ ਦੀ ਸ਼ਾਨ ਹੁੰਦੇ ਸੀ, ਬਹੁਤ ਸਜਾ ਕੇ ਰੱਖਿਆ ਜਾਂਦਾ ਸੀ ਇਹਨਾਂ ਚੀਜ਼ਾਂ ਨੂੰ, ਜੋ ਅੱਜ ਅਲੋਪ ਹੋ ਚੁੱਕੇ ਨੇ। ਸਾਡਾ ਇਹ ਅਮੀਰ ਵਿਰਸਾ ਹੈਗਾ। ਤੁਸੀਂ ਇੱਕ ਗੱਲ ਨੂੰ ਨੋਟ ਕਰੋ, ਇੱਕ ਇੱਕ ਚੀਜ਼ ਨੂੰ ਹੱਥ ਨਾਲ ਬਣਾਇਆ, ਇਹ ਹੈਂਡਮੇਡ ਆ ਸਾਰੇ। ਇਹ ਇੱਕ ਐਂ ਦੇਖਣ ਨੂੰ ਤਾਂ ਲੱਗਦਾ ਜਿਵੇਂ ਝੂਮਰ ਬਣਿਆ ਹੋਇਆ ਹੁੰਦਾ, ਘਰ ਦੇ ਵਿੱਚ ਲੱਗਿਆ ਹੋਇਆ ਹੈ ਨਾ, ਇੱਦਾਂ ਹੀ ਦੇਖਣ ਨੂੰ ਲੱਗਦਾ। ਪਰ ਇਹਦੇ ਸਾਰੇ ਪਾਸੇ ਇੱਕ ਕੁੰਡੀਆਂ ਲੱਗੀਆਂ ਹੋਈਆਂ। ਇਹ ਸਵਾਲ ਪੁੱਛਦੀਆਂ ਹੈਗੀਆਂ ਵੀ ਇਹਨਾਂ ਤੋਂ ਸਵਾਲ ਉੱਠਦਾ ਵੀ ਕਿ ਇਹ ਕਾਹਦੇ ਲਈ ਹੋਈਆਂ ਹੋਣੀਆਂ ਹੈ ਨਾ। ਜਦੋਂ ਤੁਸੀਂ ਚੱਕੇ ਮਿਲਣ ਲੱਗੇ ਸ਼ਾਇਦ ਤੁਸੀਂ ਬੂਟਿਆਂ ਨੂੰ ਪਾਣੀ ਪਾਉਣੀ ਚੱਲੇ ਹੋ ਕਿਤੇ। ਨਹੀਂ, ਬੂਟਿਆਂ ਨੂੰ ਪਾਣੀ ਪਾਉਣ ਵਾਲੇ ਵੀ ਹੈਗੇ ਆ ਮੇਰੇ ਕੋਲ। 1940 ਦੇ ਪਏ ਹੈਗੇ ਆ, ਬਹੁਤ ਵਧੀਆ ਦੇ ਮਤਲਬ ਉਹ ਜੰਗਾਲ ਨਹੀਂ ਪੈਂਦਾ ਸਾਡੀ ਕਾਰਾਗਰੀ 'ਚ। ਮੇਰੇ ਕੋਲ ਲਗਭਗ 15ਵੀਂ ਸਦੀ ਤੋਂ ਤੱਕ ਦਾ ਹੈਗਾ ਵਾ ਸਮਾਨ ਮੇਰੇ ਕੋਲ, ਜਿਹੜਾ ਨਾਨਕਸ਼ਾਹੀ ਸਿੱਕੇ ਆ ਜੋ ਕਿ 1804 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕੇ ਹੈਗੇ ਆ। ਇਹ ਉਹੀ ਸਿੱਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਦੇ ਵਿੱਚ ਲਾਗੂ ਕਰਵਾਇਆ ਸੀ, ਜਾਰੀ ਹੋਇਆ ਸੀ ਜਿਹੜਾ। ਹਾਂਜੀ, ਤਾਂ 16 ਆਨੇ ਕਿਹਨੂੰ ਕਿਹਾ ਜਾਂਦਾ? ਤਾਂ ਜਦੋਂ 16 ਆਨੇ ਦੀ ਗੱਲ ਹੁੰਦੀ ਹੈਗੀ ਆ, ਕਿਉਂਕਿ ਇਹ ਜਿਹੜੇ 16 ਆਨੇ ਵਿੱਚ ਸੱਚਾਈ ਦੇ ਨਾਲ ਜੋੜਿਆ ਜਾਂਦਾ ਕਿ 16 ਆਨੇ ਸੱਚੀ ਗੱਲ ਹੈ। ਕੋਈ ਵੀ ਗੱਲ ਕਰਦੇ ਤਾਂ ਜ਼ਿਕਰ ਹੁੰਦਾ ਹੈਗਾ ਯਾਰ ਮੈਂ 16 ਆਨੇ ਗੱਲ ਸੱਚ ਕਹੀ ਹੈਗੀ ਹੈ ਨਾ। ਤਾਂ ਉਹ 16 ਆਨੇ ਦਾ ਮਤਲਬ ਕੀ ਹੈਗਾ ਇਹਦੇ ਵਿੱਚ? ਅਕਸਰ ਲੋਕ ਕਹਿੰਦੇ ਆ ਦੀਵਾਨੀ ਦਾ ਬੰਦਾ ਨਹੀਂ ਆ। ਇਹ ਵਰਡਿੰਗ ਵਰਤਦੇ ਆ ਕਈ ਜਗ੍ਹਾ। ਬਿਲਕੁਲ, ਅਕਸਰ ਜਦੋਂ ਲੋਕ ਕਿਸੇ ਦੀ ਹੈ ਨਾ ਬੇਇੱਜ਼ਤੀ ਕਰਨੀ ਹੁੰਦੀ ਜਾਂ ਫਿਰ ਕਿਸੇ ਨੂੰ ਹੇਠਾਂ ਦਿਖਾਉਣਾ ਹੁੰਦਾ, ਅਕਸਰ ਇਹ ਕਹਾਵਤ ਯੂਜ਼ ਕੀਤੀ ਜਾਂਦੀ ਹੈ ਕਿ ਦੀਵਾਨੀ ਦਾ ਬੰਦਾ ਨਹੀਂ। ਪਰ ਜੇ ਉਹਨੂੰ ਇਹ ਗੱਲ ਕਹਿ ਦਈਏ ਕਿ ਬਾਈ ਦੀਵਾਨੀ ਲਿਆ ਕੇ ਤਾਂ ਦਿਖਾ ਦੇ ਕਿੱਥੇ ਆ, ਕਿਹੋ ਜਿਹੇ ਆ, ਉਹਦੇ ਦਰਸ਼ਨ ਵੀ ਤਾਂ ਕਰਵਾ ਦੇ, ਤਾਂ ਮੈਂ ਤੁਹਾਨੂੰ ਦੀਵਾਨੀ ਦੇ ਵੀ ਜਿਹੜੇ ਹੈਗੇ ਆ ਉਹ ਵੀ ਦਿਖਾਉਣਾ ਹੈਗਾ ਵੀ ਕਿ 4 ਆਨੇ ਵੀ ਹੈ ਮੇਰੇ ਕੋਲ, ਦੀਵਾਨੀ ਵੀ ਹੈ ਮੇਰੇ ਕੋਲ। ਉਹਦੇ ਨਾਲ ਨਾਲ ਮੈਂ ਕਾਫੀ ਸਾਰੇ ਜਿਹੜੇ ਹੈਗੇ ਆ ਵਿਸ਼ਵ ਰਿਕਾਰਡ ਬਣਾਏ ਆ। 2005 ਵਿੱਚ ਡਿਪਟੀ ਕਮਿਸ਼ਨਰ ਸਾਹਿਬ ਦੇ ਸਾਹਮਣੇ ਮੈਂ ਇੱਕ ਕੱਪੜੇ ਦਾ ਥਾਨ ਪੂਰਾ ਕੱਢਿਆ ਸੀਗਾ, ਸੂਈ ਦੇ ਨਖਾਰੇ ਵਿੱਚ ਦੀ ਕੱਢਿਆ ਉਹ। ਜਦੋਂ ਮੈਂ ਪਹਿਲਾਂ ਇੱਕ ਦਰਜ ਕਰਵਾਇਆ, ਫਿਰ ਉਸ ਦੇ ਪਿੱਛੋਂ ਮੇਰੇ ਮਨ ਦੇ ਵਿੱਚ ਹੋਰ ਆਇਆ ਇਹ ਲਿਮਕਾ ਬੁੱਕ ਆਫ ਰਿਕਾਰਡ ਤੋਂ ਬਿਨਾਂ ਅਸਿਸਟ ਵਰਲਡ ਰਿਕਾਰਡ, ਇੰਡੀਆ ਬੁੱਕ ਆਫ ਰਿਕਾਰਡ, ਹੋਰ ਕਈ ਕਿਤਾਬਾਂ ਜਿਹੜੀਆਂ ਹੈਗੀਆਂ ਤਮਾਮ ਜਿਹੜੀਆਂ ਵਿਸ਼ਵ ਦੇ ਵਿੱਚ ਜਿਹੜੀਆਂ ਚੱਲਦੀਆਂ ਵਿਸ਼ਵ ਰਿਕਾਰਡ ਵਾਲੀਆਂ, ਤਾਂ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਉਹ ਜਗ੍ਹਾ ਮਿਲੀ ਹੈਗੀ ਆ। ਤਾਂ ਮੇਰੇ ਲਈ ਇੱਕ ਖੁਸ਼ੀ ਵਾਲੀ ਗੱਲ ਸੀਗੀ। ਮੈਨੂੰ ਇਹ ਗੱਲ ਦਾ ਪਤਾ ਵੀ ਹੈ ਨਹੀਂ ਸੀ ਵੀ ਕਿ ਇਹ ਕੰਮ ਕਿਵੇਂ ਕਰਵਾਏ ਜਾਣੇ, ਇਹਦੇ ਕੀ ਪ੍ਰੋਸੈਸ ਹੈਗਾ, ਇਹਦੇ ਵਿੱਚ ਹੈ ਨਾ ਪਹੁੰਚ ਕਿਵੇਂ ਕਰਨੀ ਹੈਗੀ ਆ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸੁਖ ਸਿੰਘ। ਜਿੱਦਾਂ ਸੁਰਜੀਤ ਪਾਤਰ ਜੀ ਦਾ ਸ਼ੇਰ ਹੈ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਜੁਗਾਂ ਜੁਗਾਂ ਤੋਂ ਕਾਫਲੇ ਆਉਂਦੇ, ਇਸ ਗੱਲ ਦਾ ਗਵਾਹ ਬਣਦੇ ਨੇ। ਸੋ ਇੱਦਾਂ ਹੀ ਇੱਕ ਸ਼ਖਸ ਆਪਣੀਆਂ ਵੱਖਰੀਆਂ ਰਾਹਾਂ ਬਣਾਉਣ 'ਤੇ ਲੱਗੇ ਹੋਏ, ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਅਤੇ ਵਰਲਡ ਰਿਕਾਰਡ ਪੈਦਾ ਕੀਤੇ। ਸੋ ਅੱਜ ਤੁਹਾਨੂੰ ਐਸੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ। ਸੋ ਆਓ ਮਿਲਦੇ ਹਾਂ, ਅੱਗੇ ਚੱਲਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਡੇ ਰੂਬਰੂ ਕਰਾਉਂਦੇ ਹਾਂ। ਆਓ ਜੀ। ਸੋ ਅਸੀਂ ਪਹੁੰਚ ਚੁੱਕੇ ਹਾਂ ਗੁਰਪ੍ਰੀਤ ਸਿੰਘ ਕੋਮਲ ਜੀ ਦੇ ਗ੍ਰਹਿ ਵਿਖੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਠੀਕ। ਬਹੁਤ ਵਧੀਆ ਜੀ। ਸੋ ਤੁਹਾਡੇ ਗ੍ਰਹਿ ਵਿਖੇ ਆਏ ਹਾਂ। ਸੋ ਜੋ ਚੀਜ਼ਾਂ ਅਸੀਂ ਦੇਖ ਰਹੇ ਹਾਂ, ਬਹੁਤ ਖੁਸ਼ੀ ਹੋ ਰਹੀ ਹੈ ਮਨ ਨੂੰ ਦੇਖ ਕੇ। ਐਸੀ ਵਿਰਾਸਤ ਤੁਸੀਂ ਸਾਂਭੀ ਹੋਈ ਹੈ ਜਿਹੜੀ ਕਿ ਬਹੁਤ ਘੱਟ ਲੋਕ ਕਦਰ ਕਰ ਰਹੇ ਨੇ। ਇਸ ਦੀ ਬਹੁਤ ਸਾਰੀਆਂ ਚੀਜ਼ਾਂ, ਤੁਹਾਡੇ ਬਹੁਤ ਸਾਰੀਆਂ ਪੇਂਟਿੰਗਸ ਅਤੇ ਵਿਰਾਸਤੀ ਚੀਜ਼ਾਂ ਜਿਹੜੀਆਂ ਕਿ ਸਮੇਂ ਦੇ ਨਾਲ ਨਾਲ ਅਲੋਪ ਹੁੰਦੀਆਂ ਜਾ ਰਹੀਆਂ। ਇਹ ਤੁਹਾਨੂੰ ਇਸ ਦਾ ਸ਼ੌਂਕ ਕਿਵੇਂ ਪਿਆ ਅਤੇ ਕਿਵੇਂ ਤੁਸੀਂ ਇਸ ਰਸਤੇ ਵੱਲ ਵਧੇ ਹੋ? ਜਿਸ ਤਰ੍ਹਾਂ ਇੱਕ ਮੈਨੂੰ ਖੁਦ ਨੂੰ ਕਲਾ ਦੀ ਚਿਣਗ ਲੱਗੀ ਹੈ, ਮੈਨੂੰ ਕਲਾਕਾਰ ਹੋਣਾ, ਮੈਨੂੰ ਆਪਣੇ ਆਪ ਨੂੰ ਮਨ ਕਰਦਾ ਕਿ ਮੈਂ ਕੁਛ ਨਵਾਂ ਬਣਾਵਾਂ, ਸਮਾਜ ਦੇ ਲਈ ਕੁਛ ਨਾ ਕੁਛ ਹੈ ਨਾ ਬਣਾਉਂਦਾ ਰਹਾਂ। ਤਾਂ ਉਹਦੇ ਨਾਲ ਨਾਲ ਇੱਕ ਕਲਾਕਾਰ ਦਾ ਇਹ ਵੀ ਫਰਜ਼ ਬਣਦਾ, ਜਿਹੜੇ ਇਸ ਤੋਂ ਪਹਿਲਾਂ ਦੇ ਕਾਰੀਗਰ ਸਾਡੇ ਪੰਜਾਬ ਦੇ ਹੈਗੇ ਆ, ਉਹਨਾਂ ਦਾ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਕੀਤਾ ਹੋਇਆ, ਉਹਨੂੰ ਵੀ ਸੰਭਾਲਣਾ ਚਾਹੀਦਾ ਕਿਤੇ ਨਾ ਕਿਤੇ। ਤਾਂ ਉਹ ਕਿਉਂਕਿ ਜਿਹੜਾ ਸਾਡਾ ਪੰਜਾਬੀ ਵਿਰਸਾ ਜਿਹੜਾ ਹੈਗਾ ਉਹ ਵਿਸਰਦਾ ਜਾ ਰਿਹਾ ਸਾਰਾ। ਉਹਦਾ ਕਾਰਨ ਇਹ ਹੈਗਾ ਵੀ ਕਿ ਤਰੱਕੀ ਆ, ਅਸੀਂ ਇਹਨੂੰ ਤਰੱਕੀ ਮੰਨ ਕੇ ਚੱਲਦੇ ਹਾਂ ਕਿ ਅਸੀਂ ਗਾਂਹ ਜਾ ਕੇ ਜਿਵੇਂ ਚਰਖੇ ਛੱਡ ਦਿੱਤੇ ਗਏ, ਤਾਂ ਕੁਦਰਤੀ ਗੱਲ ਆ, ਬਹੁਤ ਵੱਡੀਆਂ ਮਿੱਲਾਂ ਲੱਗ ਗਈਆਂ ਹੈਗੀਆਂ। ਤਾਂ ਪਰ ਚਰਖੇ ਦੀਆਂ ਜਿਹੜਾ ਸਾਡਾ ਪੰਜਾਬੀਅਤ ਨਾਲ ਜਿਹੜਾ ਅਹਿਮ ਹਿੱਸਾ ਜਿਹੜਾ ਹੈਗਾ, ਉਹ ਇਹਨਾਂ ਚੀਜ਼ਾਂ ਨੂੰ ਅਸੀਂ ਵਿਸਾਰ ਤਾਂ ਸਕਦੇ ਨਹੀਂ ਹੈਗੇ। ਤਾਂ ਘੱਟੋ ਘੱਟ ਆਉਣ ਵਾਲੇ ਬੱਚਿਆਂ ਨੂੰ ਅਸੀਂ ਇਹ ਦਿਖਾ ਸਕੀਏ ਆਪਣੀ ਜਿਹੜੀ ਹੈਗੀ ਵੀ ਕਿ ਇਹ ਸਾਡੇ ਜਿਹੜੇ ਪੁਰਾਣੇ ਸਾਡੇ ਕੰਮ ਕਰਨ ਦੇ ਤਰੀਕੇ ਕੀ ਸੀਗੇ। ਇੱਕ ਮਿਊਜ਼ੀਅਮ ਦਾ ਰੂਪ ਬਣ ਜਾਂਦਾ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਅਸੀਂ ਸੰਭਾਲ ਲੈਂਦੇ ਹੈਗੇ ਹਾਂ। ਤਾਂ ਬਹੁਤ ਜ਼ਿਆਦਾ ਕੁਛ ਸਾਡਾ ਅਮੀਰ ਵਿਰਸਾ ਹੈਗਾ ਔਰ ਹੈਰਾਨੀਜਨਕ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਆ, ਜਿਹੜੇ ਕਿ ਸਾਨੂੰ ਬਹੁਤ ਹੈਰਾਨ ਕਰ ਦਿੰਦੇ ਹੈਗੇ ਆ ਵੀ ਇਹ ਕੰਮ ਸਾਡੇ ਬੰਦਿਆਂ ਦੇ ਦਿਮਾਗ ਦੀਆਂ ਕਾਢਾਂ ਕਿੱਡੀਆਂ ਕਿੱਡੀਆਂ ਹੈਗੀਆਂ ਸੀਗੀਆਂ। ਬਹੁਤ ਸਹੀ ਗੱਲ ਕਹੀ ਹੈ, ਕਿਉਂਕਿ ਜੋ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਤਾਂ ਪਤਾ ਹੀ ਨਹੀਂ ਹੈ ਕਿ ਕਿਸ ਨੂੰ ਕੀ ਕਹਿੰਦੇ ਆ, ਹੈ ਨਾ। ਕਿ ਜਿਸ ਤਰ੍ਹਾਂ ਕਿ ਵਕਤ ਦੇ ਨਾਲ ਨਾਲ ਮੂੜੇ ਅਲੋਪ ਹੋ ਗਏ ਆ, ਚਰਖੇ ਅਲੋਪ ਹੋ ਗਏ ਆ, ਕਲਮ ਸ਼ਾਹੀ ਦਵਾਤਾਂ, ਜਿੱਦਾਂ ਕਿ ਤੁਸੀਂ ਇਹ ਸਾਰਾ ਸਮਾਨ ਸੰਭਾਲ ਕੇ ਰੱਖਿਆ। ਮੈਂ ਚਾਹੂੰਗਾ ਕਿ ਤੁਸੀਂ ਇਹ ਸਮਾਨ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਇਹ ਸਮਾਨ ਕੀ ਕੀ ਹੈ ਅਤੇ ਤੁਹਾਨੂੰ ਕਿੱਥੋਂ ਕਿੱਥੋਂ ਮਿਲਿਆ, ਕਿਵੇਂ ਤੁਹਾਡੇ ਕੰਟੈਕਟ ਵਿੱਚ ਆਇਆ ਹੈ। ਮੈਂ ਤੁਹਾਨੂੰ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਦੱਸਦਾ ਹੈਗਾ, ਅਤੇ ਮੇਰੇ ਕੋਲ ਅਕਸਰ ਸਮਾਨ ਇੱਦਾਂ ਦਾ ਵੇਖਣ ਲਈ ਆਉਂਦੇ ਰਹਿੰਦੇ। ਕਈ ਜਿਨ੍ਹਾਂ ਲੋਕਾਂ ਨੂੰ, ਮਿੱਤਰ ਪਿਆਰਿਆਂ ਨੂੰ ਪਤਾ ਵੀ ਕਿ ਸਮਾਨ ਮੇਰੇ ਕੋਲ ਹੈਗਾ, ਹੈ ਨਾ। ਤਾਂ ਉਹਨਾਂ ਨੂੰ ਜਦੋਂ ਮੈਂ ਪੁੱਛਦਾ ਕਿ ਬਾਗ ਫੁਲਕਾਰੀ ਦਾ ਪਤਾ ਤੁਹਾਨੂੰ, ਤਾਂ ਉਹ ਕਹਿੰਦੇ ਹਾਂ ਇਹਦਾ ਤਾਂ ਅਸੀਂ ਨਾਮ ਸੁਣਿਆ ਹੋਇਆ। ਤਾਂ ਚੌਂਪ ਦਾ ਪਤਾ? ਉਹ ਕਹਿਣਗੇ ਨਹੀਂ ਜੀ ਸਾਨੂੰ ਉਹ ਨਹੀਂ ਪਤਾ ਹੈਗਾ, ਉਹ ਕੀ ਹੁੰਦਾ ਹੈਗਾ। ਇਹਨਾਂ ਚੀਜ਼ਾਂ ਤੋਂ ਜਦੋਂ ਉਹਨਾਂ ਨੂੰ ਮੈਂ ਸਾਰਾ ਕੁਛ ਉਹਨਾਂ ਦੇ ਨਾਲ ਮੈਂ ਆਪਦਾ ਜੋ ਕੁਛ ਮੈਨੂੰ ਪਤਾ ਹੁੰਦਾ ਉਹਨਾਂ ਨਾਲ ਸਾਂਝ ਪਾਉਣਾ, ਤਾਂ ਉਹਦੇ ਵਿੱਚ ਕਈ ਵਾਰ ਉਹਨਾਂ ਕੋਲੋਂ ਨਵਾਂ ਕੁਛ ਸਿੱਖਣ ਨੂੰ ਮਿਲਦਾ ਹੈਗਾ। ਤਾਂ ਮੇਰੀ ਇਹ ਕੋਸ਼ਿਸ਼ ਹੁੰਦੀ ਹੈਗੀ ਆ ਵੀ ਕਿ ਅਸੀਂ ਆਪਦੇ ਸੱਭਿਆਚਾਰ ਦੀ ਗੱਲ ਕਰੀਏ ਅਤੇ ਉਹਦਾ ਜਿਹੜਾ ਹੁਨਰ ਆ ਉਹਨੂੰ ਅਸੀਂ ਸਾਂਝਾ ਕਰੀਏ ਸਾਰਿਆਂ ਦੇ ਨਾਲ, ਹੈ ਨਾ। ਤਾਂ ਉਹ ਜਿਹੜੀਆਂ ਬਾਗ ਫੁਲਕਾਰੀਆਂ ਜਿਹੜੀਆਂ ਇਹ ਅਕਸਰ ਸੋਹਣੀਆਂ ਬਹੁਤ ਲੱਗਦੀਆਂ, ਇਹਨਾਂ ਦੇ ਰੰਗ ਬੜੇ ਸੋਹਣੇ ਹੁੰਦੇ ਆ, ਇਹਨਾਂ ਦੇ ਉੱਤੇ ਬਣੇ ਹੋਏ ਫੁੱਲ ਆ ਜਿਹੜੇ, ਉਹਨਾਂ ਦੇ ਟੰਕਿਆਂ ਦੀਆਂ ਅੱਡ ਅੱਡ ਕਿਸਮਾਂ ਹੈਗੀਆਂ ਉਹਨਾਂ ਦੀਆਂ ਵੀ। ਤਾਂ ਬਾਗ ਫੁਲਕਾਰੀ ਦੇ ਉੱਤੇ ਫੁਲਕਾਰੀ ਜਿਹੜੀ ਹੈਗੀ ਆ ਉਹਦੇ 'ਤੇ ਵਿਰਲੇ ਵਿਰਲੇ ਅੱਖਰ ਜਿਹੜੇ ਫੁੱਲ ਪਾਏ ਗਏ ਹੁੰਦੇ ਆ, ਉਹ ਫੁਲਕਾਰੀ ਹੈ। ਤਾਂ ਬਾਗ ਨੂੰ ਬਿਲਕੁਲ ਇੱਕ ਸੰਘਣਾ ਜਿਹੜਾ ਪੂਰੇ ਦਾ ਪੂਰਾ, ਜਿਵੇਂ ਕਿ ਇੱਕ ਬਾਗ ਵਿੱਚ ਬਹੁਤ ਜ਼ਿਆਦਾ ਸੰਘਣੇ ਦਰਖਤ ਲੱਗੇ ਹੁੰਦੇ ਆ, ਉਸੇ ਤਰ੍ਹਾਂ ਦੇ ਇੱਕ ਫੁੱਲ। ਤਾਂ ਇਹਨਾਂ ਚੀਜ਼ਾਂ ਦੀ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਹੈਗਾ, ਤਾਂ ਉਹਦਾ ਆਨੰਦ ਵੀ ਆਉਂਦਾ ਅਤੇ ਕੁਛ ਸਿੱਖਣ ਨੂੰ ਵੀ ਮਿਲਦਾ ਹੈਗਾ। ਤਾਂ ਉਸੇ ਤਰ੍ਹਾਂ ਸਾਡੀ ਇਸੇ ਲੜੀ ਦੇ ਤਹਿਤ ਸਾਨੂੰ ਕੁਛ ਨਾ ਕੁਛ ਮਿਲਦੇ ਗਏ, ਜਿਵੇਂ ਗੋਲੇ ਹੋ ਗਏ, ਫਰਸ਼ੀ ਮੂੜੇ ਹੋ ਗਏ, ਹੈ ਨਾ। ਤਾਂ ਪੂਣੀਆਂ ਜਿਹੜੀਆਂ ਹੈਗੀਆਂ ਵਾ, ਚਰਮਖਾਂ ਹੋ ਗਈਆਂ, ਇਹਨਾਂ ਦੇ ਗਲੋਟੇ ਹੋ ਗਏ। ਇਕੱਲੇ ਚਰਖੇ ਦੇ ਬਹੁਤ ਸਾਰੇ ਅੰਗ ਆ ਉਹਦੇ,
ਚਰਖਾ ਸਾਨੂੰ ਪਤਾ ਹੁੰਦਾ, ਪਰ ਚਰਖੇ ਦੇ ਗਾਂਹ ਹੋਰ ਵੀ ਕਿੰਨੇ ਭਾਗ ਹੈਗੇ ਆ, ਉਹ ਇੱਕ ਕਾਰੀਗਰ ਦੱਸ ਸਕਦਾ। ਪੁਰਾਣੇ ਜਿਹੜੇ ਬੰਦੇ ਹੈਗੇ ਆ ਉਹਨਾਂ ਤੋਂ ਪਤਾ ਸਾਨੂੰ। ਕਿਉਂਕਿ ਕਿਸੇ ਵੀ ਇੱਕ ਚੀਜ਼ ਦੇ ਨਾਲ ਕੋਈ ਚੀਜ਼ ਸੰਪੂਰਨ ਨਹੀਂ ਬਣਦੀ ਗੀ। ਜਿੱਦਾਂ ਹੁਣ ਆਪਾਂ ਗੱਡੀ ਕਹਿ ਲਈ, ਜੇ ਆਪਾਂ ਕਹਾਂਗੇ ਇਹ ਟਾਇਰ ਦੇ ਨਾਲ ਇਕੱਲੀ ਗੱਡੀ ਨਹੀਂ, ਸਟੇਰਿੰਗ ਨਾਲ ਇਕੱਲੀ ਗੱਡੀ ਨਹੀਂ ਹੈ, ਹੈ ਨਾ। ਇੱਦਾਂ ਹੀ ਕੋਈ ਤਾਂਗਾ ਵੀ ਹੋਵੇ, ਕੁਛ ਵੀ ਹੋਵੇ, ਇੱਕ ਚੀਜ਼ ਜੇ ਸੰਪੂਰਨ ਬਣਨੀ ਹੈ ਤਾਂ ਇਕੱਠੇ ਸੁਮੇਲ ਦੇ ਨਾਲ ਬਣਨੀ ਹੈ ਨਾ ਜੀ। ਸੋ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਾਣਕਾਰੀ ਦਿਓ ਕਿ ਜਿਸ ਤਰ੍ਹਾਂ ਇਸ ਦੇ ਵਿੱਚ ਕੀ ਰੱਖਿਆ ਹੋਇਆ, ਤੁਸੀਂ ਕੀ ਤੁਹਾਡੇ ਕੋਲ ਹੈ ਜੀ। ਹੁਣ ਅਸੀਂ ਹੁਣ ਦਾ ਜਿਹੜਾ ਯੁੱਗ ਹੈਗਾ, ਇਹ ਕੱਲ੍ਹ ਕੋਈ ਘੱਟੋ ਘੱਟ ਮਤਲਬ ਕਿ 72 73 ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀ ਤਰੱਕੀ ਕੀਤੀ ਆ, ਇਹਦੀ ਇੱਕ ਬਹੁਤ ਜਾਗਦੀ ਜਿਉਂਦੀ ਮਿਸਾਲ ਵੀ ਹੈਗੀ ਆਪਣੇ ਕੋਲੇ। ਹੁਣ ਅਸੀਂ ਫੋਨ ਯੂਜ਼ ਕਰਦੇ ਹਾਂ, ਅਸੀਂ ਕੈਨੇਡਾ 7 ਸਮੁੰਦਰੋਂ ਪਾਰ ਬੈਠੇ ਹੋਏ ਬੰਦੇ ਦਾ ਹਾਲ ਚਾਲ ਤੱਕ ਪੁੱਛ ਲੈਂਦੇ ਹੈਗੇ ਆ। ਤਾਂ ਇਹ ਅੱਜ ਸਾਡਾ ਇੰਟਰਨੈਟ ਦਾ ਯੁੱਗ ਜਿਹੜਾ ਹੈਗਾ ਉਹ ਬਣ ਚੁੱਕਿਆ, ਡਿਜੀਟਲ ਹੋ ਗਿਆ ਹੋਇਆ ਅਸੀਂ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਮੇਰੇ ਕੋਲ ਇੱਕ ਰੇਡੀਓ ਦਾ ਲਾਇਸੈਂਸ ਹੈਗਾ ਜੀ। ਜਦੋਂ ਇਸ ਤੋਂ ਪਹਿਲਾਂ ਆਪਣੇ ਰੇਡੀਓ ਜਿਹੜਾ ਸ਼ੁਰੂਆਤ ਹੋਇਆ ਸੀਗਾ ਦੌਰ ਜਿਹੜਾ ਹੈਗਾ 1985 ਦਾ ਐਕਟ ਦੇ ਕਰੀਬ, ਉੱਥੇ ਕਿ ਜਿਹਦੇ ਹੈਗਾ ਸੀ। ਇਹ 1972 ਤੋਂ ਕਿਸੇ ਬੰਦੇ ਦਾ ਘੱਲ ਕਲਾਂ ਤੋਂ ਅਜੀਤ ਸਿੰਘ ਦੇ ਨਾਮ ਦਾ ਮੈਨੂੰ ਇੱਕ ਲਾਇਸੈਂਸ ਪ੍ਰਾਪਤ ਹੋਇਆ ਹੈਗਾ। ਇਹਦੇ ਵਿੱਚ ਹਰ ਸਾਲ ਡਾਕ ਘਰ ਜਾ ਕੇ ਰੀਨਿਊ ਕਰਵਾਇਆ ਜਾਂਦਾ ਸੀ, 1 ਸਾਲ ਦੀ ਵੈਲਿਡਿਟੀ ਹੁੰਦੀ ਸੀਗੀ ਇਹਦੀ। ਤਾਂ ਤੁਹਾਡਾ ਰੇਡੀਓ ਤਾਂ ਚੱਲਣ ਯੋਗ ਹੁੰਦਾ ਸੀ 1 ਸਾਲ ਬਾਅਦ। ਜਿਵੇਂ ਹੁਣ ਅਸੀਂ ਮਤਲਬ ਕੇਬਲ ਕਹਿ ਲੈਂਦੇ ਹਾਂ, ਜਿੱਦਾਂ ਡਿਸ਼ ਟੀਵੀ ਹੈ ਉਸਨੂੰ ਰੀਚਾਰਜ ਕਰਨਾ ਪੈਂਦਾ ਹੈ। ਹੁਣ ਡਿਸ਼ ਟੀਵੀ ਰੀਚਾਰਜ ਹੁੰਦੇ ਆ, ਉਦੋਂ ਸਾਡੇ ਰੇਡੀਓ ਰੀਚਾਰਜ ਹੁੰਦੇ ਸੀਗੇ। ਇਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਹੈਗੀਆਂ 1972 ਤੋਂ ਲੈ ਕੇ ਇਹਨਾਂ ਨੇ, ਹੈ ਨਾ, ਹਾਂਜੀ, ਪਹਿਲੀ ਸਭ ਤੋਂ ਪਹਿਲੀ ਜਿਹੜੀ ਇਹਦੀ ਐਂਟਰੀ ਜਿਹੜੀ ਆ 1972 ਦੀ ਆ, ਫਿਰ 73 74 ਅਤੇ ਗਾਂਹ ਫਿਰ ਇਹ ਕਈ ਸਾਲਾਂ ਤੱਕ ਇਵੇਂ ਚੱਲਦਾ ਰਿਹਾ। ਮੇਰਾ ਖਿਆਲ ਇਹਦੀ ਲਾਸਟ ਜਿਹੜੀ ਹੈਗੀ ਆ, ਮੈਂ ਤੁਹਾਨੂੰ ਉਹ ਦਿਖਾ ਦਿੰਦਾ ਹੈਗਾ। ਹਾਂਜੀ, ਇਹ 1977 ਤੱਕ ਇਹਦੀ ਮਤਲਬ ਐਂਟਰੀਆਂ ਹੋਈਆਂ ਇਹਦੇ ਵਿੱਚ ਨਜ਼ਰ ਆਉਂਦੀਆਂ ਹੈਗੀਆਂ। ਸੋ ਸਾਡਾ ਇਹ ਇੱਕ ਸਾਡਾ ਇਤਿਹਾਸ ਆ ਸਾਡਾ। ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਦੱਸਾਂਗੇ? ਜੀ ਸਹੀ ਹੈ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਆਪਾਂ ਕਹਿੰਦੇ ਹਾਂ ਅਸੀਂ ਪੰਜਾਬੀ ਹਾਂ, ਬਿਲਕੁਲ, ਅਸੀਂ ਪੰਜਾਬ 'ਚ ਰਹਿੰਦੇ ਹਾਂ। ਪੰਜਾਬ ਦੇ ਵਿੱਚ ਹੋਰ ਭਾਸ਼ਾਵਾਂ ਜਗ੍ਹਾ ਲੈ ਲੈਣ ਅਤੇ ਪੰਜਾਬੀ ਖਤਮ। ਇੱਥੋਂ ਦੇ ਚਰਖੇ, ਇੱਥੋਂ ਦੇ ਕਿਸਾਨੀ ਦੇ ਜਿਹੜੇ ਹੈਗੇ ਆ ਸਾਰੇ ਸੰਦ ਜਿਹੜੇ ਹੈਗੇ ਆ ਉਹ ਖਤਮ ਹੋ ਜਾਂਦੇ ਹੈਗੇ ਆ। ਹਲ ਜਿਹੜੀਆਂ ਪੰਜਾਲੀਆਂ ਖਤਮ ਹੋ ਗਈਆਂ। ਪੰਜਾਬ ਕਿੱਧਰ ਚਲਿਆ ਗਿਆ ਫਿਰ? ਪੰਜਾਬ ਤਾਂ ਸਾਡਾ ਨਾਂ ਨਿਸ਼ਾਨ ਖਤਮ ਕਰਨ 'ਤੇ ਅਸੀਂ ਆਪ ਹੀ। ਇਹ ਚੀਜ਼ਾਂ ਬਹੁਤ ਸਾਰੇ ਘਰਾਂ ਦੀਆਂ ਨੁੱਕਰਾਂ 'ਚ ਰੁਲਦੀਆਂ ਪਈਆਂ। ਸਾਡੇ ਪਹਿਲਾਂ ਝੋਲੇ ਹੁੰਦੇ ਸੀ, ਹੁਣ ਤੁਸੀਂ ਇੱਕ ਇਹੀ ਗੱਲ ਲਗਾ ਲਓ, ਪਲਾਸਟਿਕ ਦੇ ਲਿਫਾਫਿਆਂ ਨੇ ਜਗ੍ਹਾ ਲੈ ਲਈ ਸਾਡੀ। ਬਿਲਕੁਲ, ਜਿਹੜੇ ਕਿ ਅਸੀਂ ਮਾੜਾ ਜਿਹਾ ਸਮਾਨ ਲਿਆਂਦਾ ਅਤੇ ਉਹ ਪਲਾਸਟਿਕ ਦਾ ਜਿਹੜਾ ਸਾਨੂੰ ਨੁਕਸਾਨ ਕਿੰਨਾ ਹੋ ਰਿਹਾ, ਉਹ ਰੂੜੀਆਂ ਦੇ ਵਿੱਚ ਮਿੱਟੀ ਦੇ ਵਿੱਚ ਦੱਬਿਆ ਹੋਇਆ ਪਲਾਸਟਿਕ ਵੀ ਜਿਹੜਾ ਸਾਨੂੰ ਨੁਕਸਾਨਦਾਇਕ ਆ। ਉਹ ਗਲ ਨਹੀਂ ਰਿਹਾ। ਅਤੇ ਜਦੋਂ ਕਿਸੇ ਖਾਸ ਕਰਕੇ ਪਸ਼ੂ ਨੂੰ ਭੁੱਖ ਲੱਗਦੀ ਹੈ ਤਾਂ ਪਲਾਸਟਿਕ ਹੀ ਅੰਦਰ ਖਾ ਰਿਹਾ ਹੈ, ਅਤੇ ਉਸ ਦਾ ਵੀ ਬਾਅਦ ਵਿੱਚ ਜੋ ਉਸਦਾ ਸਿਸਟਮ ਹੈ ਉਸ ਦੇ ਵਿੱਚ ਪ੍ਰੋਬਲਮ ਕਰ ਰਿਹਾ ਹੈ, ਠੀਕ ਹੈ ਨਾ। ਅਤੇ ਕਿੰਨੇ ਹਜ਼ਾਰਾਂ ਸਾਲਾਂ ਤੱਕ ਉਹ ਗਲ ਵੀ ਨਹੀਂ ਰਿਹਾ। ਇਹ ਇੱਕ ਪ੍ਰਦੂਸ਼ਣ ਦਾ ਹਿੱਸਾ ਹੈਗਾ ਸਾਡਾ, ਹੈ ਨਾ। ਸੋ ਉਦੋਂ ਮੈਂ ਬਜ਼ੁਰਗਾਂ ਦੀਆਂ ਗੱਲਾਂ ਮੈਂ ਉੱਥੇ ਲੈ ਕੇ ਜਾਣਾ ਚਾਹੁੰਦਾ ਸੀਗਾ ਕਿ ਪਹਿਲਾਂ ਇੱਕ ਕੋਈ ਯਾਰ ਮੈਂ ਬਜ਼ੁਰਗਾਂ ਨੂੰ ਦੇਖਿਆ, ਉਹਨਾਂ ਨੇ ਆਪਣੇ ਸਾਈਕਲ ਦੇ ਮੂਹਰਲੇ ਹੈਂਡਲ ਦੇ ਨਾਲ ਇੱਕ ਝੋਲਾ ਜ਼ਰੂਰ ਰੱਖਿਆ ਹੋਇਆ ਹੁੰਦਾ ਸੀਗਾ, ਜਿਨ੍ਹਾਂ 'ਤੇ ਸ਼ੌਂਕ ਨਾਲ ਸਾਡੀਆਂ ਮੁਟਿਆਰਾਂ ਜਿਹੜੀਆਂ ਹੈਗੀਆਂ ਫੁੱਲ ਪਾ ਕੇ ਆਪਣੇ ਬਾਪੂ ਨੂੰ ਦਿੰਦੀਆਂ ਸੀਗੀਆਂ। ਉਹ ਆਪਣੇ ਘਰ ਵਾਲੇ ਨੂੰ ਵੀ ਬਹੁਤ ਸੋਹਣੇ ਸੋਹਣੇ ਬਣੇ ਹੋਏ ਵੀ ਝੋਲੇ ਹੁੰਦੇ ਸੀਗੇ। ਉਹ ਝੋਲਿਆਂ ਨੂੰ ਉਹਦੇ ਨਾਲ ਹਮੇਸ਼ਾ ਲਾ ਦੇ ਕੇ ਰੱਖਦੇ ਸੀ, ਉਹ ਕਦੇ ਲਿਫਾਫੇ ਦੀ ਵਰਤੋਂ ਨਹੀਂ ਕਰਦੇ ਸੀ। ਅਤੇ ਹੁਣ ਤੁਸੀਂ ਬਹੁਤ ਸਾਰੀਆਂ ਦੁਕਾਨਾਂ 'ਤੇ ਅਕਸਰ ਦੇਖਿਆ ਹੋਊਗਾ ਆਪਣਾ ਪਲਾਸਟਿਕ ਦੇ ਲਿਫਾਫਿਆਂ ਦੀ ਮਨਾਹੀ ਹੈ। ਸਾਡੇ ਆਪਦੇ ਆਪ ਘਰੋਂ ਇੱਕ ਥੈਲਾ ਲੈ ਕੇ ਆਓ। ਹਾਲਾਂਕਿ ਸਰਕਾਰ ਵੱਲੋਂ ਬੈਨ ਵੀ ਕੀਤੇ ਜਾ ਚੁੱਕਿਆ, ਪਰ ਫਿਰ ਵੀ ਲੋਕ ਇਹਨਾਂ ਦਾ ਵਰਤੋਂ ਕਰਦੇ ਨੇ ਇਹਨਾਂ ਦੀ। ਅਸੀਂ ਉਹਨਾਂ ਨੂੰ ਆਪਦੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਨਾ। ਬਿਲਕੁਲ, ਅਗਰ ਅਸੀਂ ਮਨ ਦੇ ਵਿੱਚ ਇਹ ਸੋਚ ਲੈਣਾ ਹੈਗਾ ਵੀ ਮੈਂ ਕਰਿਆਨੇ ਦੀ ਦੁਕਾਨ 'ਤੇ ਜਾ ਰਿਹਾ, ਬਾਜ਼ਾਰ ਜਾ ਰਿਹਾ, ਤੁਸੀਂ ਮੇਰੇ ਕੋਲ ਇੱਥੇ ਹੀ ਰਿਕਾਰਡਿੰਗ ਮੇਰੇ ਸਮਾਨ ਦੇ ਵਿੱਚ ਦੇਖੋਗੇ ਤੁਸੀਂ, ਟੋਕਰੀਆਂ ਬੜੀਆਂ ਸ਼ਾਨਦਾਰ ਹੁੰਦੀਆਂ ਸੀਗੀਆਂ, ਪਲਾਸਟਿਕ ਦੀਆਂ ਟੋਕਰੀਆਂ। ਇੱਕ ਬਹੁਤ ਸਰਦਾਰਨੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਸਾਡੀਆਂ, ਮਤਲਬ ਕਿ ਰਈਸ ਪਰਿਵਾਰ ਜਿਨ੍ਹਾਂ ਦੇ ਕੋਲੇ ਪੰਚ ਸਰਪੰਚ ਜਿਹੜੇ ਹੁੰਦੇ ਸੀ, ਜਿਨ੍ਹਾਂ ਦੇ ਸ਼ਾਹੀ ਠਾਠ ਅਪਣਾਏ ਹੁੰਦੇ ਸੀ, ਸ਼ਾਹੀ ਠਾਠ ਜਿਹੜੇ
ਉਹ ਔਰਤ ਇੱਕ ਉੱਪਰ ਜਦੋਂ ਸ਼ਾਲ ਦੀ ਬੁੱਕਲ ਲੈ ਕੇ ਤੇ ਉਹ ਉੱਪਰ ਨਾਲ ਹੱਥ ਦੇ ਵਿੱਚ ਇੱਕ ਪਲਾਸਟਿਕ ਦੀ ਟੋਕਰੀ ਲੈ ਕੇ ਜਾਂਦੇ ਸੀ ਤੇ ਉਹਦੀ ਚਾਲ, ਉਹਦਾ ਠਾਠ ਬਾਠ ਦੇਖਣ ਵਾਲਾ ਬਣਦਾ ਹੁੰਦਾ ਸੀਗਾ। ਉਹ ਟੋਕਰੀਆਂ ਅੱਜ ਵੀ ਸਾਡੇ ਕੋਲੇ ਕਿਤੇ ਨਾ ਕਿਤੋਂ ਸਾਨੂੰ ਮਿਲ ਜਾਂਦੀਆਂ ਹੈਗੀਆਂ, ਪਰ ਅੱਜ ਸਾਡੇ ਲੋਕ ਪਲਾਸਟਿਕ ਦਾ ਲਿਫਾਫੇ ਜਿਹੜੇ ਹੈਗੇ ਆ 3-4 ਤਾਂ ਉਹਨੂੰ ਹੀ ਸ਼ਾਨ ਸਮਝਦੇ ਆ, ਅਸੀਂ ਉਹਨੂੰ ਹਿੱਸਾ ਬਣਾ ਲਿਆ ਆਪਦਾ। ਕਿਉਂਕਿ ਦੇਖਿਆ ਜਾਵੇ ਤਾਂ ਕਿਤੇ ਕਿਤੇ ਅੱਜ ਦੇ ਯੁੱਗ ਦੇ ਵਿੱਚ ਜੋ ਅੱਜ ਦੀ ਪੀੜ੍ਹੀ ਹੈ ਸੋ ਇਸ ਚੀਜ਼ ਨੂੰ ਸ਼ਾਇਦ ਸ਼ਰਮ ਸਮਝਦੀ ਹੈ ਨਾ। ਬਾਹਰ ਕਿਤੇ ਵੀ ਇਹ ਥੈਲਾ ਲੈ ਕੇ ਜਾਣਾ ਜਾਂ ਕੱਪੜੇ ਦਾ ਬੈਗ ਲੈ ਕੇ ਜਾਣਾ, ਉਹਨਾਂ ਨੂੰ ਸ਼ਾਇਦ ਇਹ ਸ਼ਰਮ ਆ ਰਹੀ ਆ। ਪਰ ਜੇ ਦੇਖ ਲਿਆ ਜਾਵੇ, ਇੱਕ 50 ਪੈਸੇ ਦਾ ਜਾਂ 1 ਰੁਪਏ ਦਾ ਕਿਸੇ ਦੁਕਾਨਦਾਰ ਨੇ ਪਲਾਸਟਿਕ ਦਾ ਲਿਫਾਫਾ ਦੇਤਾ ਤੇ ਇੱਕ ਤੁਹਾਡਾ ਮਾਂ ਦਾ, ਤੁਹਾਡੀ ਘਰਵਾਲੀ ਦਾ, ਤੁਹਾਡੀ ਧੀ ਦਾ ਹੱਥ ਦਾ ਬੁਣਿਆ ਹੋਇਆ ਵਾ ਝੋਲਾ ਤੁਹਾਡੇ ਹੱਥ ਵਿੱਚ ਹੋਵੇ ਤੇ ਸ਼ਾਨ ਕਿਸ ਚੀਜ਼ ਦੀ ਹੁੰਦੀ ਆ? ਸਹੀ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਵੀ ਤਾਂ ਸੋਚੀਏ ਨਾ। ਤਾਂ ਇੱਕ ਉਹ ਲਿਫਾਫਾ ਜਿਹੜਾ ਕਿ ਉਹਦਾ ਪਤਾ ਕੋਈ ਨਹੀਂ ਆ, ਰਸਤੇ 'ਚ ਆਉਂਦਿਆਂ ਹਾਂ ਖੰਡ ਕਿਰ ਜਾਣੀ ਆ ਕਿ ਉਹਦੇ ਪਿਆਜ਼ ਸਾਰੇ ਡਿੱਗ ਪੈਣੇ ਆ, ਪਰ ਜਿਹੜਾ ਹੱਥ ਦਾ ਝੋਲਾ ਤੁਹਾਡਾ ਹੈਗਾ ਉਹਨੇ ਤੁਹਾਡੇ ਨਾਲ ਸਾਲਾਂ ਬੱਧੀ ਤੁਹਾਡੇ ਨਾਲ ਉਹਨੇ ਹੰਡਾਉਣਾ, ਉਹਨੂੰ ਧੋ ਕੇ ਦੁਬਾਰਾ ਫਿਰ। ਇਹ ਸਾਡੇ ਜ਼ਿੰਦਗੀ ਦੇ ਹਿੱਸੇ ਸਮਝਣ ਦੀ ਲੋੜ ਆ ਬਸ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਸੋ ਮੈਂ ਚਾਹੂੰਗਾ ਕਿ ਆਪਣੇ ਦਰਸ਼ਕਾਂ ਨੂੰ ਇਹ ਸਾਰੀਆਂ ਚੀਜ਼ਾਂ ਤੁਸੀਂ ਡਿਸਪਲੇ ਕਰਵਾਉਣਾ, ਉਹਨਾਂ ਨੂੰ ਦਿਖਾਓ ਕਿ ਕਿਹੜੀ ਚੀਜ਼ ਨੂੰ ਕੀ ਕਹਿੰਦੇ ਨੇ। ਸੋ ਕੀ ਤੁਹਾਡੇ ਕੋਲ ਹੈ? ਮੇਰੇ ਕੋਲ ਇੱਕ ਡਫਲੀ ਹੈ ਮੇਰੇ ਕੋਲ। ਇਹ ਹਾਕਮ ਸੂਫੀ ਜੀ ਨਾਮ ਪ੍ਰਸਿੱਧ ਹੈਗਾ ਉਹਨਾਂ ਦਾ। ਤਾਂ ਉਹਨਾਂ ਨੇ ਮੈਨੂੰ 1907 ਦੇ ਵਿੱਚ 2007 ਵਿੱਚ ਮਿਲੀ ਸੀ ਮੈਨੂੰ ਇਹ ਮੈਨੂੰ ਉਦੋਂ ਪ੍ਰਾਪਤ ਹੋਈ ਸੀਗੀ। ਤਾਂ 2007 ਦੇ ਵਿੱਚ ਇਹ ਉੱਥੇ ਉਹ ਡਰਾਇੰਗ ਟੀਚਰ ਹੁੰਦੇ ਸੀਗੇ, ਤਾਂ ਉਹਨਾਂ ਦਾ ਨਾਮ ਬੜਾ ਫੇਮਸ ਹੈਗਾ। ਅਤੇ ਇਹ ਡਫਲੀ ਉਦੋਂ ਉਸ ਮੈਨੂੰ ਹਾਲਾਤ ਵਿੱਚ ਇਸੇ ਤਰ੍ਹਾਂ ਦੀ ਮਿਲੀ ਸੀਗੀ। ਤਾਂ ਉਹਨਾਂ ਦਾ ਇੱਕ ਉੱਥੋਂ ਦਾ ਬੱਚਾ ਸੀਗਾ, ਮੇਰਾ ਸਟੂਡੈਂਟ ਸੀਗਾ, ਉਹਨਾਂ ਨੇ ਮੈਨੂੰ ਉੱਥੋਂ ਲਿਆ ਕੇ ਦਿੱਤੀ ਹੈਗੀ ਸੀ। ਇਹ ਲਗਭਗ ਕਿੰਨੇ ਸਾਲ ਪੁਰਾਣੀ ਹੈ ਡਫਲੀ? 30 ਕੁ ਸਾਲ ਤਾਂ ਬਣ ਗਏ ਜੀ ਇਹਦੇ ਲਗਭਗ। ਚੀਜ਼ਾਂ ਸਾਡੀਆਂ ਕਿੰਨੀਆਂ ਸ਼ਾਨਦਾਰ ਹੈ, ਦੇਖੋ ਤੁਸੀਂ। ਬਿਲਕੁਲ, ਉੱਤੇ ਡਿਜ਼ਾਈਨ ਪਾਏ ਹੋਏ ਨੇ, ਕਿੰਨੇ ਸੋਹਣੇ ਰੰਗ ਹੈ ਜੀ ਇਹਨਾਂ ਦੇ, ਹੈ ਨਾ। ਇਹ ਕਿਸੇ ਸਮੇਂ ਦੇ ਉੱਤੇ ਘਰਾਂ ਦੀ ਸ਼ਾਨ ਹੁੰਦੀ ਸੀ, ਬਹੁਤ ਸਜਾ ਕੇ ਰੱਖਿਆ ਜਾਂਦਾ ਸੀ ਇਹਨਾਂ ਚੀਜ਼ਾਂ ਨੂੰ, ਜੋ ਅੱਜ ਅਲੋਪ ਹੋ ਚੁੱਕੇ ਨੇ। ਸਾਡਾ ਇਹ ਅਮੀਰ ਵਿਰਸਾ ਹੈਗਾ। ਤੁਸੀਂ ਇੱਕ ਗੱਲ ਨੂੰ ਨੋਟ ਕਰੋ, ਇੱਕ ਇੱਕ ਚੀਜ਼ ਨੂੰ ਹੱਥ ਨਾਲ ਬਣਾਇਆ, ਇਹ ਹੈਂਡਮੇਡ ਆ ਸਾਰੇ। ਸਭ ਤੋਂ ਵੱਡੀ ਗੱਲ ਇੱਕ ਇਹ ਆ, ਔਰ ਕਿੰਨੀਆਂ ਹੰਢਣਸਾਰ ਆ, ਕਿੰਨਾ ਹੰਢਣਸਾਰ ਚੀਜ਼ਾਂ ਹੈਗੀਆਂ ਇਹ ਸਾਡੇ। ਹਜੇ ਵੀ ਕੋਈ ਬਹੁਤ ਸਾਰੇ ਲੋਕ ਸੰਭਾਲੀ ਵੀ ਬੈਠੇ ਆ, ਐਸੀ ਕੋਈ ਗੱਲ ਨਹੀਂ ਹੈਗੀ, ਉਹਨਾਂ ਨੂੰ ਸੰਭਾਲਿਆ ਹੋਇਆ ਲੋਕਾਂ ਨੇ। ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਹਿੱਸਾ ਜਿਹੜੀਆਂ ਜ਼ਿੰਦਗੀ ਦਾ ਕਿੱਡੇ ਵੱਡੇ। ਬਿਲਕੁਲ ਜੀ, ਬਾਕੀ ਬਹੁਤ ਸੁੰਦਰ, ਬਹੁਤ ਹੀ ਕਲੈਰਿਟੀ ਨਾਲ ਹਰ ਚੀਜ਼ ਨੂੰ ਬਣਾਇਆ ਗਿਆ ਹੈ, ਬਹੁਤ ਸ਼ਾਨਦਾਰ ਤਰੀਕੇ ਨਾਲ। ਸੋ ਮੈਂ ਦੇਖ ਰਿਹਾ ਕਿ ਤੁਸੀਂ ਕਲਮਾਂ ਵੀ ਪੁਰਾਣੀਆਂ ਸਾਂਭੀਆਂ ਹੋਈਆਂ ਨੇ ਦੀਵਾਰ 'ਤੇ ਇਸ ਦੇ ਨਾਲ। ਲਗਭਗ 84 ਦੇ ਦੌਰ ਤੋਂ ਪਹਿਲਾਂ ਦੀ ਹੈ ਨਾ। ਮੈਂ 6ਵੀਂ ਤੱਕ ਅਸੀਂ ਐਸੇ ਹੀ ਦੁਹਾਤ ਦੇ ਨਾਲ ਫੱਟੀਆਂ ਲਿਖਦੇ ਰਹੇ ਹਾਂ। ਅਤੇ ਬੇਸ਼ੱਕ ਮੇਰੇ ਕੋਲ ਪਿੱਤਲ ਦੀਆਂ ਵੀ ਦੁਹਾਤਾਂ ਹੈਗੀਆਂ, ਉਹ ਜਦ ਕਿ ਮੈਂ ਆਪਣੇ ਸਮੇਂ 'ਤੇ ਨਹੀਂ ਦੇਖੀਆਂ, ਉਹ ਮੇਰੇ ਤੋਂ ਕਿਤੇ ਪਹਿਲਾਂ ਦੇ ਸਮੇਂ ਦੀਆਂ ਹੈਗੀਆਂ। ਤਾਂ ਆਹ ਵਾਲੀਆਂ ਜਿਹੜੀਆਂ ਇਹ ਕਲਮਾਂ ਵੀ ਮੈਨੂੰ ਕਿਸੇ ਇੱਕ ਦੁਕਾਨ ਤੋਂ ਮਿਲ ਗਈਆਂ, ਮੈਨੂੰ ਪਤਾ ਸੀ ਵੀ ਇਸ ਤੋਂ ਬਾਅਦ ਕਿਤੇ ਮਿਲਣੀਆਂ ਨਹੀਂ ਹੈਗੀਆਂ। ਤਾਂ ਇਹ ਕਲਮਾਂ ਹੋ ਗਈਆਂ, ਇਹ ਦੁਹਾਤਾਂ, ਇਹਨਾਂ ਦੇ ਵਿੱਚ ਇੱਕ ਸ਼ਾਈ ਹੁੰਦੀ ਸੀਗੀ, ਫੱਟੀਆਂ ਵਾਲੀਆਂ ਬਣੀਆਂ ਹੋਈਆਂ ਹੁੰਦੀਆਂ ਸੀਗੀਆਂ। ਤਾਂ ਉਹਨੂੰ ਰਾਤ ਨੂੰ ਘੋਲ ਕੇ ਅਸੀਂ ਰੱਖ ਦੇਣੀ। ਕਈ ਵਾਰ ਸ਼ਾਈ ਨੂੰ ਮਤਲਬ ਚਮਕਦਾਰ ਬਣਾਉਣ ਵਾਸਤੇ ਕਈ ਬੱਚੇ ਖੰਡ ਵੀ ਪਾਉਂਦੇ ਸੀ ਉਹਦੇ ਵਿੱਚ ਸ਼ਾਇਦ। ਸੋ ਇਹ ਸਾਡੀ ਜ਼ਿੰਦਗੀ ਦੇ ਹਿੱਸੇ ਹੈਗੇ ਜਿਹੜੇ ਅਲੋਪ ਹੋ ਚੁੱਕੇ ਹੋਏ। ਸੋ ਮੈਂ ਦੇਖ ਰਿਹਾ ਕਿ ਤੁਹਾਡੇ ਕੋਲ ਕੁਛ ਇਸ ਦੇ ਵਿੱਚ ਵੀ ਕੁਛ ਚੀਜ਼ਾਂ ਰੱਖੀਆਂ ਹੋਈਆਂ ਨੇ। ਸੋ ਇਹ ਪੁਰਾਣੇ ਮਤਲਬ ਜਿਹੜੇ ਹੈਗੇ ਆ, ਮੈਂ ਗਲੋਟੇ ਕੁਛ ਰੱਖੇ ਹੋਏ ਵੇ ਜੀ, ਬਣੇ ਹੋਏ ਵੇ ਜਿਹੜੇ ਹੈਗੇ ਆ, ਹੈ ਨਾ। ਇਹ ਸਾਡੇ ਦਾਦੀ ਜੀ ਹੋਣਾ ਦੇ ਵੇਲੇ ਦੇ ਹੈਗੇ ਆ। ਅਤੇ ਆਹ ਚਰਮਖਾਂ ਹੁੰਦੀਆਂ ਸੀ ਜਿਹੜੀਆਂ ਮੂਰੇ ਤਕਲੇ ਦੇ ਜਗ੍ਹਾ ਦੇ ਉੱਤੇ, ਉੱਥੇ ਤਕਲਾ ਇਹਦੇ ਵਿੱਚ ਪੈ ਕੇ ਕੰਮ ਕਰਦਾ ਹੁੰਦਾ ਸੀਗਾ। ਤਾਂ ਕੁਛ ਇਹੀ ਚੀਜ਼ਾਂ ਸਾਰੀਆਂ ਮੇਰੇ ਕੋਲ ਹੈਗੀਆਂ ਜੀ, ਸੰਭਾਲੀਆਂ ਹੋਈਆਂ। ਬਸ ਜੋ ਚੀਜ਼ ਮੈਨੂੰ ਲੱਗਦੀ ਹੈ ਵੀ ਕਿ ਇਹ ਸ਼ਾਇਦ ਇਸ ਤੋਂ ਬਾਅਦ ਦੇ ਵਿੱਚ ਮੈਨੂੰ ਨਹੀਂ ਮਿਲੂਗੀ, ਤਾਂ ਮੈਂ ਉਹਨਾਂ ਨੂੰ ਅਕਸਰ ਆਪਣੇ ਖਜ਼ਾਨੇ ਦਾ ਹਿੱਸਾ ਬਣਾ ਲੈਣਾ ਜੀ। ਠੀਕ ਹੈ, ਮੈਂ ਦੇਖ ਰਿਹਾ ਤੁਹਾਡੇ ਕੋਲ ਹੋਰ ਲਾਟੂ ਵੀ ਪਏ ਨੇ, ਇੱਕ ਮਿੱਟੀ ਦਾ ਬਣਾਇਆ ਹੋਇਆ ਘਰ ਪਿਆ ਹੋਇਆ ਹੈ, ਅਤੇ ਇਸ ਦੇ ਨਾਲ ਕੁਛ ਤੁਹਾਡੇ ਕੋਲ ਪੁਰਾਣੇ ਬਰਤਨ ਵੀ ਪਏ ਨੇ। ਸੋ ਆਓ ਦਰਸ਼ਕਾਂ ਨੂੰ ਆਪਾਂ ਸਾਰਾ ਕੁਝ ਦਿਖਾਉਂਦੇ ਹਾਂ, ਸਾਰਿਆਂ ਵੱਲ ਨਜ਼ਰ ਬੁਲਾਉਂਦੇ ਹਾਂ ਜੀ। ਪੰਪ, ਮੀਰੀਆਂ, ਲਾਟੂ, ਉਹ ਸਾਰੇ ਆਪਾਂ ਅਕਸਰ ਹੈ ਨਾ ਦੇਖਦੇ ਰਹੇ ਹੈਗੇ ਆ, ਪਹਿਲਾਂ ਚਲਾਉਂਦੇ ਰਹੇ ਹਾਂ।
ਇਹ ਜਿਹੜੇ ਹੈਗੇ ਆ ਸਾਡੇ, ਇਹ ਵੀ ਅਲੋਪ ਹੋ ਗਏ ਹੈਗੇ ਆ। ਸਾਡਾ ਬਹੁਤ ਬੜਾ ਪਿਆਰਾ, ਈਵਨ ਇਹ ਕਈਆਂ ਦੇ ਤਾਂ ਇਦਾਂ ਦੇ ਬਣੇ ਬਣਾਏ ਮਾਰਕੀਟ ਚੋਂ ਖਰੀਦੇ ਨੇ, ਕਈ ਵਾਰ ਅਸੀਂ ਬੱਚੇ ਆਪ ਖੁਦ ਵੀ ਦੇਸੀ ਤਰੀਕਿਆਂ ਦੇ ਨਾਲ ਵੀ ਅੱਜ ਦੇ ਜੋ ਆਧੁਨਿਕ ਯੁੱਗ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਤਾਂ ਬੇਬਲੇਟ ਆ ਗਏ ਹੋਏ ਇਹਨਾਂ ਦੀ ਜਗ੍ਹਾ 'ਤੇ। ਬੱਚੇ ਲਾਟੂ ਦੀ ਜਗ੍ਹਾ ਹੁਣ ਬੇਬਲੇਟ ਹੀ ਉਹ ਖਿੱਚ ਕੇ ਬੇਬਲੇਟ ਹੀ ਚਲਾਉਂਦੇ ਨੇ। ਹਾਂਜੀ, ਤਰੱਕੀ ਦੀ ਭੇਂਟ ਚੜ੍ਹ ਗਏ ਸਾਡੇ ਲਾਟੂ। ਕਹਿੰਦੇ ਜਿਵੇਂ ਸਮੇਂ ਦੀ ਕਾਢ ਦੇ ਅਨੁਸਾਰ ਜਿਵੇਂ ਜਿਵੇਂ ਹੈ ਨਾ ਸਮਾਂ ਚੇਂਜ ਹੁੰਦਾ ਹੈ, ਹਰ ਕੋਈ ਚੀਜ਼ ਨਵੇਂ ਤਰੀਕੇ ਨਾਲ ਆਉਂਦੀ ਹੈ ਨਾ ਜੀ। ਇਹ ਵੀ ਜ਼ਰੂਰੀ ਆ, ਤਰੱਕੀ ਤਾਂ ਸਾਡੀ ਜ਼ਰੂਰੀ ਹੈਗੀ ਆ। ਅਸੀਂ ਹੁਣ ਜੇ ਆਪਾਂ ਪਿੱਛੇ ਉਹਨਾਂ ਨਾਲ ਹੀ ਜੁੜੇ ਰਵਾਂਗੇ ਤਾਂ ਸਾਡੀ ਜ਼ਿੰਦਗੀ ਵੀ ਸਲੋ ਹੋ ਜਾਊਗੀ। ਇਹ ਵੀ ਇੱਕ ਬਹੁਤ ਜ਼ਿਆਦਾ। ਤਾਂ ਇਹ ਫਰਸ਼ੀ ਮੋੜੇ ਅਕਸਰ ਜਿਹੜੀਆਂ ਹੈਗੀਆਂ ਸੁਆਣੀਆਂ, ਉਹ ਕੰਮ ਕਾਜ ਕਰਦੇ ਹੋਏ ਫਰਸ਼ ਜਿਹੜਾ ਹੈ ਬਹੁਤ ਸਾਫ਼ ਸੁਥਰਾ, ਉਹਦੇ ਥੱਲੇ ਬੈਠ ਕੇ ਇਹਨਾਂ ਦਾ ਹਿੱਸਾ ਇਹ ਕਿ ਸਾਡੀ ਇਹ ਵੀ ਕਲਚਰ ਹੈਗਾ ਸਾਡਾ, ਹੈ ਨਾ। ਤਾਂ ਆ ਸਾਡਾ ਪਿੰਡ ਇੱਕ ਜਿੱਦਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ 50 ਜਾਂ 70 ਸਾਲ ਪਹਿਲਾਂ ਲਾ ਲਈਏ ਕੱਚੇ ਘਰ ਹੁੰਦੇ ਸੀ, ਅਤੇ ਇਹਨਾਂ ਕੱਚੇ ਘਰਾਂ ਦੇ ਵਿੱਚ ਰਿਸ਼ਤੇ ਪੱਕੇ ਹੁੰਦੇ ਸੀਗੇ ਅਤੇ ਬਹੁਤ ਸਕੂਨ ਹੁੰਦਾ ਸੀ, ਜੋ ਅੱਜ ਦੇ ਸਮੇਂ ਦੇ ਵਿੱਚ ਕਿਤੇ ਖੋ ਚੁੱਕਾ ਹੈ। ਘਰ ਕੱਚੇ ਤੇ ਮਨ ਸੱਚੇ ਹੁੰਦੇ ਸੀ, ਹੈ ਨਾ। ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਨਾ, ਇਹਨਾਂ 'ਚ ਇੱਕ ਸਕੂਨ ਸੀਗਾ, ਇੱਕ ਠੰਡਕ ਸੀਗੀ ਉਹਨਾਂ ਦੇ ਵਿੱਚ। ਸਾਨੂੰ ਕੱਚੇ ਘਰ ਜਿਹੜੇ ਹੁੰਦੇ ਸੀ ਨਾ, ਉਹ ਠੰਡੇ ਰਹਿੰਦੇ ਸੀਗੇ। ਅਸੀਂ ਜਿਵੇਂ ਅਸੀਂ ਇੱਧਰ ਮਤਲਬ ਪੱਕੇ ਘਰਾਂ ਵੱਲ ਆ ਗਏ, ਫਰਸ਼ ਸਾਡੇ ਸੰਗਮਰਮਰ ਦੇ ਲਾਗੇ, ਅਸੀਂ ਤਰੱਕੀ ਜ਼ਰੂਰ ਕੀਤੀ ਹੈ ਅਤੇ ਉਹ ਥੋੜ੍ਹਾ ਉਹਦਾ ਕੋਈ ਘਾਟੇ ਵਾਲੇ ਪਾਸੇ ਵੀ ਜਾਂਦੇ ਹੈਗੇ ਆਪਾਂ, ਹੈ ਨਾ। ਤਾਂ ਕਿਉਂਕਿ ਇੱਦਾਂ ਦੇਖੀਏ ਤਾਂ ਜਿੱਦਾਂ ਚੁੱਲ੍ਹੇ ਵੀ ਸੀਗੇ, ਹੈ ਨਾ, ਇਕੱਠੇ ਬੈਠ ਕੇ ਰੋਟੀ ਖਾਣੀ, ਅਤੇ ਚੁੱਲ੍ਹੇ ਦੀ ਅੱਗ ਦੇ ਨਾਲ ਸੇਕ ਪੈਂਦਾ ਸੀਗਾ, ਅਤੇ ਬਹੁਤ ਸਾਰੀਆਂ ਉਹਦੇ ਨਾਲ ਸਿਹਤਾਂ ਵੀ ਠੀਕ ਰਹਿੰਦੀਆਂ ਸੀ, ਹੈ ਨਾ। ਅੱਧੇ ਕਿਉਂਕਿ ਕਿਤੇ ਨਾ ਕਿਤੇ ਆਪਣੀ ਸਿਹਤ ਵੀ ਕਿਸੇ ਚੀਜ਼ ਦੇ ਨਾਲ ਜੁੜੀ ਹੋਈ ਹੁੰਦੀ ਹੈ ਨਾ ਜੀ। ਪਰਿਵਾਰਕ ਸਾਂਝ ਬਣਦੀ ਸੀਗੀ ਉਹਦੇ ਨਾਲ। ਚੁੱਲ੍ਹਾ ਜਿਹੜਾ ਇੱਕ ਵਾਰੀ ਬਣ ਗਿਆ ਹੈਗਾ, ਬਲ ਗਿਆ, ਤਾਂ ਉਦੋਂ ਸਾਰਾ ਪਰਿਵਾਰ ਨੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕ ਲੈਂਦੇ ਸੀਗੇ ਸਾਰੇ ਜਾਣੇ। ਤਾਂ ਹੁਣ ਇੱਕ ਪਰਿਵਾਰ ਦੇ ਲਈ ਚਲੋ 2 ਫੁਲਕੇ ਮੈਂ ਉਹਦੇ ਲੈ ਲਏ, ਉਹਦੇ ਲੈ ਲਾ ਲਏ, ਇਹ ਹੋ ਜਾਂਦਾ ਹੈਗਾ। ਤਾਂ ਉਹੀ ਗੱਲ ਆ, ਜਿਵੇਂ ਅਸੀਂ ਤਰੱਕੀ ਵੀ ਕੀਤੀ ਹੈ ਅਤੇ ਨਾਲ ਸਾਨੂੰ ਇਹਨਾਂ ਚੀਜ਼ਾਂ ਦੇ ਘਾਟਾਂ ਵੀ ਮਹਿਸੂਸ ਹੁੰਦੀਆਂ ਹੈਗੀਆਂ। ਹਾਂਜੀ। ਤਾਂ ਇਹ ਇੱਕ ਆ ਵੀ ਚੀਜ਼ ਹੈ ਜਿਹੜੀ, ਇਹ ਵੀ ਮੈਨੂੰ ਉੱਥੋਂ ਤੋਂ ਗਿੱਦੜਬਾਹੇ ਤੋਂ ਹਾਕਮ ਸੂਫੀ ਜੀ ਜਿਹੜੇ ਸਿੰਗਰ ਹੈ, ਉਹ ਤੁਹਾਨੂੰ ਮੈਂ ਦੱਸਿਆ ਹੈਗਾ, ਉਹ ਡਰਾਇੰਗ ਟੀਚਰ ਹੈਗੇ ਸੀਗੇ। ਤਾਂ ਉਹ ਡਰਾਇੰਗ ਟੀਚਰ ਉਹ ਹੁੰਦਿਆਂ ਹੋਇਆਂ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਸ਼ੌਂਕ ਹੈਗੇ ਸੀਗੇ। ਤਾਂ ਆਹ ਵੀ ਉਹਨਾਂ ਕੋਲੋਂ ਮੈਨੂੰ ਪ੍ਰਾਪਤ ਹੋਈ ਹੈਗੀ ਆ। ਇੱਕ ਜਗਵਿੰਦਰ ਨਾਮ ਦਾ ਮੇਰਾ ਸਟੂਡੈਂਟ ਸੀਗਾ, ਉਹਨੇ ਮੈਨੂੰ ਆਹ ਚੀਜ਼ਾਂ ਲਿਆ ਕੇ ਦਿੱਤੀਆਂ ਸੀ, ਪ੍ਰਦਰਸ਼ਨੀ ਲਗਾਈ ਸੀ। ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਮੈਨੂੰ ਇਹ ਗਿਫਟ ਕਰ ਦਿੱਤੇ ਸੀਗੇ ਪੀਸ ਵੀ ਜਿਹੜੇ ਹੈਗੇ। ਅਤੇ ਇਹ ਕੁਦਰਤੀ ਦੀ ਕਲਾਕਾਰੀ, ਕੁਦਰਤ ਦੀ ਕਲਾਕਾਰੀ ਆ। ਉਹਨੂੰ ਉਹਨਾਂ ਨੇ ਰੇਗਮਰ ਲਗਾ ਕੇ ਸਫਾਈ ਕਰਕੇ ਉਸ ਤੋਂ ਬਾਅਦ ਇਹਨੂੰ ਪੋਲਿਸ਼ ਦੇ ਕੇ ਉਹਨੂੰ ਇੱਕ ਆਹ ਰੂਪ ਦੇ ਦਿੱਤਾ ਉਹਨਾਂ ਨੇ। ਤਾਂ ਇਹ ਇੱਕ ਕੁਦਰਤ ਦੀ ਕਲਾਕਾਰੀ ਹੈ। ਦੇਖੋ ਇਹਦੇ ਵਿੱਚ ਇੱਕ ਰਿਦਮ ਹੈ ਵੀ ਇੱਕ, ਤੁਸੀਂ ਨੋਟ ਕਰੋ ਉਹਦੇ ਵਿੱਚ ਕਿਵੇਂ ਆਹ ਸ਼ੇਪ ਨੂੰ ਜੇ ਕਲਾਕਾਰੀ ਬਣਾਈ ਹੋ, ਤਾਂ ਸਾਡੇ ਲਈ ਇਹ ਕੁਦਰਤ ਦੀ ਕਲਾਕਾਰੀ ਹੈ, ਜਿਹਨੂੰ ਅਸੀਂ ਥੋੜ੍ਹਾ ਜਿਹਾ ਸੰਭਾਲਿਆ ਹੋਇਆ ਹੈ ਬਸ। ਦੇਖਿਆ ਜਾਵੇ ਤਾਂ ਬਹੁਤ ਖੂਬਸੂਰਤ ਤਰੀਕੇ ਨਾਲ ਤਰਾਸ਼ਿਆ ਹੋਇਆ ਇਸ ਨੂੰ, ਜੇ ਜਿੱਦਾਂ ਹੀ ਕੁਦਰਤ ਵੱਲੋਂ ਸਾਜਿਆ ਨਵਾਜਿਆ ਗਿਆ, ਉਸ ਦੀ ਬਸ ਛੇੜਖਾਨੀ ਨਹੀਂ ਕੀਤੀ ਗਈ, ਉਸ ਨੂੰ ਉਵੇਂ ਹੀ ਪੋਲਿਸ਼ ਕੀਤਾ ਗਿਆ, ਅਤੇ ਜੋ ਬਣਦੀ ਹੋਈ ਚਿੱਤਰਕਾਰੀ ਹੈ ਜੋ ਕੁਦਰਤ ਵੱਲੋਂ ਬਸ ਉਸ ਨੂੰ ਨਿਖਾਰਿਆ ਗਿਆ। ਤੇ ਵਿੱਚ ਦੇਖੋ ਤੁਸੀਂ ਜਿਵੇਂ ਦੇਖਦੇ ਜਾਓਗੇ ਕਿਤੇ ਨਾ ਕਿਤੇ ਤੁਹਾਨੂੰ ਇਹਦੇ ਵਿੱਚ ਆ ਕੇ ਦੇਖੋ ਬਲਦ ਦਾ ਮੂੰਹ ਜਾਂ ਤੁਹਾਨੂੰ ਨਜ਼ਰ ਆਈ ਜਾਊਗਾ। ਇੱਥੇ ਦੇਖੋ ਲੱਗਦਾ, ਹਾਂ, ਸ਼ੰਖ ਦੀ ਸ਼ੇਪ ਹੋ ਗਈ ਆ ਇੱਥੇ, ਕਿ ਜੇ ਤੁਹਾਨੂੰ ਆਹ ਹਾਲ ਆ ਐਂ ਲੱਗਦਾ ਜਿਵੇਂ ਕੋਈ ਉਹ ਚਿੜੀ ਦਾ ਚੁੰਝ ਮੂੰਹ ਬਣਿਆ ਹੋਇਆ ਹੁੰਦਾ। ਇਹਨੂੰ ਜਿੰਨੇ ਵਾਰ ਤੁਸੀਂ ਦੇਖੋਗੇ, ਹਰ ਵਾਰ ਤੁਹਾਨੂੰ ਇੱਕ ਨਵੀਂ ਆਕਿਰਤੀ ਜਿਹੜੀ ਇਹਦੇ ਵਿੱਚ ਤੁਹਾਨੂੰ ਝਲਕ ਪੈਂਦੀ ਰਹੂਗੀ ਉਹਦੇ ਵਿੱਚ। ਇਹ ਸਾਡੀ ਕੁਦਰਤ ਦੇ ਵਧੀਆ ਕਲਾਕਾਰੀਆਂ ਜਿਹੜੀਆਂ ਹੈਗੀਆਂ। ਤਾਂ ਬਲਹਾਰੀ ਕੁਦਰਤ ਵਸਿਆ ਅੰਤ ਨਾ ਜਾਈ ਲਖਿਆ, ਬਹੁਤ ਸਹੀ ਗੱਲ ਹੈ ਜੀ, ਕਿਉਂਕਿ ਕੁਦਰਤ ਕਿੱਥੇ ਕਿੱਥੇ ਕਿਵੇਂ ਵਸੀ ਹੈ, ਇਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਜਿੱਦਾਂ ਸਰਤਾਜ ਜੀ ਨੇ ਵੀ ਕਿਹਾ ਹੈਗਾ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਲੱਖਾਂ ਕੁਝ ਬਣ ਗਿਆ ਚਾਹੇ, ਫਿਰ ਵੀ ਕੁਦਰਤ ਤੋਂ ਪਾਰ ਨਹੀਂ ਬਣਿਆ, ਹੈ ਨਾ। ਕਿ ਕੁਦਰਤ ਤੋਂ ਕਦੇ ਪਾਰ ਨਹੀਂ ਜਾਇਆ ਜਾ ਸਕਦਾ, ਕਿਉਂਕਿ ਸਾਰੀ ਦੇਣ ਹੀ ਉਸਦੀ, ਉਹ ਵੀ ਬੰਦੇ ਦੇ ਵਿੱਚ ਦੀ ਹੋ ਕੇ ਵਿਚਰ ਰਹੀ ਹੈ। ਬਿਲਕੁਲ ਇਹ ਗੱਲ ਸਹੀ ਹੈ ਜੀ। ਤਾਂ ਕੁਦਰਤ ਦੇ ਉੱਪਰ ਕੋਈ ਕਲਾਕਾਰ ਹੈ ਨਹੀਂ ਗਾ ਜੀ। ਬਿਲਕੁਲ ਹਾਂਜੀ। ਸੋ ਆਓ ਆਪਾਂ ਅੱਗੇ ਵਧਦੇ ਹਾਂ। ਜੋ ਇਹਨਾਂ ਨੇ ਪੁਰਾਤਨ ਬਰਤਨ ਸਾਂਭ ਕੇ ਰੱਖੇ ਹੋਏ ਨੇ ਜਾਂ ਹੋਰ ਵਿਰਾਸਤੀ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ, ਉਹਨਾਂ ਨੂੰ ਦੇਖਦੇ ਹਾਂ ਜੀ। ਹਾਂਜੀ ਕੌਮ ਸਾਹਿਬ, ਸੋ ਦੇਖ ਰਹੇ ਕਿ ਤੁਹਾਡਾ ਜੋ ਵਿਰਾਸਤੀ ਸਾਂਭਿਆ ਪਿਆ ਬਹੁਤ ਸਮਾਨ, ਸੋ ਸਾਨੂੰ ਜਾਣਕਾਰੀ ਦਿਓ ਕਿ ਕੀ ਤੁਸੀਂ ਇਸ ਵਿਰਸੇ ਨਾਲ ਜੁੜੀ ਹੋਈ ਚੀਜ਼ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਅਤੇ ਜੋ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਵੀ ਨਹੀਂ ਮਿਲਦੀਆਂ ਪਈਆਂ। ਬਹੁਤ ਸਮਾਨ ਸਾਰਾ ਹੈਗਾ, ਕਾਫੀ ਸਾਰਾ ਸਮਾਨ ਹੈਗਾ। ਹੁਣ ਤਾਂ ਮੈਂ ਸੌਂਦੀ ਉਹਦੀ ਕਲੈਕਸ਼ਨ ਵੀ ਲਗਭਗ ਵਾਂਗੂ ਬੰਦ ਹੀ ਕਰ ਦਿੱਤੀ ਹੈਗੀ ਆ। ਤਾਂ ਆਹ ਲੌਕ ਹੈ ਜੀ ਮੇਰੇ ਕੋਲ 2 ਚਾਬੀਆਂ ਵਾਲਾ। ਵਾਹ, ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤ
ਮਿਲਣਾ ਮੁਸ਼ਕਿਲ ਹੈ ਜੀ ਇਹ। ਇਹਦੇ ਇੱਥੋਂ ਇਹਨੂੰ ਓਪਨ ਹੋ ਗਿਆ, ਦੇਖੋ ਲੌਕ। ਇਹਦੇ ਇੱਕ ਇੱਧਰ ਚਾਬੀ ਆਹ ਵਾਲੀ ਲੱਗੀ ਹੋਈ ਹੈ, ਇੱਕ ਆਹ ਚਾਬੀ ਹੈ, 2 ਚਾਬੀਆਂ। ਦੋ ਚਾਬੀਆਂ ਤੋਂ ਬਿਨਾਂ ਲੌਕ ਨਹੀਂ ਖੁੱਲੂਗਾ। ਜਿੱਦਾਂ ਕਿ ਸ਼ਾਇਦ ਇਹ ਇਸ ਤਰ੍ਹਾਂ ਦੇ ਲੋਕ ਜੇਲ੍ਹਾਂ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ, ਜਾਂ ਫਿਰ ਕੋਈ ਐਸੀ ਜਗ੍ਹਾ ਜਿੱਥੇ ਕਿ ਖਜ਼ਾਨਾ ਹੋਵੇ ਜਾਂ ਨਹੀਂ, ਉਹ ਤਾਂ ਬਹੁਤ ਵੱਡੇ ਵੱਡੇ ਹੁੰਦੇ ਸੀਗੇ, ਪਰ ਆਹ ਤਾਂ ਆਮ ਘਰਾਂ ਦੇ ਵਿੱਚ ਲੱਗਣ ਵਾਲੇ ਹੀ ਸੀਗੇ। ਪਰ ਇਹਦੀ ਇੱਕ ਹੋਰ ਖੂਬਸੂਰਤੀ ਇਹੀ ਆ ਕਿ ਹੁਣ ਦੇ ਲੌਕ ਜਿਹੜੇ ਹੈਗੇ ਆ ਉਹ ਮਸ਼ੀਨੀ ਆ। ਸਹੀ ਹੈ। ਤਾਂ ਜਿਹੜੇ ਇਹ ਹੈਗੇ ਆ ਹੱਥ ਨਾਲ, ਆਹ ਰਿਵਟਾਂ ਵੀ ਹੱਥ ਨਾਲ ਝੰਡੀਆਂ ਹੋਈਆਂ ਵੀਆਂ, ਹੱਥ ਦਾ ਟੋਟਲੀ ਇੱਕ ਕਾਰੀਗਰ, ਲੋਹਾਰ ਕਾਰੀਗਰ ਭਰਾਵਾਂ ਦੀ ਇੱਕ ਮਿਸਾਲ ਹੈ ਇੱਕ, ਕਿ ਸਾਡੇ ਪੰਜਾਬ ਦੇ ਲੋਕ ਕਿੰਨੇ ਕਿਰਤੀ ਅਤੇ ਦਿਮਾਗੀ ਸੀਗੇ। ਇਹ ਇਹਨਾਂ ਚੀਜ਼ਾਂ ਦੀ ਮਿਸਾਲ ਆ। ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਪ੍ਰਾਊਡ ਹੋਣਾ ਚਾਹੀਦਾ, ਸਾਡੀ ਹੋਣ ਵਾਲੀ ਨਵੀਂ ਜਿਹੜੀ ਪੀੜ੍ਹੀ ਆ ਉਹਨਾਂ ਨੂੰ, ਵੀ ਕਿ ਸਾਡੇ ਬਜ਼ੁਰਗ ਜਿਹੜੇ ਬੇਸ਼ੱਕ ਉਹ ਪੜ੍ਹੇ ਤਾਂ 8-8 10-10 ਕਲਾਸਾਂ ਹੋਣਗੇ, ਸ਼ਾਇਦ 4 ਵੀ ਪੜ੍ਹੇ ਹੋਣਗੇ, ਪਰ ਉਹ ਟੌਪ ਦੇ ਲੋਹਾਰ ਮੰਨੇ ਜਾਂਦੇ ਸੀਗੇ। ਉਹ ਟੈਕਨੀਕ ਪੱਖੋਂ ਬਹੁਤ ਜ਼ਿਆਦਾ ਅੱਗੇ ਸੀਗੇ ਸਾਡੇ। ਸੋ ਇਹਨਾਂ ਚੀਜ਼ਾਂ ਦਾ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ। ਪੜ੍ਹਾਈਆਂ ਹੁਣ ਉਹਨਾਂ ਨੇ ਸਾਨੂੰ ਇੱਥੋਂ ਤੱਕ, ਕਾਲਜਾਂ ਤੱਕ ਸਾਨੂੰ ਪੜ੍ਹਾਇਆ ਹੈਗਾ, ਉਹਨਾਂ ਨੇ ਆਪਦੀਆਂ ਇਹਨਾਂ ਦੀ ਕਿਰਤ ਕਮਾਈਆਂ 'ਚ ਸਾਨੂੰ ਇੱਥੋਂ ਤੱਕ ਪੰਜਾਬ ਨੂੰ ਅੱਗੇ ਤੱਕ ਲੈ ਕੇ ਗਏ ਆ। ਬਿਲਕੁਲ, ਜੇ ਪੁਰਾਣੇ ਬਜ਼ੁਰਗਾਂ ਨੇ ਮਿਹਨਤ ਨਾ ਕੀਤੀ ਹੁੰਦੀ, ਸ਼ਾਇਦ ਹੁਣ ਤੱਕ ਪਤਾ ਨਹੀਂ ਪੰਜਾਬ ਕਿਸ ਹਾਲਾਤਾਂ ਵਿੱਚ ਹੁੰਦਾ। ਬਿਲਕੁਲ। ਹਾਂ, ਇੱਕ ਸ਼ਾਇਦ ਇਹਨੂੰ ਜਿਊਲਰੀ ਬਾਕਸ ਹੋ ਸਕਦਾ, ਜਾਂ ਇਹ ਪਾਨ ਦਾ ਬਾਕਸ ਵੀ ਹੋ ਸਕਦਾ ਕੁਛ। ਹਾਂ, ਇਹ ਵੀ ਇੱਕ ਮੈਨੂੰ ਇੱਦਾਂ ਦੀ ਚੀਜ਼ ਮਿਲੀ ਹੈਗੀ ਆ। ਇਹਦੇ ਵਿੱਚ ਵੈਲਵਟ ਲੱਗੀ ਹੋਈ ਵੀ ਸੀਗੀ, ਜਿਹਨੂੰ ਮੈਂ ਨਹੀਂ ਕੀਤਾ ਹੈਗਾ, ਵੀ ਮਤਲਬ ਇੱਦਾਂ ਨਹੀਂ ਹੈ ਵੀ ਕਿ ਮੈਂ ਹੋਰ ਲਾ ਦਿਆਂ ਇਹਨੂੰ, ਪੁਰਾਣੀ ਹੀ ਉਵੇਂ ਹੀ ਦਿੱਖ ਰੱਖੀ ਹੈਗੀ ਇਹਦੇ ਵਿੱਚ। ਇਹਦੇ ਵਿੱਚ ਤਾਂਬੇ ਦਾ ਅਤੇ ਪਿੱਤਲ ਦਾ ਜਿਹੜਾ ਹੈਗਾ ਉਹ ਦੋਨਾਂ ਦਾ ਕੰਮ ਹੋਇਆ ਹੋਇਆ ਵਾ। ਸ਼ਾਇਦ ਇਹ ਇੱਕ ਪਰਸ ਦਾ ਰੂਪ ਵੀ ਹੋਊਗਾ। ਇੱਧਰਲੇ ਪਾਸੇ ਕੁੰਡਾ ਲੱਗਿਆ, ਟੁੱਟਿਆ ਹੋਇਆ ਵਾ। ਇਹ ਕੁਛ ਵੀ ਇੱਦਾਂ ਦੀ ਚੀਜ਼ ਹੈ। ਇਹ ਬੜੀ ਵਧੀਆ ਲੱਗੀ ਮੈਨੂੰ ਵੀ, ਹਾਂਜੀ ਮੈਨੂੰ ਪਸੰਦ ਹੈ ਜੀ। ਚੰਦੇ ਠਾਕਣ ਵਾਲਿਆਂ ਦੇ ਆਹ ਸੀਗੇ ਹੁੰਦੇ, ਇਹ ਬਲੌਕ ਅੱਜ ਦੀ ਡੇਟ 'ਚ ਬਲੌਕ ਪੇਂਟਿੰਗ ਹੋ ਜਾਂਦੀ ਹੈਗੀ ਆ, ਹੈ ਨਾ। ਕਹਿੰਦੇ ਸੀ ਚੰਦੇ ਜਿਹੜੀਆਂ ਚਾਦਰਾਂ ਦੇ ਉੱਤੇ ਡਿਜ਼ਾਈਨ ਬਣਾਏ ਜਾਂਦੇ ਸੀ, ਉਸ ਤੋਂ ਬਾਅਦ ਕਢਾਈ ਕਰਦੀਆਂ ਸੀਗੀਆਂ ਸਾਡੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਹੈਗੀਆਂ ਸੀ। ਇਹ ਉਹ ਚੀਜ਼ਾਂ ਹੈਗੀਆਂ। ਸੋ ਸਮਾਨ ਬੜਾ ਸਾਰਾ ਮੇਰੇ ਕੋਲ ਇੱਦਾਂ ਦਾ ਪਿਆ ਹੋਇਆ ਵਾ ਜਿਹੜਾ ਕਿ ਮੈਂ ਹਾਂਜੀ ਕੋਮਲ ਸਾਹਿਬ, ਸੋ ਸਾਨੂੰ ਅੱਗੇ ਦੱਸੋ ਕਿ ਇਹ ਕੀ ਚੀਜ਼ ਹੈ, ਕਿਸ ਲਈ ਵਰਤੀ ਜਾਂਦੀ ਹੈ? ਇਹ ਇੱਕ ਸਾਡੀ, ਇਹ ਵੀ ਇੱਕ ਨਮੂਨਾ ਜਿਹੜਾ ਸਾਡੀ ਕਾਰੀਗਰੀ ਦਾ ਬਹੁਤ ਉੱਤਮ ਨਮੂਨਾ ਮੈਂ ਕਹਿ ਸਕਦਾ ਹੈਗਾ ਇਹਨੂੰ। ਇਹ ਇੱਕ ਐਂ ਦੇਖਣ ਨੂੰ ਤਾਂ ਲੱਗਦਾ ਜਿਵੇਂ ਝੂਮਰ ਬਣਿਆ ਹੋਇਆ ਹੁੰਦਾ, ਘਰ ਦੇ ਵਿੱਚ ਲੱਗਿਆ ਹੋਇਆ ਹੈ ਨਾ, ਇੱਦਾਂ ਹੀ ਦੇਖਣ ਨੂੰ ਲੱਗਦਾ। ਪਰ ਇਹਦੇ ਸਾਰੇ ਪਾਸੇ ਇੱਕ ਕੁੰਡੀਆਂ ਲੱਗੀਆਂ ਹੋਈਆਂ। ਇਹ ਸਵਾਲ ਪੁੱਛਦੀਆਂ ਹੈਗੀਆਂ ਵੀ, ਇਹਨਾਂ ਤੋਂ ਸਵਾਲ ਉੱਠਦਾ ਵੀ ਕਿ ਇਹ ਕਾਹਦੇ ਲਈ ਹੋਈਆਂ ਹੋਣੀਆਂ, ਹੈ ਨਾ। ਤਾਂ ਆਪਣੇ ਪਹਿਲਾਂ ਖੂਹ ਹੁੰਦੇ ਸੀਗੇ, ਖੂਹ ਦੇ ਵਿੱਚ ਡੋਲ ਦੇ ਰਾਹੀਂ ਪਾਣੀ ਕੱਢਣ ਦਾ ਇੱਕ ਵਸੀਲਾ ਹੈਗਾ ਸੀ ਆਪਣਾ। ਤਾਂ ਉਹ ਡੋਲ ਜਿਹੜੇ ਹੈਗੇ ਸੀਗੇ, ਅਕਸਰ ਲੱਜ ਕਿਸੇ ਨਾ ਕਿਸੇ ਸਮੇਂ ਹਿਸਾਬ ਨਾਲ ਰੱਸਾ ਟੁੱਟ ਜਾਂਦਾ ਸੀਗਾ, ਤਾਂ ਉਹਦੇ ਵਿੱਚ ਡਿੱਗ ਪੈਂਦੇ ਸੀ ਡੋਲ। ਤਾਂ ਉਦੋਂ ਹੋਰ ਡੋਲ ਲਿਆਂਦਾ ਜਾਂਦਾ ਸੀਗਾ। ਤਾਂ ਇਹ ਡੋਲ ਜਿਹੜੇ ਹੈਗੇ ਅਕਸਰ ਵਿੱਚ ਡਿੱਗ ਪੈਂਦੇ ਸੀਗੇ। ਉਹਨਾਂ ਨੂੰ ਕਈ ਵਾਰ ਕੱਢਣ ਦੀ ਇੱਕ ਇਹਨਾਂ ਨੇ ਬਹੁਤ ਵਧੀਆ ਟੈਕਨੀਕ ਜਿਹੜੀ ਸਾਡੇ ਕਾਰੀਗਰਾਂ ਨੇ ਲੱਭੀ ਹੈਗੀ ਆ। ਤਾਂ ਇਹਨੂੰ ਫਿਰ ਰੱਸੇ ਦੇ ਰਾਹੀਂ ਇੱਥੋਂ ਬੰਨ੍ਹ ਕੇ ਇਹਨੂੰ ਵਿੱਚ ਸੁੱਟਿਆ ਜਾਂਦਾ ਸੀ ਖੂਹ 'ਚ। ਤਾਂ ਉਹਨੂੰ ਖਿਲਾ ਕੇ ਸਾਰੇ ਪਾਸੇ ਤੋਂ ਇਹਨੂੰ ਕੋਈ ਨਾ ਕੋਈ ਜਿਹੜਾ ਡੋਲ ਇਹਦੇ ਵਿੱਚ ਫਸ ਜਾਂਦਾ ਸੀਗਾ। ਤਾਂ ਹੁਣ ਉਹਦੇ ਵਿੱਚ ਉਤਰਨਾ ਤਾਂ ਖੂਹ 'ਚ ਬਹੁਤ ਔਖਾ ਸੀਗਾ। ਤਾਂ ਇਹ ਇੱਕ ਉਹ ਬਹੁਤ ਵਧੀਆ ਚੀਜ਼ ਹੈਗੀ ਸੀਗੀ, ਜਿਹਦੇ ਨਾਲ ਇਹ ਡੋਲ ਨੂੰ ਬਾਹਰ ਕੱਢ ਲਏ ਜਾਂਦੇ ਸੀ। ਦੇਖੋ, ਜੇ ਕੋਈ ਇੱਕ ਵਿਗੜ ਪੈਂਦਾ ਕਿਸੇ ਚੀਜ਼ ਦੇ ਵਿੱਚ, ਤਾਂ ਉਸਨੂੰ ਸਹੀ ਕਰਨ ਦੇ ਲਈ ਕੋਈ ਨਾ ਕੋਈ ਚੀਜ਼ ਆਪਣੇ ਕੱਢ ਲਈ ਜਾਂਦੀ ਹੈ। ਸੋ ਸਮੇਂ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਹੈ ਨਾ, ਕਿਸ ਤਰੀਕੇ ਨਾਲ ਨਿਕਲਦੇ ਹੋਣਗੇ। ਬਹੁਤ ਪੁਰਾਣਾ ਡੋਲ ਆ, ਦੇਖੋ ਤੁਸੀਂ ਕਿੰਨਾ ਪੁਰਾਣਾ, ਖਸਤਾ ਹਾਲਤ 'ਚ, ਹੱਥ ਦੀ ਬਣੀਆਂ ਹੋਈਆਂ ਚੀਜ਼ਾਂ ਇਹ ਸਾਰੀਆਂ। ਤਾਂ ਉਹ ਇੱਥੇ ਕਿਤੇ ਵੀ ਐਂ ਫਸ ਕੇ ਇਹਨੂੰ ਬਾਹਰ ਕੱਢ ਲਿੱਤਾ ਜਾਂਦਾ ਸੀਗਾ। ਇਹ ਇੱਕ ਬਹੁਤ ਵਧੀਆ ਚੀਜ਼ ਹੈਗੀ ਆ। ਇਹਦੀਆਂ ਰਿਵਟਾਂ ਦੇਖੋ ਕਿੰਨੀਆਂ ਸ਼ਾਨਦਾਰ ਝੰਡੀਆਂ ਹੋਈਆਂ ਵੀਆਂ। ਇਹ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਜਿਹੜੀਆਂ ਸਾਡੀਆਂ। ਸੋ ਮੈਂ ਬੜਾ ਕਾਇਲ ਹਾਂ ਆਪਣੇ ਕਾਰੀਗਰ ਬੰਦਿਆਂ ਦਾ, ਜਿਹੜੇ ਬੰਦੇ ਇੱਥੋਂ ਤੱਕ ਸਾਨੂੰ ਇੰਨੀਆਂ ਵੱਡੀਆਂ ਵਧੀਆ ਚੀਜ਼ਾਂ ਜਿਹੜੀਆਂ ਸਾਨੂੰ ਉਹਨਾਂ ਨੇ ਪ੍ਰਦਾਨ ਕੀਤੀਆਂ ਹੈਗੀਆਂ, ਹੈ ਨਾ। ਬੜਾ ਵਧੀਆ ਜੀ, ਕਿਉਂਕਿ ਜੋ ਵਿਰਾਸਤ ਪੰਜਾਬ ਦੇ ਹੱਥ ਆਈ ਆ, ਉਹ ਸ਼ਾਇਦ ਕਿਸੇ ਵੀ ਹੋਰ ਦੇਸ਼ ਜਾਂ ਕਿਸੇ ਸਟੇਟ ਦੇ ਹੱਥ ਨਹੀਂ ਆ ਸਕੀ ਹੁਣ ਤੱਕ ਜੀ। ਦੇਖ ਰਹੇ ਹੋ ਨੇ, ਸ਼ਾਇਦ ਇੱਕ ਮਿਸਾਲ ਹੈਗੀ ਆ। ਆਹ ਦੇਖੋ ਏਡੀ ਵੱਡੀਆਂ, ਦੇਖਣ ਨੂੰ ਤਾਂ ਐਂ ਲੱਗਦਾ ਹੈ ਵੀ ਸ਼ਾਇਦ ਇਹ ਬੂਟਿਆਂ ਨੂੰ ਪਾਣੀ ਪਾਉਣ ਵਾਲਾ ਸ਼ਾਇਦ, ਹੈ ਨਾ, ਦੇਖਣ ਦੀ, ਹੈ ਨਾ। ਪਰ ਮੈਨੂੰ ਵੀ ਇਹੀ ਲੱਗਾ ਸੀਗਾ ਜੋ ਸ਼ੁਰੂ ਵਿੱਚ ਮੈਂ ਕਿਹਾ ਕਿ ਇਹ ਤਾਂ ਆਪਾਂ ਆਮ ਹੀ ਦੇਖਿਆ ਹੈ। ਪਰ ਨਹੀਂ, ਇਹਨੂੰ ਕੀ ਕਰਦੇ ਹੈਗੇ ਆ, ਇਹਨੂੰ ਇੱਥੋਂ ਐਂ ਕੰਧ ਨਾਲ ਟੰਗ ਦਿੱਤਾ ਜਾਂਦਾ। ਆਹ ਸਾਰਾ ਤੇਲ ਦੇ ਨਾਲ ਭਰ ਕੇ, ਤਾਂ ਇਹਦੇ ਵਿੱਚ ਇੱਕ ਆਹ ਜਿਹੜਾ ਏਡੀ ਵੱਡੀ ਬੱਤੀ ਆ ਇਹ ਲਗਾਈ ਗਈ ਹੈ ਜਿਹੜੀ। ਇਹ ਬੱਤੀ ਅੱਗੇ ਪਿੱਛੇ ਹੋ ਜਾਂਦੀ ਸੀਗੀ। ਆ ਵੇਖੋ ਘੱਟ ਵੱਧ ਕਰ ਲਿੱਤੀ ਜਾਂਦੀ ਸੀਗੀ, ਉਹਦੀ ਲਾਟ ਕਰਨੀ ਹੋਵੇ ਤਾਂ ਇਹ ਇੱਕ
ਵੱਖਰੀ ਜਿਹੀ ਚੀਜ਼ ਮੈਨੂੰ ਵੀ ਬੜੀ ਵਧੀਆ ਲੱਗੀ ਇਹ ਵਾਲੀ। ਤਾਂ ਇਹ ਜਿਹੜੀਆਂ ਸਾਡੀ ਗੁਫਾਵਾਂ ਦੇ ਵਿੱਚ ਜਿਹੜੇ ਹੈਗੇ ਸੀਗੇ ਹਨੇਰੇ ਦੇ ਵਿੱਚ, ਇਹ ਬਹੁਤ ਵੱਡਾ ਕੰਮ ਕਰਦੇ ਸੀ ਸਾਡੇ। ਜਦੋਂ ਤੁਸੀਂ ਚੱਕੇ ਮਿਲਣ ਲੱਗੇ ਸ਼ਾਇਦ ਤੁਸੀਂ ਬੂਟਿਆਂ ਨੂੰ ਪਾਣੀ ਪਾਉਣ ਚੱਲੇ ਹੋ ਕਿਤੇ। ਨਹੀਂ, ਬੂਟਿਆਂ ਨੂੰ ਪਾਣੀ ਪਾਉਣ ਵਾਲੇ ਵੀ ਹੈਗੇ ਆ ਮੇਰੇ ਕੋਲੇ, 1940 ਦੇ ਪਏ ਹੈਗੇ ਆ, ਬਹੁਤ ਵਧੀਆ ਦੇ ਮਤਲਬ ਉਹ ਜੰਗਾਲ ਨਹੀਂ ਪੈਂਦਾ ਸਾਡੀ ਕਾਰੀਗਰੀ 'ਚ, ਮਟੀਰੀਅਲ ਚੰਗਾ ਸੀਗਾ ਸਾਰਾ ਕੁਝ। ਹੁਣ ਤਾਂ ਬਦਲਾ ਆ ਗਿਆ। ਆਹ ਦਿਖਾ ਦੇਣਾ, ਇਹ ਇੱਕ ਕੜੱਕਾ ਹੈਗਾ, ਇਹਨੂੰ ਮੈਂ ਅਕਸਰ ਬੰਦ ਕਰਕੇ ਰੱਖਦਾ ਹੈਗਾ ਜੀ। ਇਹ ਬਹੁਤ ਵੱਡਾ ਇੱਕ ਕੜੱਕਾ ਹੈ। ਜਦੋਂ ਸ਼ਿਕਾਰੀ ਜਿਹੜੇ ਹੈਗੇ ਸੀ ਇਹ ਕਿਸੇ ਜਾਨਵਰ ਨੂੰ ਫੜਦੇ ਸੀਗੇ ਤਾਂ ਉਹ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸੀ ਉੱਥੇ ਲਾ ਦਿੰਦੇ ਸੀ, ਗੱਡ ਦਿੰਦੇ ਸੀ ਕਿਸੇ ਜਗ੍ਹਾ ਦੇ ਉੱਤੇ, ਤਾਂ ਆਪ ਦੂਰ ਚਲੇ ਜਾਂਦੇ ਸੀ। ਜਾਨਵਰ ਅਕਸਰ ਚਰਦੇ ਵਿੱਚ ਘਾਹ ਦੇ ਵਿੱਚ ਕਿਤੇ ਪੈਰ ਇਹਦੇ ਵਿੱਚ ਪੈ ਗਿਆ ਤਾਂ ਉਹਨਾਂ ਦੀ ਲੱਤ ਨੂੰ ਬਹੁਤ ਜ਼ੋਰ ਦੀ ਕੜੱਕਾ ਵੱਜਦਾ ਸੀ, ਤਾਂ ਜਾਨਵਰ ਕੋਈ ਵੀ ਹੋਵੇ ਭੱਜ ਨਹੀਂ ਸਕਦਾ ਸੀਗਾ ਫਿਰ। ਤਾਂ ਇਹ ਚੀਜ਼ਾਂ ਨੂੰ ਅਕਸਰ ਮੈਂ ਅਸੀਂ ਬੰਦ ਕਰਕੇ ਰੱਖਦਾ ਤਾਂ ਕਿ ਖਤਰਨਾਕ ਆ, ਸਾਡੇ ਆਪ ਦੇ ਗਲਤੀ ਨਾਲ ਵੀ ਸਾਡੇ ਕਿਸੇ ਬੱਚੇ ਨੇ ਵੀ ਪਾ ਲਿਆ ਤਾਂ ਫਿਰ ਉਹ ਔਖਾ ਹੋ ਜਾਂਦਾ। ਸੋ ਹੈ ਸਾਡੀਆਂ ਕਾਰੀਗਰੀਆਂ ਜਿਹੜੀਆਂ ਹੈਗੀਆਂ, ਸਾਡੇ ਵਿਰਾਸਤ ਹੈ ਜਿਹੜੀ ਸਾਡੀ, ਇਹਨਾਂ ਚੀਜ਼ਾਂ ਨੂੰ ਬਸ ਸੰਭਾਲੀ ਜਾਂਦੀ ਜੀ ਬਸ। ਹੋਰ ਸਮਾਨ ਮੇਰੇ ਕੋਲ ਬੜਾ ਸਾਰਾ ਹੈਗਾ ਜੀ। ਆ ਹੁਣ ਪ੍ਰੈਸਾਂ ਪਈਆਂ ਹੋਈਆਂ। ਜਿਸ ਸਮੇਂ ਕੋਲਾਂ ਇਸ ਦੇ ਵਿੱਚ ਪਾ ਕੇ ਇਸ ਨੂੰ ਪ੍ਰੈਸ ਕੀਤਾ ਜਾਂਦਾ ਸੀ, ਹੈ ਨਾ, ਕੋਲੇ ਵਾਲੀਆਂ ਮਧਾਣੀ ਜਿਹੜੇ ਕਿ ਮਿੱਟੀ, ਗਾਚੀ ਤੇ ਗੱਤੇ ਨੂੰ ਵਿੱਚ ਮਿਕਸ ਕਰਕੇ ਬਣਾਉਂਦੀਆਂ ਸੀਗੀਆਂ ਔਰਤਾਂ ਸਾਡੀਆਂ। ਹਾਂਜੀ ਹਾਂਜੀ। ਆ ਟੈਂਡ ਪਈ ਹੈ ਜੀ ਖੂਹ ਦੀ ਆਪਣੀ, ਇਹ ਖੂਹ ਦੀ ਟੈਂਡ ਹੈਗੀ ਆ। ਪਹਿਲਾਂ ਟਿੰਡਾਂ ਜਿਹੜੀਆਂ ਹੈਗੀਆਂ ਸੀ ਇੱਦਾਂ ਦੀਆਂ ਘੁਮਿਆਰਾਂ ਕੋਲੋਂ ਬਣਾ ਕੇ, ਆ ਵੀ ਮਸ਼ੀਨ ਹੱਥ ਨਾਲ ਐਂ ਠੱਪ ਕੇ ਬਣਾਈਆਂ ਹੋਈਆਂ ਤਾਂ ਇਹ ਇੱਥੇ ਰੱਸਾ ਪਾ ਕੇ ਇਹਦੇ ਨਾਲ ਖੂਹ ਚੱਲਦੇ ਸੀਗੇ ਸਾਰੇ ਆਪਣੇ। ਇਹ ਟਿੰਡਾਂ ਟੁੱਟ ਜਾਂਦੀਆਂ ਸੀਗੀਆਂ, ਫਿਰ ਉਸ ਤੋਂ ਬਾਅਦ ਦੇ ਵਿੱਚ ਲੋਹੇ ਦੀਆਂ ਜਿਹੜੀਆਂ ਬਣ ਗਈਆਂ ਹੈਗੀਆਂ। ਆਮ ਤੌਰ 'ਤੇ ਤਾਂ ਜੋ ਮੈਂ ਦੇਖੀਆਂ ਹੋਈਆਂ ਪਿੰਡਾਂ ਤੱਕ ਪੁਰਾਣੇ ਤੋਂ ਪੁਰਾਣੇ ਸਮੇਂ ਦੀ ਗੱਲ ਕਰੀਏ ਜਾਂ ਪੁਰਾਣੀਆਂ ਵੀਡੀਓ ਵਿੱਚ ਵੀ ਗੱਲ ਕਰੀਏ ਤਾਂ ਲੋਹੇ ਦੀਆਂ ਹੀ ਦੇਖੀਆਂ ਗਈਆਂ। ਅੱਜ ਪਹਿਲੀ ਵਾਰ ਪਤਾ ਲੱਗਿਆ ਕਿ ਇਹ ਵੀ ਟਿੰਡਾਂ ਚੱਲਦੀਆਂ ਰਹੀਆਂ ਖੂਹ ਦੇ ਵਿੱਚ। ਸ਼ਾਇਦ ਤੁਹਾਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਅਕਸਰ ਆਪਾਂ ਸਾਰੇ ਬੱਚੇ ਵੀ ਸੁਣਦੇ ਹੈਗੇ ਹੈ ਨਾ, ਤਾਂ ਉਹਦੇ ਵਿੱਚ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕਹਿੰਦੇ ਆ ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਟਿੰਡ ਦਾ ਸਹਾਰਾਣਾ ਲਾਇਆ ਸੀ। ਤਾਂ ਮੈਂ ਅਕਸਰ ਉਹ ਚੀਜ਼ ਵੇਖਦਾ ਹੁੰਦਾ ਸੀ ਵੀ ਉਹ ਜਿਹੜੀ ਟਿੰਡ ਦਾ ਸਹਾਰਾਣਾ ਹੁੰਦਾ ਸੀ ਉਹ ਇਹਦੇ ਨਾਲ ਦੀ ਬਣੀ ਹੋਈ ਹੁੰਦੀ ਸੀ, ਉਹਦੇ ਵਿੱਚ ਪੇਂਟਿੰਗ ਜਿਹੜੇ ਚਿੱਤਰ ਬਿਲਕੁਲ ਆਪਾਂ ਦੇਖਦੇ ਹਾਂ ਅਕਸਰ, ਉਹ ਮੇਰੇ ਅੱਖਾਂ ਅੱਗੇ ਘੁੰਮ ਰਹੀ ਉਹ ਪੇਂਟਿੰਗ। ਤਾਂ ਮੈਂ ਕਈ ਵਾਰ ਕੀ ਕਰਦਾ ਹੁੰਦਾ ਸੀ, ਮੈਂ ਸੋਚਦਾ ਸੀ ਵੀ ਇਹ ਕਿਹੋ ਜਿਹੀ ਹੈਗੀ ਆ, ਤਾਂ ਮੈਂ ਸੋਚਦਾ ਵੀ ਟਿੰਡਾਂ ਤਾਂ ਪਾਣੀ ਵਾਲੀਆਂ ਜਿਹੜੀਆਂ ਲੋਹੇ ਦੀਆਂ ਹੁੰਦੀਆਂ ਤੇ ਇਹ ਕਿਹੜੀਆਂ। ਫਿਰ ਉਹ ਜਿਹੜੇ ਮੇਰੇ ਦਿਮਾਗ ਦੇ ਵਿੱਚ ਜਿੰਨੇ ਵੀ ਸਵਾਲ ਸੀਗੇ ਉਹ ਇਹ ਵਾਲੀ ਟਿੰਡ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਮੈਨੂੰ ਉਹ ਸਾਰਾ ਕਲੀਅਰ ਹੋ ਗਿਆ, ਜਿਹੜਾ ਚਿੱਤਰ ਸੀਗਾ ਕਿ ਇਹ ਜਿਹੜੀ ਟਿੰਡ ਸੀ ਇਹ ਟੁੱਟੀ ਹੋਈ ਵੀ ਟਿੰਡ ਆ। ਇਹਦਾ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਸਹਾਰਾਣਾ ਲਾਇਆ ਸੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ। ਤਾਂ ਇਹ ਇੱਦਾਂ ਦੀਆਂ ਟਿੰਡਾਂ ਜਿਹੜੀਆਂ ਪਹਿਲਾਂ ਬਣਦੀਆਂ ਸੀ ਉਸ ਤੋਂ ਬਾਅਦ ਲੋਹੇ ਦੀਆਂ ਬਣ ਗਈਆਂ, ਤਾਂ ਉਹ ਤਰੱਕੀ ਦਾ ਜਿਹੜਾ ਹੈਗਾ ਉਹ ਸਾਰਾ ਬਣ ਗਿਆ। ਹਾਂਜੀ ਸਾਧਨ। ਸੋ ਇੱਕ ਆਹ ਚੀਜ਼ ਦੇਖ ਰਿਹਾ ਹੈ, ਇਹ ਗੁਲਦਸਤਾ ਹੀ, ਇਹ ਗੁਲਦਾਨ ਕਹਿ ਦਿੰਦੇ ਹਨ ਇਹਨੂੰ, ਕੀ ਗੁਲਦਸਤੇ ਦਾ ਇੱਕ ਉਹੀ ਹੈ। ਆਈ ਥਿੰਕ ਪਿੱਤਲ ਦਾ ਬਣਿਆ ਹੋਇਆ ਸ਼ਾਇਦ ਇਹ ਪਿੱਤਲ ਦਾ ਬਣਿਆ ਹੋਇਆ। ਇੱਕ ਆ ਸਿੰਗਿੰਗ ਬੋਲ ਆ ਜੀ, ਇਹਦੇ ਤੇ ਆਵਾਜ਼ ਆਉਂਦੀ ਹੈਗੀ ਜੀ। ਸੋ ਇਹ ਜਿਹੜੀ ਇਹਨੂੰ ਹਜੇ ਮੈਂ ਉਨੀ ਅੱਛੀ ਤਰ੍ਹਾਂ ਤੁਹਾਨੂੰ ਮੈਂ ਪਲੇ ਕਰਕੇ ਦਿਖਾ ਨਹੀਂ ਸਕਿਆ ਸੌਂ ਦੀ, ਅਤੇ ਪਰ ਇਹਦੀ ਆਵਾਜ਼ ਇੱਕ ਅਸਮਾਨ 'ਚ ਗੂੰਜਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਕਿੰਨੀ ਵਧੀਆ ਚੀਜ਼ ਆ। ਇਹਦੇ ਵਿੱਚ ਪਾਣੀ ਪਾ ਕੇ ਵੀ ਇਹਨੂੰ ਪਲੇ ਕੀਤਾ ਜਾਂਦਾ, ਤਾਂ ਪਾਣੀ ਇਸ ਤਰ੍ਹਾਂ ਜਿਵੇਂ ਬਾਰਿਸ਼ ਦੇ ਵਿੱਚ ਐਂ ਨੱਚਣਾ ਸ਼ੁਰੂ ਕਰ ਦਿੰਦਾ ਪਾਣੀ। ਇਹ ਕਈ 12 ਕੁ ਧਾਤਾਂ ਦਾ ਬਣਾ ਕੇ ਕਹਿੰਦੇ ਇਹਨੂੰ ਸਿੰਗਿੰਗ ਬੋਲ ਬਣਾਇਆ ਜਾਂਦਾ ਹੈਗਾ। ਤਾਂ ਇਹ ਜਦੋਂ ਇਸ ਦੀ ਆਵਾਜ਼ ਸੁਣਦੇ ਤਾਂ ਕੰਨਾਂ ਨੂੰ ਵੀ ਕਿੰਨਾ ਸਕੂਨ ਜਿਹਾ ਮਿਲਦਾ। ਤੁਸੀਂ ਖੁਦ ਇਹ ਚੀਜ਼ ਦਾ ਆਨੰਦ ਮਾਣਿਆ ਹੋਊਗਾ। ਇੱਕ ਵਾਰੀ ਮੈਂ ਚਾਹਾਂਗਾ ਫਿਰ ਤੁਸੀਂ ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਵਾਹ, ਬਾਕੀ ਬਹੁਤ ਆਨੰਦਮਈ ਹੈ। ਇਹ ਕਈ ਧਾਤਾਂ ਦਾ ਮਿਕਸ ਕਰਕੇ ਜਿਹੜਾ ਹੈਗਾ ਇਹ ਬਣਾਏ ਜਾਂਦੇ ਸੀਗੇ। ਇਹਨੂੰ ਸਿੰਗਿੰਗ ਬੋਲ ਕਹਿੰਦੇ ਹੈਗੇ ਸੀਗੇ। ਇਹ ਕਾਫੀ ਜਗ੍ਹਾ ਦੇ 'ਤੇ ਹਜੇ ਵੀ ਮਤਲਬ ਕੁਝ ਹੈਗੇ ਆ ਆਪਣੇ ਧਾਰਮਿਕ ਸਥਾਨ। ਹਾਂਜੀ, ਜਿੱਦਾਂ ਕਿ ਆਪਾਂ ਦੇਖੀਏ ਕਿ ਮਕਲੋੜਗੰਜ ਦੇ ਰਸਤੇ ਜਾਈਏ ਕਿ ਉੱਧਰਲੀ ਸਾਈਡ 'ਤੇ ਇਹ ਇਹਨਾਂ ਚੀਜ਼ਾਂ ਨੂੰ ਵਰਤਦੇ ਆ, ਹਜੇ ਵੀ ਵਰਤਿਆ ਜਾਂਦਾ। ਕਿਉਂਕਿ ਉੱਧਰਲੀ ਸਾਈਡ 'ਤੇ ਜੋ ਵੀ ਜ਼ਿੰਦਗੀ ਦੇ ਵਿੱਚ ਸਕੂਨ ਦੇਣ ਵਾਲੀਆਂ ਚੀਜ਼ਾਂ ਉਹ ਸਾਰੀਆਂ ਉੱਥੇ ਅਜੇ ਵੀ ਮੌਜੂਦ। ਵਿਚਾਰਧਾਰਾ ਕੁਛ ਇੱਦਾਂ ਦੀਆਂ ਮੈਂ ਸੁਣਨਾ ਚਾਹੀਆਂ ਵੀ ਕਿ ਇਹਨਾਂ ਨੂੰ ਅਗਰ ਲੋਕ ਜਿਹੜੇ ਯੂਜ਼ ਕਰਦੇ ਹੈਗੇ ਆ ਉਹ ਕਾਫੀ ਸਾਰੀ ਬਿਮਾਰੀਆਂ ਤੋਂ ਰਹਿਤ ਹੁੰਦੇ ਹੈਗੇ ਆ। ਉਹਨਾਂ ਨੂੰ ਇਹਨਾਂ ਦੇ ਨਾਲ
ਕਾਫੀ ਲਾਭ ਹੁੰਦਾ ਜੀ। ਹਾਂਜੀ ਬਿਲਕੁਲ। ਸੋ ਇੱਦਾਂ ਕਰਕੇ ਆ ਸਾਡੇ ਕੋਲੇ ਕਾਫੀ ਸਾਰਾ ਸਮਾਨ ਪਿਆ ਹੁੰਦਾ। ਆ ਛੰਨੇ ਹੈਗੇ ਆ ਜੀ। ਅਸੀਂ ਜਿਹੜਾ ਛੰਨਾ ਦੁੱਧ ਵਾਲਾ ਮੋਸਟਲੀ ਮਸ਼ਹੂਰ ਹੁੰਦਾ ਹੈ। ਦੁੱਧ ਦਾ ਛੰਨਾ ਪੀਣਾ ਹੈ ਨਾ। ਛੰਨਾ ਸਾਡਾ ਜਿਹੜਾ ਬਹੁਤ ਫੇਮਸ ਸੀਗਾ ਇਹ ਵਾਲਾ। ਅਸੀਂ ਸ਼ਾਇਦ ਆਪਾਂ ਨੂੰ ਇੱਕ ਗੱਲ ਹੁਣ ਵੀ ਬੱਚਿਆਂ ਨੂੰ ਸ਼ਾਇਦ ਇਹ ਗੱਲਾਂ ਦਾ ਪਤਾ ਹੋਊਗਾ ਜਾਂ ਨਹੀਂ, ਪਿੱਤਲ ਹੁੰਦਾ ਸੀ, ਕਾਂਸੀ ਹੁੰਦੀ ਸੀਗੀ ਆਪਣੇ। ਕਾਂਸੀ ਦੀ ਥਾਲੀ ਮੈਨੂੰ ਯਾਦ ਆ ਅੱਜ ਵੀ, ਕਾਂਸੀ ਦੀ ਥਾਲੀ ਬਹੁਤ ਲਿਸ਼ਕਦੀ ਹੁੰਦੀ ਸੀਗੀ। ਅਤੇ ਜਦੋਂ ਬਾਰਿਸ਼ ਹੋਣੀ, ਬੱਦਲ ਨੇ ਗੱਜਣਾ, ਤਾਂ ਮੇਰੇ ਦਾਦੀ ਜੀ ਹੋਣਾ ਨੇ ਕੀ ਕਰਨਾ, ਉਸ ਕਾਂਸੀ ਦੀ ਥਾਲੀ ਨੂੰ ਆਟੇ ਵਾਲੀ ਉਹਦੇ ਵਿੱਚ ਰੱਖਿਆ ਹੋਣਾ ਉਹਨੇ, ਪੀਪੇ ਦੇ ਵਿੱਚ। ਤਾਂ ਮੈਂ ਉਹਨਾਂ ਨੂੰ ਪੁੱਛਣਾ ਵੀ ਕਿ ਕਿਉਂ ਆ। ਉਹ ਕਹਿੰਦੇ ਕਿ ਜਦੋਂ ਬਿਜਲੀ ਜਿਹੜੀ ਲਿਸ਼ਕਦੀ ਹੁੰਦੀ ਹੈ ਨਾ, ਉਦੋਂ ਕਾਂਸੀ ਦੇ ਭਾਂਡੇ ਅਕਸਰ ਲੁਕੋ ਦਿੰਦੇ ਸੀਗੇ। ਤਾਂ ਸਾਡੇ ਜਿਹੜੇ ਭਾਂਡੇ ਹੈਗੇ ਸੀਗੇ ਉਹ ਸਾਡੇ ਸਿਹਤ ਲਈ ਤਾਂ ਬਹੁਤ ਵਧੀਆ ਹੈਗੇ ਸੀਗੇ। ਤਾਂ ਕਾਂਸੀ ਦੀਆਂ ਥਾਲੀਆਂ ਬਹੁਤ ਵਰਤਦੇ ਸੀਗੇ, ਪ੍ਰਾਂਤਾਂ ਵੀ ਵਰਤਦੇ ਸੀਗੇ ਜੀ ਆਪਣੇ, ਹੈ ਨਾ। ਤਾਂ ਦੁੱਧ ਦੇ ਜਿਹੜਾ ਛੰਨਾ ਇਹ ਛੰਨਾ ਤਾਂ ਸਾਡਾ ਅਹਿਮ ਹਿੱਸਾ ਰਿਹਾ। ਅਤੇ ਇਹਦੇ ਬਹੁਤ ਗਾਣਿਆਂ ਦਾ ਵੀ, ਸਾਡੇ ਜਿਹੜੇ ਲੋਕ ਗੀਤਾਂ ਦਾ ਵੀ ਹਿੱਸਾ ਰਿਹਾ ਹੈਗਾ ਛੰਨਾ ਜਿਹੜਾ। ਬਾਕੀ ਅਕਸਰ ਗਾਣਿਆਂ ਦੇ ਵਿੱਚ ਸੁਣਨ ਨੂੰ ਮਿਲਦਾ ਛੰਨੇ ਬਾਰੇ ਵੀ, ਹੈ ਨਾ। ਬਾਕੀ ਦੇਖਦੇ ਹਾਂ ਕਿ ਹੋਰ ਬਹੁਤ ਖੂਬਸੂਰਤ ਜੋ ਡਿਜ਼ਾਈਨ ਦੇ ਨਾਲ ਬਰਤਨ ਤਿਆਰ ਕੀਤੇ ਗਏ ਨੇ, ਹੈ ਨਾ। ਕੇਤਲੀਆਂ ਹੋ ਗਈਆਂ, ਗਲਾਸ ਹੋ ਗਏ। ਇਸ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਇੱਕ ਚੀਜ਼ ਹੈ ਇਹ ਜਿਸ ਤਰ੍ਹਾਂ ਮਤਲਬ ਕਿ ਫਰੂਟ ਟਰੇ ਹੈਗੀ ਆ। ਇਹਦੇ ਵਿੱਚ ਤੁਸੀਂ ਦੇਖੋ ਛੋਟੇ ਸੁਰਾਖ ਹੈਗੇ ਇੱਥੇ, ਹੈ ਨਾ ਜੀ। ਤਾਂ ਸੁਰਾਖ ਹੈ ਜਿਹੜੇ ਹੈਗੇ ਉਹ ਉਹਦੇ ਹਿਸਾਬ ਨਾਲ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਕੋਈ ਤਰਲ ਪਦਾਰਥ ਤਾਂ ਨਹੀਂ ਪਾਇਆ ਜਾਂਦਾ। ਤਾਂ ਇਹਦੇ ਵਿੱਚ ਜਿਹੜਾ ਹੈਗਾ ਉਹ ਮਤਲਬ ਫਰੂਟ ਟਰੇ ਹੈਗੀ ਹੈ। ਹਾਂਜੀ ਬਹੁਤ ਹੀ ਖੂਬਸੂਰਤ ਚੀਜ਼। ਇੱਕ ਪੂਰਾ ਸੈੱਟ ਹੈ ਇਹ ਇਹਨਾਂ ਚੀਜ਼ਾਂ ਦਾ, ਜਿਹੜਾ ਇਹਦੇ ਨਾਲ ਆ ਨਿੱਕੇ ਗਲਾਸ ਹੈ ਜੀ, ਹੈ ਨਾ। ਹਾਂ, ਗਲਾਸ ਇੱਕ ਸੈੱਟ ਸੀਗਾ ਪੂਰਾ। ਇਹ ਚੀਜ਼ਾਂ ਸਾਨੂੰ ਐਂ ਅਕਸਰ ਮਿਲਦੀਆਂ ਗਈਆਂ ਇਹਨਾਂ ਚੀਜ਼ਾਂ ਨੂੰ ਮੈਂ ਜਿਵੇਂ ਹੋ ਗਿਆ ਕਲੈਕਸ਼ਨ ਕਰੀ ਗਿਆ ਜੀ। ਬੇਸ਼ੱਕ ਮੈਂ ਇਹਨਾਂ ਨੂੰ ਮਤਲਬ ਸਾਫ਼ ਸੁਥਰੇ ਤਰੀਕੇ ਦੇ ਨਾਲ ਕਰਕੇ ਇੱਕ ਮੈਂ ਮਿਊਜ਼ੀਅਮ ਬਣਾਉਣਾ ਚਾਹੁੰਦਾ ਸੀਗਾ, ਬਟ ਮੈਂ ਜੋ ਦੇਖਦਾ ਹੈਗਾ ਕਿ ਸਾਡੇ ਪੰਜਾਬ ਦੇ ਜਿਹੜੇ ਬੱਚੇ ਹੈਗੇ ਆ ਉਹ ਇਹਨਾਂ ਦੇ ਪ੍ਰਤੀ ਘੱਟ ਜਾਣਕਾਰੀ ਰੱਖਣਾ ਚਾਹੁੰਦੇ ਆ। ਉਹ ਅਸੀਂ ਅੱਜ ਇੰਟਰਨੈਟ ਦਾ ਹਿੱਸਾ ਬਣ ਗਏ ਹੋਏ ਹਾਂ ਸਾਰੇ। ਤਾਂ ਇਹ ਜਿਹੜਾ ਤੁਹਾਡਾ ਉਪਰਾਲਾ ਜਿਹੜਾ ਇਹ ਵਾਲਾ ਹੈਗਾ ਚੈਨਲ ਦੇ ਥਰੂ ਆ, ਇਹ ਇਹਨਾਂ ਵਸਤਾਂ ਨੂੰ ਉਹਨਾਂ ਲੋਕਾਂ ਤੱਕ ਜਿਹੜੇ ਕਿ ਇੰਟਰਨੈਟ ਨੂੰ ਹੀ ਸਭ ਜਾਣਕਾਰੀ ਸਮਝਦੇ ਆ, ਤਾਂ ਅਸੀਂ ਇਸ ਜਾਣਕਾਰੀ ਨੂੰ ਇੰਟਰਨੈਟ ਦੇ ਜ਼ਰੀਏ ਉਹਨਾਂ ਤੱਕ ਵੀ ਪਹੁੰਚਦੀ ਕਰਾਂਗੇ। ਇਹ ਇੱਕ ਵਧੀਆ ਉਪਰਾਲਾ ਹੈ। ਬਿਲਕੁਲ ਜੀ। ਮੈਂ ਦੇਖ ਰਿਹਾ ਜਿੱਦਾਂ ਆਪਾਂ ਉੱਥੇ ਟੋਕਰੀ ਦੀ ਗੱਲ ਕਰ ਰਹੇ ਸੀ, ਸੋ ਉਸ ਇੱਦਾਂ ਦੀ ਟੋਕਰੀ ਹੀ ਮੈਨੂੰ ਦਿਖ ਰਹੀ ਹੈ ਨਾ। ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਸ਼ਾਹੀ ਠਾਠ ਵਾਲੀਆਂ। ਤਾਂ ਇੱਕ ਔਰਤ ਜਿਹੜੀ ਇਹਨੂੰ ਫੜ ਕੇ ਦੇਖੋ, ਇਹਦੀ ਵੀ ਕਿੰਨੀ ਸੋਹਣੀ ਸ਼ੇਪ ਹੈ, ਬਿਲਕੁਲ, ਹੈ ਨਾ। ਤਾਂ ਇਹਦੇ ਵਿੱਚੋਂ ਕੋਈ ਚੀਜ਼ ਡਿੱਗਣ ਦਾ ਚਾਂਸ ਨਹੀਂ ਹੈਗਾ। ਅਤੇ ਕਦੇ ਕਦਾਈ ਤਾਂ ਅਸੀਂ ਇਹਨੂੰ ਕਈ ਵਾਰੀ ਅਸੀਂ ਵਰਤਿਆ ਵੀ ਹੈਗਾ, ਬਾਜ਼ਾਰ ਵੀ ਲੈ ਜਾਂਦੇ ਹੁੰਦੇ ਸੀਗੇ ਇਹ ਸਮਾਨ। ਤਾਂ ਜਦੋਂ ਅਸੀਂ ਦੇਖਦੇ ਹਾਂ ਇਹੋ ਜਿਹੀ ਟੋਕਰੀ ਲੈ ਕੇ ਇੱਕ ਵਾਰੀ ਬਾਜ਼ਾਰ ਦਾ ਗੇੜਾ ਕੱਢ ਕੇ ਦੇਖੋ, ਤਾਂ ਮੈਨੂੰ ਨਹੀਂ ਲੱਗਦਾ ਵੀ ਕਿ ਤੁਹਾਨੂੰ ਅਣਗਿਣਤ ਲੋਕ ਜਿਹੜੇ ਨੋਟਿਸ ਕਰਨਗੇ ਵੀ ਇਸ ਕੋਲ ਕੀ ਚੀਜ਼ ਆ। ਇਹਦੇ ਨਾਲ ਇੱਕ ਵੱਖਰਾ, ਕਿਉਂਕਿ ਹੁਣ ਅਸੀਂ ਇੰਟਰਨੈਟ ਦੇ ਵਿੱਚ ਵੀ ਦੇਖ ਲਓ ਤੁਸੀਂ, ਅਸੀਂ ਕਮੈਂਟਸ ਲਾਈਕ ਦੇ ਵਿੱਚ ਇਹਨਾਂ 'ਚ ਹੀ ਰੁੱਝ ਗਏ ਨਾ। ਬਿਲਕੁਲ ਜੀ। ਕਿਉਂਕਿ ਅੱਜ ਇਹਨਾਂ ਦੇ ਨਾਲ ਹੀ ਪਾਸੇ ਮਸ਼ਹੂਰ ਹੋਣ ਦੇ ਲਈ ਕੀ ਕੁਛ ਕੀਤਾ ਜਾ ਰਿਹਾ ਹੈ। ਤੁਸੀਂ ਪੰਜਾਬੀ, ਮੇਰਾ ਇਸ ਗੱਲ ਦਾ ਦਾਅਵਾ, ਪੰਜਾਬੀ ਵਿਰਾਸਤ ਨਾਲ ਜੁੜੀ ਹੋਈ ਚੀਜ਼ ਨੂੰ ਤੁਸੀਂ ਪਬਲਿਕ ਪਲੇਸ 'ਤੇ ਲੈ ਕੇ ਜਾਓ, ਤੁਸੀਂ ਯਕੀਨ ਕਰੋਗੇ ਤੁਹਾਨੂੰ ਇੱਕ ਦਿਨ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਨੋਟਿਸ ਕਰਨਗੇ ਤੁਹਾਨੂੰ। ਇਹ ਚੀਜ਼ਾਂ ਇੱਕ ਵੱਖਰੀਆਂ ਚੀਜ਼ਾਂ ਜਿਹੜੀਆਂ ਇਹ ਸਾਡੇ ਪੰਜਾਬ ਦੇ ਵਿਰਸੇ ਦੀ ਖਿੱਚ ਹੈ। ਇੱਕ ਬਾਕੀ ਬਹੁਤ ਖੂਬਸੂਰਤ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ। ਇੱਕ ਮੈਂ ਦੇਖ ਰਿਹਾ ਕਿ ਤੁਹਾਡੇ ਕੋਲ ਗਲਾਸ ਵੀ ਪਏ ਨੇ, ਇਹ ਚਾਂਦੀ ਦੇ ਨੇ ਜਾਂ ਨਹੀਂ? ਇਹ ਪਿੱਤਲ ਦੇ ਹੀ ਗਲਾਸ ਹੈ, ਵੱਡੇ। ਇਹ ਇਸ ਤੋਂ ਵੱਡੇ ਵੀ ਆਪਣੇ ਪੰਜਾਬੀ ਕਲਚਰ ਦੇ ਵਿੱਚ ਹੁੰਦੇ ਸੀਗੇ। ਹੁਣ ਦੇ ਯੁੱਗ ਦੇ ਵਿੱਚ ਜੇ ਇਹਨੂੰ ਆਪਾਂ ਲੱਸੀ ਦਾ ਭਰ ਕੇ ਦੇ ਦਈਏ, ਅਤੇ ਮੈਨੂੰ ਲੱਗਦਾ ਵੀ ਹੋਣ ਵਾਲਾ ਮੁੰਡਾ ਕੋਈ ਵੀ ਜਿਹੜਾ ਨੌਜਵਾਨ ਆ, ਬਹੁਤ ਵਿਰਲੇ ਹੋਣਗੇ ਜਿਹੜੇ ਇਹਨੂੰ ਪੂਰਾ ਇੱਕੋ ਵਾਰ 'ਚ ਪੀ ਜਾਂਦੇ ਹੋਣਗੇ। ਇਸ ਤੋਂ ਅੱਧੇ ਗਲਾਸ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ, ਕਿ ਬਹੁਤ ਵੱਡਾ ਗਲਾਸ ਆ। ਅਤੇ ਅਕਸਰ ਇਹ ਗਲਾਸ ਦੇ ਜੋ ਗਲਾਸ ਆ ਪੂਰੇ ਦੁੱਧ ਨਾਲ ਭਰ ਕੇ ਜਾਂ ਲੱਸੀ ਨਾਲ ਭਰ ਕੇ ਅਕਸਰ ਲੋਕ ਪੀਂਦੇ ਸੀ, ਅਤੇ ਬਹੁਤ ਵਧੀਆ ਸਰੀਰ ਦੇਖਣ ਨੂੰ ਮਿਲਦੇ ਸੀ ਉਹਨਾਂ ਦੇ। ਲੀਟਰ ਦੇ ਲਗਭਗ ਤਾਂ ਇਹਦੇ ਵਿੱਚ ਮੇਰਾ ਖਿਆਲ ਦੁੱਧ ਪੈ ਜਾਂਦਾ ਹੋਊਗਾ ਲੱਸੀ, ਹੈ ਨਾ ਜੀ। ਤਾਂ ਸਾਡੇ ਜਿਹੜੇ ਹੈਗੇ ਸੀਗੇ, ਇਹ ਪੰਜਾਬੀਅਤ ਦੀ ਜਿਹੜੀ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ, ਇਹ ਉਹ ਚੀਜ਼ਾਂ ਜਿਹੜੀਆਂ ਸਾਨੂੰ ਹਿੱਸਾ ਮਿਲ ਰਿਹਾ ਹੈਗਾ ਜੀ। ਹਾਂਜੀ। ਸੋ ਆਓ ਦੋਸਤੋ, ਅਸੀਂ ਵੱਧਦੇ ਹਾਂ ਇਹਨਾਂ ਦੀ ਅਗਲੀ ਕਲਾਕਾਰੀ ਵੱਲ, ਜੋ ਇਹਨਾਂ ਨੇ ਪੇਂਟਿੰਗਸ ਬਣਾਈਆਂ ਹੋਈਆਂ ਨੇ, ਜੋ ਉਹਨਾਂ ਨੂੰ ਅੱਗੇ ਮੁਕੰਮਲ ਕਰ ਰਹੇ ਨੇ। ਸੋ ਉਹਨਾਂ ਚੀਜ਼ਾਂ ਨੂੰ ਆਪਾਂ
ਦੇਖਦੇ ਹਾਂ। ਸੋ ਕੋਮਲ ਸਾਹਿਬ, ਮੈਂ ਦੇਖ ਰਿਹਾ ਕਿ ਬਹੁਤ ਸੋਹਣੀ ਪੇਂਟਿੰਗ ਆ, ਅਤੇ ਇਸ ਦੇ ਵਿੱਚ ਕੁਛ ਲੁਕਿਆ ਹੋਇਆ ਨਜ਼ਰ ਆ ਰਿਹਾ ਜਿੱਦਾਂ ਕਿ ਸਿੰਬੋਲਿਕ ਹੋਵੇ। ਸੋ ਇਸ ਦੇ ਬਾਰੇ ਸਾਨੂੰ ਕੁਝ ਸੋਚ ਹੀ ਦਿਓ ਜੀ। ਇਹ ਮੈਂ ਕੁਝ ਗੁਰਬਾਣੀ ਦੇ ਉੱਤੇ ਇੱਕ ਸੀਰੀਜ਼ ਬਣਾਉਣੀ ਸ਼ੁਰੂ ਕੀਤੀਆਂ ਸੀ, ਕੁਝ ਕੁ ਪੇਂਟਿੰਗਸ ਬਣਾ ਕੇ। ਬੇਸ਼ੱਕ ਮੈਂ ਉਹਨੂੰ ਪੂਰੀ ਸੀਰੀਜ਼ ਕੰਪਲੀਟ ਨਹੀਂ ਕੀਤੀ, ਪਰ ਇਹ ਉਹਦਾ ਹੀ ਹਿੱਸਾ ਹੈਗਾ ਸੀਗਾ। ਗੁਰਬਾਣੀ ਦੇ ਇੱਕ ਇੱਕ ਪੰਕਤੀ ਨੂੰ ਦਰਸਾਉਂਦਿਆਂ ਹੋਇਆਂ ਇਹ ਪੇਂਟਿੰਗ ਤਿਆਰ ਕੀਤੀ ਹੈਗੀ ਆ। ਇੱਥੋਂ ਤੋਂ ਆਪਾਂ ਸ਼ੁਰੂ ਕਰਦੇ ਹੈਗੇ ਆ। ਕਈ ਜਨਮ ਭਈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਉਹਦੇ ਵਿੱਚ ਦੇਖੋ ਤੁਸੀਂ, ਗਜ ਮੀਨ, ਗਜ ਹਾਥੀ ਹੁੰਦਾ, ਮੀਨ ਮੱਛੀ ਹੁੰਦਾ, ਅਤੇ ਕਰੰਗਾ ਜਿਹੜਾ ਹੈਗਾ ਉਹ ਹਿਰਨ ਹੁੰਦਾ ਹੈਗਾ। ਕਈ ਜਨਮ ਭਈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਪੰਖੀ ਅਤੇ ਸਰਪ ਦੋਨਾਂ ਨੂੰ ਇਕੱਠਿਆਂ ਲੈਣਾ ਸੀ ਮੇਰੇ ਲਈ ਇੱਕ ਉਹ ਬੜਾ ਔਖਾ ਲੱਗਦਾ ਸੀ। ਮੈਂ ਸੱਪ ਨੂੰ ਅਤੇ ਪੰਛੀ ਨੂੰ ਇਕੱਠਾ ਕਿਵੇਂ ਵਿਖਾਵਾਂ, ਕਿਉਂਕਿ ਉਹ ਜ਼ਮੀਨ 'ਤੇ ਚੱਲਣ ਵਾਲਾ ਅਤੇ ਉਹ ਅਸਮਾਨ 'ਚ ਚੱਲਣ ਵਾਲਾ ਪੰਛੀ ਜਿਹੜਾ। ਤਾਂ ਇਹਨਾਂ ਦੋਨਾਂ ਜਣਿਆਂ ਨੂੰ ਫਿਰ ਮੈਂ ਇਕੱਠਾ ਕਰਨ ਦੀ ਖਾਤਰ ਮੈਂ ਬਾਜ ਦੇ ਪੈਰ ਦੇ ਵਿੱਚ ਸਰਪ ਦਿਖਾਇਆ ਹੈਗਾ। ਤਾਂ ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ। ਇਹ ਉਸ ਤੋਂ ਅੱਗੇ ਹੈ ਨਾ, ਜਿਹੜੇ ਬਲਦ ਅਤੇ ਸਾਡਾ ਜਿਹੜਾ ਹੈਗਾ ਘੋੜਾ ਜਿਹੜਾ ਹੈਗਾ, ਉਹ ਮੇਰੇ ਵਿਸਰ ਗਈ ਹੈਗੀ ਹੈ ਇੱਕ ਪੰਕਤੀ ਦੀ ਲਾਈਨ ਜਿਹੜੇ ਤੋਂ। ਹਾਂਜੀ, ਤਾਂ ਉਹ ਜਿਹੜਾ ਉਹਦੇ ਵਿੱਚ ਜਿਹੜਾ ਹੈਗਾ ਬਲਦ ਅਤੇ ਜਿਹੜਾ ਘੋੜਾ ਹੈਗਾ, ਇਹ ਅਸੀਂ ਜਨਮ ਸਾਡੇ ਹੈਗੇ, ਜਨਮ ਦਾ ਹਿੱਸਾ ਹੈ, ਗੁਰੂ ਸਾਹਿਬ ਨੇ ਕਿਹਾ ਹੈਗਾ। ਤਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਕੁੱਖ ਦੇ ਵਿੱਚ ਹੀ ਜਨਮ ਲੈ ਕੇ ਉੱਥੇ ਹੀ ਖਤਮ ਹੋ ਜਾਣਾ, ਇਹ ਵੀ ਇੱਕ ਜਨਮ ਆ ਸਾਡਾ, ਹੈ ਨਾ। ਕਈ ਜਨਮ। ਤਾਂ ਉਸ ਤੋਂ ਬਾਅਦ ਵੀ ਇਹ ਘੁੰਮਦਿਆਂ ਘੁਮਾਉਂਦਿਆਂ ਹੋਇਆ ਜਿਹੜੀ ਹੈਗੀ ਆ ਪੰਕਤੀ ਜਿਹੜੀ ਸਾਡੀ ਹੈ ਕਿ ਇੱਕ ਮਨੁੱਖਾ ਜਨਮ ਜਿਹੜਾ ਹੈਗਾ ਉਹ ਸਾਡੇ ਲਈ ਅਹਿਮ ਹੈਗਾ। ਤਾਂ ਗੁਰੂ ਸਾਹਿਬ ਨੇ ਸਾਡੇ ਮਨੁੱਖਾ ਜਨਮ ਨੂੰ ਅਹਿਮੀਅਤ ਦਿੱਤੀ ਹੈਗੀ ਆ। ਅਸੀਂ ਸਾਰੀਆਂ ਜਿਹੜੀਆਂ ਹੈਗੀਆਂ ਆਪਦੀਆਂ 84 ਜੂਨਾਂ ਨੂੰ ਭੁਗਤਦੇ ਹੋਇਆਂ ਅਸੀਂ ਇੱਕ ਮਨੁੱਖਾ ਜਨਮ ਚਾਹੁੰਦੇ ਹਾਂ, ਜਿਹਦੇ ਵਿੱਚ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਤੁਸੀਂ ਸਾਧ ਦਾ ਇੱਕ ਬਣਾਇਆ ਨਾ, ਸਾਰਾ ਕੁਝ ਦਿਖਾ ਕੇ। ਸੋ ਗੁਰਬਾਣੀ ਵੀ ਅਕਸਰ ਕਹਿੰਦੀ ਆ, ਭਈ ਪ੍ਰਾਪਤ ਮਨੁੱਖ ਦਿਓ ਹਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀ ਆ, ਹੈ ਨਾ। ਕਿ ਬਹੁਤ ਸੋਹਣਾ ਤਰੀਕੇ ਨਾਲ, ਬਹੁਤ ਵਧੀਆ ਇੱਕ ਤਰੀਕੇ ਨਾਲ ਤੁਸੀਂ ਇਹ ਸਾਰਾ ਦਿਖਾਇਆ ਹੈ ਕਿ ਜੋ ਗੁਰਬਾਣੀ ਕਹਿ ਰਹੀ ਹੈ ਉਸਨੂੰ ਇੱਕ ਸੋਚੀ, ਉਸਨੂੰ ਇੱਕ ਡਿਸਪਲੇ ਕਰਨ ਦੇ ਵਿੱਚ, ਹੈ ਨਾ। ਕਿਉਂਕਿ ਬਹੁਤ ਮੁਸ਼ਕਿਲ ਹੁੰਦਾ ਹੈ ਗੁਰਬਾਣੀ ਨੂੰ, ਹੈ ਨਾ, ਇਸ ਤਰੀਕੇ ਨਾਲ ਆਪਾਂ ਦਿਖਾ ਪਾਉਣਾ, ਹੈ ਨਾ, ਇੰਨੇ ਕੁ ਵਧੀਆ ਤਰੀਕੇ ਨਾਲ। ਅਤੇ ਤੁਸੀਂ ਦੇਖ ਰਹੇ ਹੋ ਦੋਸਤੋ, ਇਹ ਕਿੰਨੀ ਵਧੀਆ ਪੇਸ਼ਕਾਰੀ ਕੀਤੀ ਹੋਈ ਹੈ ਅਤੇ ਕਿੰਨੇ ਸੁਚੱਜੇ ਢੰਗ ਨਾਲ। ਅਤੇ ਬਹੁਤ ਖੁਸ਼ੀ ਹੁੰਦੀ ਹੈ ਐਸੀਆਂ ਚੀਜ਼ਾਂ ਦੇਖ ਕੇ। ਸੋ ਇਹ ਖਿਆਲੋਂ ਬਾਹਰ ਹੋ ਜਾਂਦੀਆਂ ਕੁਛ ਚੀਜ਼ਾਂ ਐਸੀਆਂ। ਸੋ ਆਪਾਂ ਆਓ ਅੱਗੇ ਚੱਲਦੇ ਹਾਂ। ਸੋ ਅੱਗੇ ਇਹਨਾਂ ਦੀਆਂ ਹੋਰ ਕਲਾਕਾਰੀਆਂ ਦੇਖਦੇ ਹਾਂ ਜੀ।
ਹਾਂਜੀ ਦੋਸਤੋ, ਸੋ ਤੁਸੀਂ ਇਹਨਾਂ ਦੀਆਂ ਬਹੁਤ ਸਾਰੀਆਂ ਪੇਂਟਿੰਗਸ ਦੇਖੀਆਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜੋ ਇਹਨਾਂ ਨੇ ਸਾਂਭ ਕੇ ਰੱਖੀਆਂ। ਸੋ ਐਸੀ ਹੀ ਬਹੁਤ ਵੱਡਮੁੱਲੀ ਚੀਜ਼ ਤੁਹਾਡੇ ਸਾਹਮਣੇ ਹੋਰ ਪੇਸ਼ ਕਰਨ ਜਾ ਰਹੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਕਿ ਕਿਹੜੀ ਸਦੀ ਤੋਂ ਇਹਨਾਂ ਨੇ ਇਹ ਇਕੱਠੀਆਂ ਕਰੀਆਂ ਨੇ, ਹੈ ਨਾ, ਕਿਹੜੀ ਸਦੀ ਤੋਂ ਇਹਨਾਂ ਕੋਲ ਜੁੜੀਆਂ ਇਹ ਚੀਜ਼ਾਂ ਜੋ ਵਿਰਾਸਤ ਹੈ। ਸੋ ਹਰ ਕੋਈ ਇਹ ਵਿਰਾਸਤ ਨੂੰ ਨਹੀਂ ਸਾਂਭਦਾ। ਸੋ ਆਓ ਜਾਣਕਾਰੀ ਲੈਂਦੇ ਹਾਂ। ਹਾਂਜੀ ਗੁਰਪ੍ਰੀਤ ਕੋਮਲ ਜੀ, ਸੋ ਇਹਨਾਂ ਬਾਰੇ ਜਾਣਕਾਰੀ ਦੇਵੋ ਜੀ, ਇਹ ਕੀ ਚੀਜ਼ਾਂ ਨੇ ਅਤੇ ਕਿੱਥੋਂ ਮਿਲੀਆਂ ਨੇ ਤੁਹਾਨੂੰ? ਇਹ ਮੇਰੇ ਕੋਲ ਲਗਭਗ 15ਵੀਂ ਸਦੀ ਤੋਂ ਤੱਕ ਦਾ ਹੈਗਾ ਵਾ ਸਮਾਨ ਮੇਰੇ ਕੋਲ, ਜਿਹੜੇ ਸਿੱਕੇ ਹੈਗੇ ਆ। ਇਹਨਾਂ ਵਿੱਚ ਨੋਟ ਵੀ ਆ, ਅਲੱਗ-ਅਲੱਗ ਅਸ਼ਰਫੀਆਂ ਮੇਰੇ ਕੋਲ ਹੈਗੀਆਂ, ਨਾਨਕਸ਼ਾਹੀ ਸਿੱਕੇ ਆ ਜੋ ਕਿ 1804 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕੇ ਹੈਗੇ ਆ। ਨਾਨਕਸ਼ਾਹੀ ਸਿੱਕਾ ਉਸ ਨੂੰ ਕਿਹਾ ਜਾਂਦਾ ਜਿਹਦੇ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਬੈਠੇ ਹੋਇਆ, ਉਕਰਿਆ ਹੋਇਆ ਉਹਦੇ ਵਿੱਚ। ਜੋ ਇਹ ਉਹੀ ਸਿੱਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਦੇ ਵਿੱਚ ਲਾਗੂ ਕਰਵਾਇਆ ਸੀ, ਜਾਰੀ ਹੋਇਆ ਸੀ ਜਿਹੜਾ। ਹਾਂਜੀ, ਤਾਂ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਿਖਾਏ ਗਏ ਹੈਗੇ ਆ, ਉਹ ਨਾਨਕਸ਼ਾਹੀ ਸਿੱਕਾ ਵੱਜਦਾ। ਇਹਦੇ ਅਲੱਗ-ਅਲੱਗ ਮਤਲਬ ਹੋਰ ਵੀ ਕਈ ਤਰ੍ਹਾਂ ਦੀਆਂ ਬਣਤਰਾਂ ਆਉਂਦੀਆਂ ਹੈਗੀਆਂ, ਸਾਹਮਣੇ ਆਉਂਦੀਆਂ, ਪਰ 1804 ਦੇ ਵਿੱਚ ਇਹ ਜਿਹੜਾ ਜਾਰੀ ਕੀਤਾ ਗਿਆ ਸੀ। ਜਿੰਨਾ ਕੁ ਮੈਨੂੰ ਯਾਦ ਹੈ, ਸੁਣਨ ਦੇ ਵਿੱਚ ਆਇਆ ਸੀਗਾ ਕਿ ਜੋ ਇਹ ਸਿੱਕੇ ਨੇ ਇਹ ਕੁਛ ਹੀ ਇੱਕ ਗਿਣਤੀ ਦੇ ਵਿੱਚ ਪ੍ਰਿੰਟ ਕਰਾਏ ਗਏ ਸੀਗੇ, ਪਰ ਉਸ ਤੋਂ ਬਾਅਦ ਇਹ ਛਪੜੇ ਬੰਦ ਹੋ ਗਏ ਸੀ। ਹਾਂ, ਜਿੰਨੀਆਂ ਵੀ ਕਰੰਸੀਆਂ ਹੁੰਦੀਆਂ ਵਾ ਸਾਰੀਆਂ, ਮਤਲਬ ਜੇ ਉਹ ਸਮੇਂ ਦੇ ਹਿਸਾਬ ਨਾਲ ਤਬਦੀਲੀ ਹੁੰਦੇ ਨੇ। ਚਾਹੇ ਅਸੀਂ ਭਾਰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਦੇਖੋ, ਤੁਸੀਂ ਨੋਟ ਕਰੋਗੇ ਸਿੱਕੇ ਬਣਦੇ ਆ, ਬਣਨ ਤੋਂ ਬਾਅਦ ਦੇ ਵਿੱਚ ਉਹ ਸਾਡੀਆਂ ਇਤਿਹਾਸ ਬਣ ਜਾਂਦਾ। ਉਸ ਤੋਂ ਬਾਅਦ ਦੇ ਵਿੱਚ ਨਵੀਆਂ ਕਰੰਸੀਆਂ ਬਣਦੀਆਂ ਰਹਿੰਦੀਆਂ। ਉਸੇ ਤਰ੍ਹਾਂ ਹੀ ਸ਼ਾਇਦ ਨਾਨਕਸ਼ਾਹੀ ਸਿੱਕਾ ਵੀ ਜਿਹੜਾ ਕੁਝ ਸਮੇਂ ਲਈ ਪ੍ਰਿੰਟ ਹੋਇਆ, ਬਣਿਆ, ਉਸ ਤੋਂ ਬਾਅਦ ਦੇ ਵਿੱਚ ਹੋਰ ਤਰ੍ਹਾਂ ਦੇ ਸਿੱਕੇ ਆਉਣੇ ਸ਼ੁਰੂ ਹੋ ਗਏ ਹੋਣਗੇ ਸ਼ਾਇਦ। ਬਿਲਕੁਲ ਜੀ, ਅਤੇ ਮੈਂ ਚਾਹਾਂਗਾ ਕਿ ਆਪਣੇ ਦਰਸ਼ਕਾਂ ਨੂੰ ਇਹ ਸਿੱਕਿਆਂ ਦੇ ਦਰਸ਼ਨ ਜ਼ਰੂਰ ਕਰਾਏ ਜਾਣ, ਹੈ ਨਾ, ਕਿ ਜੋ ਪੁਰਾਣੇ ਤੋਂ ਪੁਰਾਣੇ ਸਿੱਕੇ ਨੇ। ਮੇਰੇ ਕੋਲ 1941 ਦੇ ਲਗਭਗ ਦਾ ਹੈਗਾ, ਜਿਹੜਾ ਕਿ ਬਿਲਕੁਲ ਪਿਓਰ ਚਾਂਦੀ ਦਾ ਸਿੱਕਾ ਜਿਹਨੂੰ ਕਹਿੰਦੇ ਹੈਗੇ ਆ। ਸ਼ਾਇਦ ਕਈ ਗੀਤਾਂ ਦੇ ਵਿੱਚ ਵੀ ਆਪਾਂ ਇਹਦਾ ਜ਼ਿਕਰ ਹੁੰਦਾ ਹੈਗਾ। ਜਿਵੇਂ ਗੁਰਦਾਸ ਮਾਨ ਜੀ ਦਾ ਹੈਗਾ, ਗੱਲ ਚਾਂਦੀ ਦੇ ਰੁਪਏ ਵਾਂਗੂ ਟਣਕੇ। ਹਾਂਜੀ, ਅਤੇ ਉਹਨੂੰ ਨਾ ਇਸ ਤਰ੍ਹਾਂ ਜਦੋਂ ਚਾਂਦੀ ਨੂੰ ਦਾ ਸਿੱਕੇ ਨੂੰ ਐਂ ਭੜਕਾ ਕੇ ਤਾਂ ਦੇਖਿਆ ਜਾਂਦਾ ਸੀ, ਤਾਂ ਥੱਲੋਂ ਇੱਕ ਅਲੱਗ ਟਨ ਦੀ ਆਵਾਜ਼ ਆਉਂਦੀ ਸੀਗੀ। ਉਹ ਇੱਕ ਚਾਂਦੀ ਦੇ ਸਿੱਕੇ ਦੀ ਆਉਂਦੀ ਸੀ, ਇਸ ਤੋਂ ਇਲਾਵਾ ਹੋਰ ਕਿਸੇ ਸਿੱਕੇ ਦੀ ਆਵਾਜ਼ ਕਦੇ ਨਹੀਂ ਆਊਗੀ। ਤਾਂ ਇਹ ਅਸਲ ਚਾਂਦੀ ਹੈਗੀ ਆ। ਅਗਰ ਇਹਨੂੰ ਸੁਨਿਆਰੇ ਨੂੰ ਵੀ ਜਾ ਕੇ ਦਿਆਂਗੇ ਤਾਂ ਹੈ ਬੇਸ਼ੱਕ 1 ਰੁਪਈਆ ਹੀ ਹੈ, ਅਤੇ ਪਰ ਇਹ ਉੱਥੇ ਸ਼ਾਇਦ ਇਹ ਹਜ਼ਾਰਾਂ ਰੁਪਈਆਂ ਦੀ ਕੀਮਤ ਦੇ ਵਿੱਚ ਇਕੱਲੀ ਚਾਂਦੀ ਕੋਈ ਨਿਕਲਦੀ ਹੈ ਇਹਦੇ ਵਿੱਚੋਂ ਜਿਹੜੀ। ਤਾਂ ਇੱਦਾਂ ਦੇ ਮੇਰੇ ਕੋਲ ਕਈ ਹੈਗੇ ਆ ਸਿੱਕੇ ਆ। ਚਾਂਦੀ ਦੀਆਂ ਚਵਾਨੀਆਂ, ਜਿਵੇਂ ਕਿ ਦੀਵਾਨੀਆਂ, ਆਨੇ। ਮੈਂ ਅਕਸਰ ਕਈ ਵਾਰ ਬੱਚਿਆਂ ਨਾਲ ਸ਼ੇਅਰ ਕਰਦਾ, ਜਾਣਕਾਰੀ ਸਾਨੂੰ ਅਕਸਰ ਸ਼ੇਅਰ ਕਰਨੀ ਚਾਹੀਦੀ ਆ। ਸਾਡਾ ਇਤਿਹਾਸ ਸੰਭਾਲਣ ਦਾ ਮਕਸਦ ਵੀ ਕੀ ਹੈਗਾ, ਅਸੀਂ ਆਪਣੇ ਬੱਚਿਆਂ ਨੂੰ ਆਪਣਾ ਇਹ ਵਿਰਸੇ ਬਾਰੇ ਜਾਣੂ ਕਰਵਾਈਏ। ਅਕਸਰ ਮੈਂ ਬੱਚਿਆਂ ਨੂੰ ਪੁੱਛਦਾ ਹੈਗਾ ਵੀ ਕਿ 16 ਆਨੇ ਕਿਹਨੂੰ ਕਿਹਾ ਜਾਂਦਾ। ਤਾਂ ਜਦੋਂ 16 ਆਨੇ ਦੀ ਗੱਲ ਹੁੰਦੀ ਹੈਗੀ ਆ, ਕਿਉਂਕਿ ਇਹ ਜਿਹੜੇ 16 ਆਨੇ ਵਿੱਚ ਸੱਚਾਈ ਦੇ ਨਾਲ ਜੋੜਿਆ ਜਾਂਦਾ ਕਿ 16 ਆਨੇ ਸੱਚੀ ਗੱਲ ਹੈ। ਕੋਈ ਵੀ ਗੱਲ ਕਰਦੇ ਤਾਂ ਜ਼ਿਕਰ ਹੁੰਦਾ ਹੈਗਾ, ਯਾਰ ਮੈਂ 16 ਆਨੇ ਗੱਲ ਸੱਚ ਕਹੀ ਹੈਗੀ ਹੈ ਨਾ। ਤਾਂ ਉਹ 16 ਆਨੇ ਦਾ ਮਤਲਬ ਕੀ ਹੈਗਾ ਇਹਦੇ ਵਿੱਚ? ਇਹ 16 ਆਨੇ ਦਾ ਮਤਲਬ ਹੁੰਦਾ ਹੈਗਾ ਵੀ ਕਿ 100% ਦੀ ਸਹੀ ਗੱਲ ਕਹਿ ਦੇਣੀ। ਜਿਸ ਤਰ੍ਹਾਂ ਅਸੀਂ 100% 100 ਪੈਸਾ ਜਿਹੜਾ, ਤਾਂ 100 ਪੈਸੇ ਦੇ ਬਰਾਬਰ 16 ਆਨੇ ਹੁੰਦੇ ਹੈਗੇ ਆ। 1 ਰੁਪਈਏ ਦੇ ਵਿੱਚ 8 ਆਨੇ ਹੁੰਦੇ ਸੀਗੇ, 16 ਆਨੇ ਹੁੰਦੇ ਸੀਗੇ। ਉਹਨੂੰ ਤਾਂ ਕਰਕੇ 16 ਆਨੇ ਸੱਚੀ ਕਹੀ ਜਾਂਦੀ ਸੀਗੀ। 16 ਆਨੇ ਦਾ ਅੱਧ ਜਦੋਂ ਕਰ ਲਿਆ ਜਾਵੇ ਤਾਂ ਅਠਿਆਨੀ, 50 ਪੈਸੇ ਨੂੰ ਅਠਿਆਨੀ ਕਹਿੰਦੇ ਸੀ। ਤੁਸੀਂ ਸ਼ਾਇਦ ਯਾਦ ਹੋਊਗਾ ਤੁਹਾਨੂੰ, ਅਠਿਆਨੀ ਦੀ ਚੀਜ਼ ਲਿਆਉਣੀ 50 ਪੈਸੇ, ਉਹ 8 ਆਨੇ ਹੋ ਜਾਂਦੇ ਆ। ਤਾਂ 4 ਆਨੇ ਚਵਾਨੀ ਬਣ ਜਾਂਦੀ ਆ। 4 ਆਨੇ ਤੋਂ ਗਾਂ 2 ਆਨੇ, 1 ਆਨਾ। ਸੋ ਇਹ ਚੀਜ਼ਾਂ ਜਿਹੜੀਆਂ ਸਾਡੇ ਇਤਿਹਾਸ ਦੀ ਜਿਹੜੀਆਂ ਮਤਲਬ ਕਿ ਪਿਛਲਾ ਇਤਿਹਾਸ ਆ ਜਿਹੜਾ ਕਿ ਅੱਜ ਵਿਸਰਦਾ ਜਾ ਰਿਹਾ ਸਾਡੇ ਜ਼ਿਹਨ 'ਚੋਂ, ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਸਾਨੂੰ ਜਾਣੂ ਕਰਵਾਉਣਾ ਜ਼ਰੂਰ ਚਾਹੀਦਾ ਹੈਗਾ। ਅਕਸਰ ਲੋਕ ਕਹਿੰਦੇ ਆ ਦੀਵਾਨੀ ਦਾ ਬੰਦਾ ਨਹੀਂ ਆ, ਇਹ ਵਰਡਿੰਗ ਵਰਤਦੇ ਆ ਕਈ ਜਗ੍ਹਾ। ਬਿਲਕੁਲ, ਅਕਸਰ ਜਦੋਂ ਲੋਕ ਕਿਸੇ ਦੀ ਹੈ ਨਾ ਬੇਇੱਜ਼ਤੀ ਕਰਨੀ ਹੁੰਦੀ ਜਾਂ ਫਿਰ ਕਿਸੇ ਨੂੰ ਹੇਠਾਂ ਦਿਖਾਉਣਾ ਹੁੰਦਾ, ਅਕਸਰ ਇਹ ਕਹਾਵਤ ਯੂਜ਼ ਕੀਤੀ ਜਾਂਦੀ ਹੈ ਕਿ ਦੀਵਾਨੀ ਦਾ ਬੰਦਾ ਨਹੀਂ। ਪਰ ਜੇ ਉਹਨੂੰ ਇਹ ਗੱਲ ਕਹਿ ਦਈਏ ਕਿ ਬਾਈ ਦੀਵਾਨੀ ਲਿਆ ਕੇ ਤਾਂ ਦਿਖਾ ਦੇ ਕਿੱਥੇ ਆ, ਕਿਹੋ ਜਿਹੇ ਆ, ਉਹਦੇ ਦਰਸ਼ਨ ਵੀ ਤਾਂ ਕਰਵਾ ਦੇ, ਤਾਂ ਮੈਂ ਤੁਹਾਨੂੰ ਦੀਵਾਨੀ ਦੇ ਵੀ ਜਿਹੜੇ ਹੈਗੇ ਆ ਉਹ ਵੀ ਦਿਖਾਉਣਾ ਹੈਗਾ ਵੀ ਕਿ 4 ਆਨੇ ਵੀ ਹੈ ਮੇਰੇ ਕੋਲੇ, ਦੀਵਾਨੀ ਵੀ ਹੈ ਮੇਰੇ ਕੋਲੇ। ਇਹ ਦੀਵਾਨੀ ਹੈਗੀ ਆ, ਇਹਦੇ 'ਤੇ 2 ਆਨਾ ਲਿਖਿਆ ਹੋਇਆ ਵਾ, 2 ਬਣਾਇਆ ਹੋਇਆ ਵਾ। ਆਹ 4 ਆਨੇ ਆ ਜਿਸ ਤਰ੍ਹਾਂ, ਹੈ ਨਾ। ਤਾਂ ਦੀਵਾਨੀ, 4 ਆਨੇ, ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਸਾਡੇ ਪੰਜਾਬੀ ਇਤਿਹਾਸ ਦਾ ਜਿਹੜਾ ਹੈਗਾ ਬਹੁਤ ਅਨਮੋਲ ਹਿੱਸਾ ਹੈਗਾ, ਜਿਹੜਾ ਕਿ ਅਸੀਂ ਇਸ ਚੀਜ਼ ਤੋਂ ਅਸੀਂ
ਅਣਜਾਣ ਹੋਏ ਬੈਠੇ ਹੈਗੇ ਆ, ਸਾਨੂੰ ਨਹੀਂ ਇਹਨਾਂ ਚੀਜ਼ਾਂ ਤੋਂ ਕਈ ਵਾਰ ਪਤਾ ਲੱਗਦਾ। ਤੇ ਤੁਹਾਡੇ ਕੋਲ ਹੋਰ ਕਿਹੜੇ ਸਿੱਕੇ ਮੌਜੂਦ ਨੇ, ਕਦੋਂ ਤੋਂ ਲੈ ਕੇ ਹੈਗੇ ਨੇ ਹੁਣ ਤੱਕ? ਮੇਰੇ ਕੋਲ ਬਹੁਤ ਸਾਰੇ ਆ ਸਿੱਕੇ, ਤਾਂ ਹੁਣ ਕਈ ਸਿੱਕਿਆਂ ਦੇ ਬਾਰੇ ਤਾਂ ਮੈਨੂੰ ਪਤਾ ਵੀ ਨਹੀਂ ਹੁੰਦਾ। ਹੁਣ ਆਹ ਸ਼ਰਫੀਆਂ ਹੈਗੀਆਂ ਜਿਸ ਤਰ੍ਹਾਂ ਹੈ ਨਾ, ਅਤੇ ਮੈਨੂੰ ਨਹੀਂ ਇਹਨਾਂ ਚੀਜ਼ਾਂ ਦੇ ਬਾਰੇ ਕਈ ਵਾਰ ਜਾਣਕਾਰੀ। ਮੈਂ ਕੋਸ਼ਿਸ਼ ਕਰਦਾ ਰਹਿੰਦਾ, ਖੋਜ ਹਮੇਸ਼ਾ ਸਾਨੂੰ ਕਰਦੇ ਰਹਿਣਾ ਚਾਹੀਦਾ। ਜਦੋਂ ਕੋਈ ਚੀਜ਼ ਦੀ ਸਾਨੂੰ ਪਤਾ ਲੱਗਦਾ, ਅਸੀਂ ਗਾਂਹ ਦੀ ਗਾਂਹ ਇਹਨਾਂ ਨੂੰ, ਕਿਉਂਕਿ ਐਸੀਆਂ ਵਡਮੂਲੀਆਂ ਦਾਤਾਂ ਤਾਂ ਖਾਸ ਕਰਕੇ ਜਦੋਂ ਆਪਾਂ ਖੁਦਾਈ ਦੇ ਦੌਰਾਨ ਹੈ ਨਾ ਖੁਦਾਈ ਕਰਦੇ ਉਦੋਂ ਹੀ ਨਿਕਲਦੀਆਂ। ਬਟ ਇਹ ਤੁਹਾਡੇ ਕੋਲ ਕਿਵੇਂ ਪਹੁੰਚੇ ਅਤੇ ਕਿਸ ਤਰ੍ਹਾਂ ਸਹਿਯੋਗ ਬਣਿਆ ਤੁਹਾਡੇ ਤੱਕ ਆਉਣ ਦਾ, ਸੋ ਕੁਝ ਦੱਸੋ। ਜਦੋਂ ਤੁਸੀਂ ਕਿਸੇ ਰਾਹ 'ਤੇ ਤੁਰ ਪੈਂਦੇ ਆ ਤਾਂ ਤੁਹਾਨੂੰ ਅਕਸਰ ਉੱਦਾਂ ਦੀ ਵਿਚਾਰਧਾਰਾ ਦੇ ਲੋਕ ਮਿਲਣੇ ਸ਼ੁਰੂ ਹੋ ਜਾਂਦੇ ਹੈਗੇ ਆ। ਤਾਂ ਉਸੇ ਤਰ੍ਹਾਂ ਜਦੋਂ ਤੁਸੀਂ ਕਹਿ ਦੋਗੇ ਕਿ ਹਾਂ ਮੈਂ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ, ਕੁਛ ਚੀਜ਼ਾਂ ਖਰੀਦਣੀਆਂ ਪੈਂਦੀਆਂ, ਕੁਛ ਸਾਨੂੰ ਆਪਣੇ ਆਪ ਲੋਕ ਦੇਣਾ ਸ਼ੁਰੂ ਕਰ ਦਿੰਦੇ ਆ। ਕਿਸੇ ਨਾ ਕਿਸੇ ਕੋਨੇ ਦੇ ਵਿੱਚ ਪਏ ਹੁੰਦੇ ਆ, ਉਹਨਾਂ ਦੇ ਬਜ਼ੁਰਗਾਂ ਨੇ ਸੰਭਾਲੀਆਂ ਹੁੰਦੀਆਂ ਚੀਜ਼ਾਂ, ਉਹ ਸਾਨੂੰ ਸਪੁਰਦ ਕਰ ਦਿੰਦੇ ਆ ਵੀ ਕਿ ਆਹ ਲਓ ਜੀ ਸਾਡੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ, ਇਹਨਾਂ ਨੂੰ ਸੰਭਾਲੋ। ਇੱਛਾ ਬਹੁਤ ਹੈਗੀ ਆ ਕਿ ਆਪਣੇ ਇਸ ਵਿਰਸੇ ਨੂੰ ਗਾਂਹ ਦੀ ਗਾਂਹ ਲੋਕਾਂ ਤੋਂ ਜਾਣੂ ਕਰਵਾਇਆ ਜਾਵੇ, ਲੋਕਾਂ ਨੂੰ ਵੀ ਉਹ ਜਾਣਕਾਰ ਹੋਣ ਕਿ ਸਾਡਾ ਵਿਰਸਾ ਜਿਹੜਾ ਉਹ ਐਵੇਂ ਨਹੀਂ ਹੈਗਾ ਸੀਗਾ। ਸਾਡੀ ਸੋਚ ਕਿੱਡੀ, ਸਾਡੇ ਬਜ਼ੁਰਗਾਂ ਦੀ ਕਿੱਡੀ ਸੋਚ ਸੀਗੀ, ਇਹਦੇ ਪਿੱਛੇ ਕੀ ਕੰਮ ਕਰਦਾ ਸੀਗਾ, ਇਹ ਬਹੁਤ ਜ਼ਿਆਦਾ। ਤਾਂ ਇੱਦਾਂ ਦੇ ਕੋਈ ਮਿਊਜ਼ੀਅਮ ਵਗੈਰਾ ਬਣਾਉਣ ਵਾਸਤੇ ਅਸੀਂ ਇਹਨਾਂ ਚੀਜ਼ਾਂ ਨੂੰ ਇਕੱਤਰ ਕਰਦੇ ਗਏ। 1 ਤੋਂ 2, 2 ਤੋਂ 4 ਹੁੰਦੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਕੇ ਬਣ ਗਏ ਆ, ਨੋਟ ਵੀ, ਜਿਹੜੇ ਕਿ ਕਦੇ ਸਾਡੇ ਲਈ ਅਚੰਭਤ ਹੁੰਦੇ ਹੈਗੇ ਆ ਵੀ ਕਿ ਇਹ ਚੀਜ਼ਾਂ ਕਿੱਥੋਂ ਮਿਲਦੀਆਂ ਹੈਗੀਆਂ। ਤੁਹਾਡੇ ਕੋਲ ਸਭ ਤੋਂ ਜਿਹੜਾ ਪੁਰਾਣਾ ਸਿੱਕਾ ਉਹ ਕਿਹੜਾ ਹੈਗਾ, ਅਤੇ ਉਸਦੇ ਦਰਸ਼ਨ ਜ਼ਰੂਰ ਕਰਾਓ ਸਾਡੇ ਦਰਸ਼ਕਾਂ ਨੂੰ। 1717 ਦਾ। ਸੋ ਤੁਸੀਂ ਦੇਖ ਰਹੇ ਹੋ ਕਾਫੀ ਸਾਰੇ ਸਿੱਕੇ ਪਏ ਹੋਏ ਨੇ। 1717 ਦਾ ਹੈਗਾ। ਇੱਕ ਪਾਸੇ ਦੇ ਮਹਾਤਮਾ ਬੁੱਧ ਦੀ ਹੈਗੀ ਆ ਆਕ੍ਰਿਤੀ ਬਣੀ ਹੋਈ ਵੀ ਹੈ। ਤਾਂ ਆਈ ਥਿੰਕ ਮੇਰੇ ਕੋਲ ਸਭ ਤੋਂ ਪੁਰਾਣਾ 1617 ਸਨ ਦਾ ਹੈਗਾ ਸਿੱਕਾ ਇੱਕ। 1835 ਦਾ ਹੀ ਇੱਕ ਆਹ ਵਾਲਾ। ਸੋ ਇੱਦਾਂ ਦੇ ਕਈ ਸਿੱਕੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਕਰੀ ਜਾਈਦਾ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈਗੀ ਵੀ ਇਹਨਾਂ ਦੇ ਬਾਰੇ ਇਹਦੀ ਜਾਣਕਾਰੀਆਂ ਅਸੀਂ ਕੋਸ਼ਿਸ਼ ਇਕੱਤਰ ਕਰਦੇ ਰਹਿੰਦੇ ਹਾਂ ਤਾਂ ਕਿ ਗਾਂਹ ਦੀ ਗਾਂਹ ਉਹਨਾਂ ਨੂੰ ਸਾਂਝੀਆਂ ਕੀਤੀਆਂ ਜਾ ਸਕਣ। ਇਸ ਦੇ ਨਾਲ ਮੈਂ ਦੇਖ ਰਿਹਾ ਕਿ ਤੁਸੀਂ ਇੱਕ ਨੋਟ ਵੀ ਖਾਸ ਰੱਖੇ ਹੋਏ ਨੇ ਆਪਣੇ ਨਾਲ, ਹੈ ਨਾ। ਸੋ ਇਹਨਾਂ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਕਦੋਂ ਦੇ ਨੋਟਸ ਨੇ ਅਤੇ ਕਦੋਂ ਤੱਕ ਤੋਂ ਹੈਗੇ ਨੇ। ਨੋਟ ਮੇਰੇ ਕੋਲ ਕਈ ਤਰ੍ਹਾਂ ਦੇ ਹੈਗੇ ਆ ਜੀ, ਬਟ ਇਹਨਾਂ ਦੇ ਵੇਰਵੇ ਦੇਣ ਵਾਸਤੇ ਤਾਂ ਬਹੁਤ ਲੰਬਾ ਸਮਾਂ ਚਾਹੀਦਾ ਹੈਗਾ, ਕਿਉਂਕਿ ਇਕੱਲੇ ਨਹੀਂ ਹੈਗੇ। ਇਹਨਾਂ ਦੀਆਂ ਜਾਣਕਾਰੀਆਂ, ਕਿਉਂਕਿ ਇਹਦੇ ਵਿੱਚ ਮੇਰੇ ਕੋਲ 5000 ਦੇ ਸਿੱਕੇ ਵੀ ਆ, ਕਾਫੀ ਮਤਲਬ ਨੋਟ ਹੈ ਜਿਹੜੇ ਹਾਂਜੀ ਚੱਲੀ ਜਾਂਦੇ ਜਿਹੜੇ ਕਾਂਦੀਆਂ। ਸੋ ਦਰਸ਼ਕੋ, ਇੱਕ ਗੱਲ ਤਾਂ ਤੁਸੀਂ ਬਹੁਤ ਬਾਖੂਬੀ ਦੇਖੀ ਹੈ ਕਿ ਇਹਨਾਂ ਨੇ ਸਿਰਫ ਇਹ ਸਿੱਕੇ ਇਕੱਠੇ ਨਹੀਂ ਕੀਤੇ, ਕਿ ਇਹਨਾਂ ਦੀ ਜਾਣਕਾਰੀ ਵੀ ਬਹੁਤ ਕਮਾਲ ਦੀ ਰੱਖੀ ਹੋਈ ਹੈ। ਸੋ ਕਿਸੇ ਵੀ ਚੀਜ਼ ਨੂੰ ਇਕੱਠਾ ਕਰਨਾ, ਇੱਕ ਵਿਰਾਸਤ ਨੂੰ ਸਾਂਭਣਾ, ਇਹ ਤਾਂ ਚੰਗੀ ਗੱਲ ਹੈ ਹੀ, ਪਰ ਉਸ ਦੇ ਨਾਲ ਨਾਲ ਤੁਸੀਂ ਉਸ ਦੀ ਜਾਣਕਾਰੀ ਇਕੱਠੀ ਕਰਨੀ ਅਤੇ ਉਹ ਜਾਣਕਾਰੀ ਦੂਜਿਆਂ ਦੇ ਨਾਲ ਵੀ ਸਾਂਝਾ ਕਰਨਾ ਬਹੁਤ ਵੱਡੀ ਗੱਲ ਹੈ। ਸੋ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਇਹ ਚੀਜ਼ਾਂ ਸਾਂਭੀਆਂ ਹੋਈਆਂ ਨੇ, ਅਤੇ ਇਸ ਦੇ ਨਾਲ ਨਾਲ ਤੁਹਾਡੇ ਹੋਰ ਕੀ ਰਿਕਾਰਡਸ ਨੇ ਅਤੇ ਕੀ ਹੋਰ ਚੀਜ਼ਾਂ ਨਾਲ ਤੁਸੀਂ ਜਿਹੜੀਆਂ ਕਿ ਲੋਕਾਂ ਦੇ ਸਾਹਮਣੇ ਨਹੀਂ ਹੈ, ਸਾਡੇ ਦਰਸ਼ਕਾਂ ਦੇ ਸਾਹਮਣੇ ਨਹੀਂ ਆਈਆਂ, ਸਾਨੂੰ ਉਹਨਾਂ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ। ਦੁਨੀਆ ਦੀ ਭੀੜ ਦੇ ਵਿੱਚੋਂ ਅਲੱਗ ਹੋਣਾ, ਉਹਦੇ ਲਈ ਕੁਝ ਅਲੱਗ ਕਰਨਾ ਪੈਂਦਾ। ਬਿਲਕੁਲ। ਤਾਂ ਉਹਦੇ ਲਈ ਜਿਸ ਤਰ੍ਹਾਂ ਇਹ ਤਾਂ ਮੇਰਾ ਇੱਕ ਮਿਊਜ਼ੀਅਮ ਦਾ ਹਿੱਸਾ ਵੀ, ਤਾਂ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਵਿਸਰਦੀਆਂ ਜਾ ਰਹੀਆਂ ਹੈਗੀਆਂ ਲੋਕਾਂ ਦੇ ਕਿਸੇ ਨਾ ਕਿਸੇ ਖੂੰਜਿਆਂ ਦੇ ਵਿੱਚੋਂ, ਅਕਸਰ ਕੀ ਆ ਸਾਡੇ ਲੋਕ ਜਿਹੜੇ ਹੈਗੇ ਇਹਨਾਂ ਸਿੱਕਿਆਂ ਨੂੰ ਪਾਣੀ 'ਚ ਤਾਰ ਦਿੰਦੇ ਆ, ਇਹਨੂੰ ਲੋਹੜੀ ਦੇ ਜਲਾਉਣ ਲੱਗਿਆਂ ਥੱਲੇ ਜਿਵੇਂ ਡੱਬਰ ਪੈਸੇ ਨੂੰ ਥੱਲੇ ਰੱਖ ਕੇ ਇਸੇ ਕੰਮ ਦੇ ਜੋਗੇ ਰਹਿ ਗਏ ਹੋਏ ਨੇ ਸਿੱਕੇ। ਪਰ ਇਹ ਸਾਡੇ ਇਤਿਹਾਸ ਨੂੰ ਜਾਣਕਾਰੀ ਵਾਸਤੇ ਇਹ ਤਾਂ ਇੱਕ ਮਿਊਜ਼ੀਅਮ ਦਾ। ਉਹਦੇ ਨਾਲ ਨਾਲ ਮੈਂ ਕਾਫੀ ਸਾਰੇ ਜਿਹੜੇ ਹੈਗੇ ਆ ਵਿਸ਼ਵ ਰਿਕਾਰਡ ਬਣਾਏ ਆ। 2005 ਵਿੱਚ ਡਿਪਟੀ ਕਮਿਸ਼ਨਰ ਸਾਹਿਬ ਦੇ ਸਾਹਮਣੇ ਮੈਂ ਇੱਕ ਕੱਪੜੇ ਦਾ ਥਾਨ ਪੂਰਾ ਕੱਢਿਆ ਸੀਗਾ, ਸੂਈ ਦੇ ਨਖਾਰੇ ਵਿੱਚ ਦੀ ਕੱਢਿਆ। ਉਹ ਸੂਈ ਦੇ ਨੱਕੇ ਦੇ ਵਿੱਚੋਂ ਇੱਕ ਪੂਰਾ ਕੱਪੜੇ ਦਾ ਥਾਨ ਕੱਢਣਾ, ਇੱਕ ਧਾਗਾ ਪਾਉਣਾ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ। ਧਾਗਾ ਪਾਉਣ ਦੇ ਲਈ ਵੀ ਬਹੁਤ ਨਿਗਾਹ ਦੀ ਲੋੜ ਪੈਂਦੀ ਹੈ, ਪਰ ਇੱਕ ਪੂਰੇ ਦਾ ਪੂਰਾ ਥਾਨ ਸੂਈ ਦੇ ਨੱਕੇ ਵਿੱਚੋਂ ਲੰਘਾਉਣਾ ਬਹੁਤ ਹੀ ਵੱਡੀ ਗੱਲ ਹੈ ਜੋ ਇਹਨਾਂ ਨੇ ਇਹ ਰਿਕਾਰਡ ਬਣਾਇਆ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਮੈਂ ਕਹਿ ਸਕਦਾ ਹਾਂ ਕਹਾਵਤ ਦੀ ਨਵੀਂ ਇੱਕ ਸਿਰਜਣਾ ਹੋਈ ਕਹਿ ਸਕਦੇ ਹੈਗੇ ਆ। ਕਰਵਾਈ ਅਕਾਲ ਪੁਰਖ ਪਰਮਾਤਮਾ ਨੇ ਆ।
ਮੈਂ ਕਦੇ ਸੋਚਿਆ ਨਹੀਂ ਸੀਗਾ, ਕਿਉਂਕਿ ਅਕਸਰ ਨਾ ਮੈਂ ਛੋਟੇ ਹੁੰਦਿਆਂ ਤੋਂ ਇੱਕ ਸੁਣਦਾ ਹੁੰਦਾ ਸੀ ਵੀ ਢਾਕੇ ਦੀ ਮਲਮਲ ਹੁੰਦੀ ਸੀਗੀ, ਉਹਨੂੰ ਮੁੰਦਰੀ ਦੇ ਵਿੱਚ ਦੀ ਕੱਢਿਆ ਗਿਆ ਸੀਗਾ, ਐਦਾਂ ਮੈਨੂੰ ਸੁਣਨ 'ਚ ਆਉਂਦਾ ਹੁੰਦਾ ਸੀਗਾ। ਮੈਂ ਸੋਚਦਾ ਹੁੰਦਾ ਸੀ ਵੀ ਢਾਕੇ ਦੀ ਮਲਮਲ ਉਹ ਕਿਵੇਂ ਮੁੰਦਰੀ ਵਿੱਚ ਦੀ ਨਿਕਲ ਸਕਦੀ ਆ, ਪਰ ਕੁਛ ਚੀਜ਼ਾਂ ਦਿਮਾਗ ਦੇ ਵਿੱਚ ਬਾਹਰ ਹੋ ਜਾਂਦੀਆਂ ਨੇ ਕਿ ਇਹ ਚੀਜ਼ਾਂ ਹੋਣਗੀਆਂ ਤਾਂ ਕਿਵੇਂ, ਕਿ ਆਪਾਂ ਵੀ ਉਹ ਕਰ ਸਕਦੇ ਹਾਂ। ਜਦੋਂ ਕੋਈ ਚੀਜ਼ ਦੀ ਸਿਰਜਣਾ ਹੁੰਦੀ ਹੈ ਨਾ, ਤਾਂ ਕਿਤੇ ਨਾ ਕਿਤੋਂ ਇੱਕ ਸਵਾਲ, ਕੁਐਸਚਨ ਮਾਰਕ ਪਹਿਲਾਂ ਉੱਠਦਾ ਹੈਗਾ। ਜਦੋਂ ਅਸੀਂ ਸਵਾਲ ਤੋਂ ਗਾਂਹ ਅਗਲੀ ਤਹਿ ਤੱਕ ਜਾਂਦੇ ਹਾਂ ਤਾਂ ਉਦੋਂ ਅਚਨਚੇਤ ਕੋਈ ਨਾ ਕੋਈ ਸਿਰਜਣਾ ਹੋ ਜਾਂਦੀ ਹੈਗੀ ਆ। ਤਾਂ ਉਹ ਸ਼ਾਇਦ ਇਹੀ ਹਾਲਾਤ ਰਹੇ ਹੋਣਗੇ ਮੇਰੇ। ਤਾਂ ਮੈਂ ਸਭ ਤੋਂ ਪਹਿਲਾਂ ਇੱਕ ਸੂਈ ਵਿੱਚ ਦੀ 8800 ਧਾਗਾ ਪਾਇਆ ਸੀ। 13 ਨੰਬਰ ਦੀ ਸੂਈ ਵਿੱਚ ਦੀ 8800 ਧਾਗਾ ਪਾਇਆ। ਜਦੋਂ ਉਹ ਪਾ ਲਿਆ, ਮੇਰਾ ਇੱਕ ਰਿਕਾਰਡ ਬਣ ਗਿਆ। ਤਾਂ ਮੈਂ ਮਨ 'ਚ ਬੈਠਾ ਸੋਚ ਰਿਹਾ ਸੀਗਾ ਕਿ ਗੁਰਪ੍ਰੀਤ 8800 ਧਾਗਾ ਤਾਂ ਇੱਕ ਥਾਨ ਹੀ ਬਣ ਜਾਂਦਾ ਜੇ ਉਹਨੂੰ ਬੁਣੀਏ, ਤਾਂ ਮੇਰਾ ਖਿਆਲ ਵੀ ਹੈ ਨਾ ਇੱਕ ਥਾਨ ਬਣ ਜੂ। ਤਾਂ ਫਿਰ ਮੈਂ ਇੱਕ ਥਾਨ ਲੈ ਕੇ ਉਹਦੇ ਵਿੱਚ ਦੀ ਕੱਢ ਕੇ ਦੇਖਿਆ ਤਾਂ ਉਹ ਕੱਪੜੇ ਦਾ ਥਾਨ ਨਿਕਲ ਗਿਆ ਸੂਈ ਵਿੱਚ ਦੀ। ਫਿਰ ਮੈਂ ਉਹਦੇ ਵਿੱਚ ਇੱਕ ਮੈਸੇਜ ਦਿੱਤਾ। ਇੱਕ ਆਰਟਿਸਟ ਹੋਣ ਦੇ ਨਾਤੇ ਮੇਰਾ ਫਰਜ਼ ਵੀ ਬਣਦਾ ਸੀ ਵੀ ਅਸੀਂ ਸਮਾਜ ਨੂੰ ਕੋਈ ਸੇਧ ਦੇਈਏ, ਸਾਡਾ ਕੋਈ ਨਾ ਕੋਈ ਮੈਸੇਜ ਵੀ ਤਾਂ ਲੋਕਾਂ ਤੱਕ ਪਹੁੰਚੇ। ਬਿਲਕੁਲ ਕੋਈ ਸ਼ੱਕ ਨਹੀਂ ਹੈ। ਅਸੀਂ ਜੇ ਭਾਰਤ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਅਸੀਂ ਆਪਣਾ ਕੋਈ ਨਾ ਕੋਈ ਮੈਸੇਜ ਸੁਨੇਹਾ ਲੋਕਾਂ ਤੱਕ ਪਹੁੰਚਦਾ ਕਰੀਏ। ਤਾਂ ਉਸ ਟਾਈਮ ਦੇ ਉੱਤੇ ਅਸੀਂ ਅੱਤਵਾਦ ਦੇ ਦੌਰ ਦੇ ਵਿੱਚੋਂ ਦੀ ਗੁਜ਼ਰਿਆ ਸਾਡਾ ਪੰਜਾਬ। ਸਾਡੇ ਕਈ ਨਸਲਾਂ, ਮਤਲਬ ਜਿਹੜੀਆਂ ਪੀੜ੍ਹੀਆਂ ਜਿਹੜੀਆਂ ਖਤਮ ਹੋ ਗਈਆਂ। ਕਈ ਪਿੰਡਾਂ ਦੇ ਵਿੱਚ ਜ਼ੁਬਾਨੀ ਖਤਮ ਕਰ ਦਿੱਤੀ ਗਈ, ਜਿਹੜੀ 84 ਦੇ ਦੌਰ ਨੇ ਸਾਡੇ ਨੇ। ਤਾਂ ਅੱਤਵਾਦ ਦਾ ਜਿਹੜਾ ਝੰਬਿਆ ਹੋਇਆ ਪੰਜਾਬ ਸੀਗਾ, ਉਹਦੇ ਲਈ ਵੀ ਸੁਨੇਹਾ ਦੇਣਾ ਸਾਡਾ ਇੱਕ ਫਰਜ਼ ਬਣਦਾ ਸੀਗਾ। ਤਾਂ ਮੈਂ ਉਦੋਂ ਇੱਕ ਸੈਂਟਰ ਦੇ ਵਿੱਚ ਅੱਤਵਾਦ ਨੂੰ ਜਿਹੜਾ ਗਲੋਬ ਦਿਖਾ ਕੇ ਨਾ ਜੀ, ਅੱਤਵਾਦ ਨੂੰ ਦਬਿਆ ਹੋਇਆ ਦਿਖਾਇਆ ਸੀ ਥੱਲੇ। ਤਾਂ ਇੱਕ ਗਲੋਬ ਬਣਾ ਕੇ ਉਹਨੂੰ ਪਾਵਰਫੁਲ ਦਿਖਾਇਆ ਸੀ ਕਿ ਵਿਸ਼ਵ ਦੇ ਲੋਗੋ ਤੁਸੀਂ ਇਕੱਠੇ ਹੋ ਕੇ ਅੱਤਵਾਦ ਨੂੰ ਆਪਦੇ ਪੈਰ ਥੱਲੇ ਤਾਂ ਨੱਪ ਰਵੋ। ਤਾਂ ਉਹਦੇ ਵਿੱਚ ਸਾਰੀ ਦੁਨੀਆ ਦੇ ਜਿਹੜੇ ਆ ਉਹ ਝੰਡੇ ਬਣਾਏ ਸੀਗੇ, ਤਿਰੰਗੇ ਦੀ ਸ਼ੇਪ ਦੇ ਵਿੱਚ ਆਪਦੇ ਉਸ ਨੂੰ ਸਾਰੇ ਫਲੈਗ ਬਣਾ ਕੇ ਸੈਂਟਰ ਦੇ ਵਿੱਚ ਸਾਰੀ ਦੁਨੀਆ ਦੇ ਝੰਡੇ ਬਣਾਏ। ਤਾਂ ਸਭ ਤੋਂ ਪਹਿਲਾਂ ਉਸ ਟਾਈਮ 'ਤੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਹੈਗੇ ਸੀਗੇ ਸਰਦਾਰ ਮਨਮੋਹਨ ਸਿੰਘ ਜੀ ਸੀਗੇ ਜੀ। ਤਾਂ ਮੈਂ ਸਟਾਰਟਿੰਗ 'ਚ ਉਹਨਾਂ ਦਾ ਕਾਰਟੂਨ ਬਣਾਇਆ ਸੀ। ਉਹਨਾਂ ਦੇ ਹੱਥ ਵਿੱਚ ਭਾਰਤ ਦਾ ਝੰਡਾ ਦਿਖਾ ਕੇ ਮੈਂ ਕਿਹਾ ਸੀਗਾ ਕਿ ਭਾਰਤ ਦੇਸ਼ ਜਿਹੜਾ ਹੈਗਾ ਇਸ ਦੀ ਅਗਵਾਈ ਕਰੂਗਾ। ਤੁਸੀਂ ਸਾਰੀ ਦੁਨੀਆ ਦੇ ਜਿੰਨੇ ਝੰਡੇ ਹੈਗੇ ਆ ਉਹ ਇੱਕ ਸੂਈ ਦੇ ਨਖਾਰੇ ਵਿੱਚ ਦੀ ਨਿਕਲੋ, ਤਾਂ ਹੀ ਅਸੀਂ ਅੱਤਵਾਦ ਨੂੰ ਖ਼ਤਮ ਕਰ ਸਕਦੇ ਹਾਂ। ਇਹ ਮੇਰਾ ਉਹਦੇ 'ਚ ਸੁਨੇਹਾ ਸੀਗਾ। ਤਾਂ ਉਹ ਮੈਂ ਜਿਹੜਾ ਫਿਰ ਉਹ ਡਿਪਟੀ ਕਮਿਸ਼ਨਰ ਦੇ ਸਾਹਮਣੇ ਕਰਿਆ ਸੀ। ਕਿਉਂਕਿ ਜਦੋਂ ਆਪਾਂ ਕੁਝ ਸਿੱਖਣਾ ਚਾਹੀਏ ਤਾਂ ਸ਼ਾਇਦ ਇੱਕ ਨਿੱਕੀ ਤੋਂ ਨਿੱਕੀ ਚੀਜ਼ ਵੀ ਸਿਖਾਉਂਦੀ ਹੈ। ਖਾਸ ਕਰਕੇ ਉਹ ਚੀਜ਼ਾਂ ਕ੍ਰੀਏਟ ਕੀਤੀਆਂ ਜਾਣ ਜਿਹੜੀਆਂ ਕਿ ਆਪਾਂ ਨੂੰ ਇੱਕ ਮਾਨਸਿਕ ਤੌਰ 'ਤੇ ਆਪਣੀ ਲਾਈਫ ਦੇ ਵਿੱਚ ਕੋਈ ਨਾ ਕੋਈ ਚੀਜ਼ ਇੱਕ ਰੋਸ਼ਨੀ ਪੈਦਾ ਕਰਨ। ਅਤੇ ਬਹੁਤ ਵਧੀਆ ਚੀਜ਼ਾਂ ਹੈ ਕਿ ਜੋ ਤੁਸੀਂ ਇਹ ਕ੍ਰੀਏਟ ਕਰ ਰਹੇ ਹੋ, ਕ੍ਰੀਏਟੀਵਿਟੀ ਕਰ ਰਹੇ ਹੋ, ਇੱਕ ਸੰਦੇਸ਼ ਦੇਣਾ ਚਾਹ ਰਹੇ ਹੋ ਸਾਰਿਆਂ ਨੂੰ। ਸੋ ਐਸੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ ਅਤੇ ਆਪਣਾ ਹੁਨਰ ਜਿੰਨਾ ਤਰਾਸ਼ਦੇ ਰਹਿਣਾ ਚਾਹੀਦਾ ਹੈ। ਬਿਲਕੁਲ। ਸੋ ਇਹ ਕੁਛ ਪਰਮਾਤਮਾ ਦੀ ਮਿਹਰ ਹੋਣੀ ਲਾਜ਼ਮੀ ਹੈ, ਅਤੇ ਪਲੱਸ ਸਾਡਾ ਫਰਜ਼ ਬਣਦਾ ਹੈਗਾ ਅਸੀਂ ਕੁਛ ਨਾ ਕੁਛ ਹੱਥ ਪੈਰ ਮਾਰੀਏ। ਸਾਡੇ ਦਿਮਾਗ ਦਾ ਇੱਕ ਟਾਰਗੇਟ ਹੋਣਾ ਚਾਹੀਦਾ, ਅਸੀਂ ਸੁਨੇਹਾ ਕੀ ਦੇ ਰਹੇ ਹਾਂ। ਤਾਂ ਲੋਕਾਂ ਨੂੰ ਸੁਨੇਹਾ ਦੇਣਾ ਵੀ ਇੱਕ ਕਲਾਕਾਰ ਦਾ ਫਰਜ਼ ਹੁੰਦਾ ਹੈਗਾ। ਤਾਂ ਉਹਦੇ ਵਿੱਚ ਕਿੰਨਾ ਕਾਮਯਾਬ ਹੁੰਦਾ ਨਹੀਂ ਹੁੰਦਾ, ਇਹ ਜਿਹੜੀ ਦਰਸ਼ਕ ਜਿਹੜਾ ਹੈਗਾ ਉਹ ਤੈਅ ਕਰਦੇ ਹੈਗੇ ਆ। ਤਾਂ ਉਹ ਜਿਹੜਾ 2007 ਵਿੱਚ ਮੇਰਾ ਲਿਮਕਾ ਬੁੱਕ ਆਫ ਰਿਕਾਰਡ 'ਚ ਪਹਿਲੀ ਵਾਰ ਨਾਮ ਦਰਜ ਹੋਇਆ ਸੀਗਾ ਮੇਰਾ। ਵਾਹ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦੀ ਕੋਈ ਚੀਜ਼ ਸੁਣੀ ਦੀ ਹੈ। ਖਾਸ ਕਰਕੇ ਮੈਂ ਇਹ ਵੀ ਸੁਣਿਆ ਕਿ ਤੁਹਾਡੀ ਜਿਹੜੀ ਪੂਰੀ ਫੈਮਿਲੀ ਆ ਉਹਨਾਂ ਦੇ ਨਾਮ ਵੀ ਇੱਦਾਂ ਹੀ ਦਰਜ ਨੇ ਬੁੱਕਸ 'ਤੇ। ਹਾਂਜੀ ਬਿਲਕੁਲ। ਜਦੋਂ ਮੈਂ ਪਹਿਲਾਂ ਇੱਕ ਦਰਜ ਕਰਵਾਇਆ, ਫਿਰ ਉਸ ਦੇ ਪਿੱਛੋਂ ਮੇਰੇ ਮਨ ਦੇ ਵਿੱਚ ਹੋਰ ਆਇਆ ਇਹ ਲਿਮਕਾ ਬੁੱਕ ਆਫ ਰਿਕਾਰਡ ਤੋਂ ਬਿਨਾਂ ਅਸਿਸਟ ਵਰਲਡ ਰਿਕਾਰਡ, ਇੰਡੀਆ ਬੁੱਕ ਆਫ ਰਿਕਾਰਡ, ਹੋਰ ਕਈ ਕਿਤਾਬਾਂ ਜਿਹੜੀਆਂ ਹੈਗੀਆਂ ਤਮਾਮ ਜਿਹੜੀਆਂ ਵਿਸ਼ਵ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਵਿਸ਼ਵ ਰਿਕਾਰਡ ਵਾਲੀਆਂ, ਤਾਂ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਉਹ ਜਗ੍ਹਾ ਮਿਲੀ ਹੈਗੀ ਆ। ਤਾਂ ਮੇਰੇ ਲਈ ਇੱਕ ਖੁਸ਼ੀ ਵਾਲੀ ਗੱਲ ਸੀਗੀ। ਮੈਨੂੰ ਇਹ ਗੱਲ ਦਾ ਪਤਾ ਵੀ ਹੈ ਨਹੀਂ ਸੀ ਵੀ ਕਿ ਇਹ ਕੰਮ ਕਿਵੇਂ ਕਰਵਾਏ ਜਾਣੇ, ਇਹਦੇ ਕੀ ਪ੍ਰੋਸੈਸ ਹੈਗਾ, ਇਹਦੇ ਵਿੱਚ ਹੈ ਨਾ ਪਹੁੰਚ ਕਿਵੇਂ ਕਰਨੀ ਹੈਗੀ ਆ। ਪਰ ਉਹ ਪ੍ਰਮਾਤਮਾ ਨੇ ਰਾਹ ਦਿਖਾਏ ਅਤੇ ਉੱਥੋਂ ਤੱਕ ਅਸੀਂ ਗਾਂਹ ਦੀ ਗਾਂਹ ਪਹੁੰਚਦੇ ਗਏ। ਤਾਂ ਫਿਰ ਮੈਂ ਉਸ ਦੇ ਨਾਲ ਦੀ ਨਾਲ ਜਦੋਂ ਉਹ ਕਹਿੰਦੇ ਹੁੰਦੇ ਆ ਨਾ ਵੀ ਇੱਕ ਮਾਹੌਲ ਬਣ ਜਾਂਦਾ ਆਸ-ਪਾਸ ਦੇ ਵਿੱਚ। ਜਦੋਂ ਇੱਕ ਰਿਕਾਰਡ ਬਣਾਉਣ ਤੋਂ ਬਾਅਦ ਵਿੱਚ ਮੇਰਾ ਮਾਹੌਲ ਹੀ ਇੱਦਾਂ ਦਾ ਬਣ ਗਿਆ, ਮੇਰਾ ਮਾਇੰਡ ਜਿਹੜਾ ਦਿਮਾਗ ਆ ਉਹ ਇਸੇ ਪਾਸੇ ਹੀ ਜਾਣਾ ਸ਼ੁਰੂ ਹੋ ਗਿਆ। ਮੈਂ ਇਸ ਤੋਂ ਗਾਂਹ ਹੋਰ ਰਿਕਾਰਡ ਕੀ ਹੋ ਸਕਦਾ, ਹੋਰ ਕੀ ਹੋ ਸਕਦਾ। ਤਾਂ ਕਰਦੇ ਅਸੀਂ ਹੋਰ ਰਿਕਾਰਡ ਬਣਾਉਂਦੇ ਗਏ। ਮੇਰਾ ਇੱਕ ਵਾਰ ਫਿਰ ਲਿਮਕਾ ਬੁੱਕ ਆਫ ਰਿਕਾਰਡ 'ਚ ਦੂਸਰੀ ਵਾਰ ਦਰਜ ਹੋ ਗਿਆ ਨਾਮ ਜਿਹੜਾ। ਉਦੋਂ ਮੈਂ ਇੱਕ ਦੁਨੀਆ ਦਾ ਸਭ ਤੋਂ ਵੱਡਾ ਪੇਂਟਿੰਗ ਬਰੱਸ਼ ਬਣਾ ਕੇ ਸਾਡੀ ਇੰਡੀਆ ਦੀ ਟੀਮ ਜਿਹੜੀ ਕ੍ਰਿਕਟ ਟੀਮ ਜਿਹੜੀ ਹੈਗੀ ਸੀਗੀ, ਉਦੋਂ ਵਰਲਡ ਕੱਪ ਚੱਲ ਰਿਹਾ ਸੀਗਾ।
ਵਰਲਡ ਕੱਪ ਤੁਸੀਂ ਸ਼ਾਇਦ ਧਿਆਨ ਦਿੱਤਾ ਹੋਊਗਾ ਤਾਂ ਹਜੇ ਤੱਕ 2 ਵਾਰ ਵਰਲਡ ਕੱਪ ਜਿੱਤ ਚੁੱਕੀ ਹੈਗੀ ਆਪਣੀ ਇੰਡੀਆ ਦੀ ਟੀਮ ਹੈ ਨਾ। ਤਾਂ 18 ਸਾਲਾਂ ਬਾਅਦ ਦੁਬਾਰਾ ਵਰਲਡ ਕੱਪ ਚੱਲ ਰਿਹਾ ਸੀ, ਜਿੱਤਣ ਤੋਂ ਬਾਅਦ 18 ਸਾਲ ਬਾਅਦ। ਤਾਂ ਮੈਂ ਸੋਚਿਆ ਕਿਉਂ ਨਾ ਮੈਂ ਆਪਦੇ ਵੱਡੇ ਪੇਂਟਿੰਗ ਬਰੱਸ਼ ਦੇ ਨਾਲ ਇੱਕ ਇਹਨਾਂ ਨੂੰ ਬੈਸਟ ਆਫ ਲੱਕ, ਬੈਸਟ ਵਿਸ਼ੇਸ ਦੇਵਾਂ, ਸ਼ੁਭ ਕਾਮਨਾਵਾਂ ਦੇਣਾ ਮੇਰਾ ਫਰਜ਼ ਬਣਦਾ ਸੀਗਾ। ਤਾਂ ਮੈਂ ਉਹਦੇ ਨਾਲ ਇੱਕ ਵੱਡਾ ਵਰਲਡ ਕੱਪ ਬਣਾ ਕੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਉੱਥੇ ਇੱਕ ਫਲੋਰ 'ਤੇ ਫਰਸ਼ 'ਤੇ ਬਣਾਇਆ ਸੀਗਾ। ਤਾਂ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਹਦੇ ਵਿੱਚ ਹਜੇ ਸੈਮੀ ਫਾਈਨਲ ਪਿਆ ਸੀ ਅਤੇ ਫਾਈਨਲ 'ਚ ਪਹੁੰਚੇ ਸੀਗੇ, ਜਦੋਂ ਪਹੁੰਚਣਾ ਸੀ ਤਾਂ ਇੰਡੀਆ ਦੀ ਟੀਮ ਨੂੰ ਉਹ ਜਿਹੜਾ ਹੈਗਾ ਵਰਲਡ ਕੱਪ ਜਿਹੜਾ ਹੈਗਾ ਉਹ ਨਸੀਬ ਹੋ ਗਿਆ। ਮੈਨੂੰ ਲੱਗਦਾ ਮੇਰੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹੋਈਆਂ ਸ਼ਾਇਦ ਉਹ ਸਫਲ ਹੋ ਗਈਆਂ। ਤਾਂ ਦੂਸਰੀ ਵਾਰ ਮੇਰਾ ਲਿਮਕਾ ਬੁੱਕ ਆਫ ਰਿਕਾਰਡ 'ਚ ਉਦੋਂ ਵਾਰ ਨਾਮ ਹੋਇਆ ਦਰਜ। ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਜਿੱਦਾਂ ਤੁਸੀਂ ਦੱਸਿਆ ਕਿ ਸਭ ਤੋਂ ਵੱਡਾ ਇੱਦਾਂ ਵਰਲਡ ਕੱਪ ਬਣਾਇਆ, ਸੋ ਮੈਨੂੰ ਯਾਦ ਹੈ ਕਿ ਤੁਸੀਂ ਪਿੱਛੇ ਹੀ ਬਹੁਤ ਚਰਚਿਤ ਰਿਹਾ ਹੈ, ਤੁਸੀਂ ਇੱਕ ਸਭ ਤੋਂ ਵੱਡਾ ਦੁਨੀਆ ਦਾ ਝਾੜੂ ਵੀ ਬਣਾਇਆ ਸੀ। ਹਾਂਜੀ, ਉਹ ਗੱਲ ਮੈਂ ਜਿਵੇਂ ਤੁਹਾਨੂੰ ਹੁਣੇ ਜ਼ਿਕਰ ਕਰਿਆ ਅੱਗੇ ਵੀ ਕਿ ਮੇਰਾ ਆਸੇ ਪਾਸਾ ਮਾਹੌਲ ਹੀ ਇੱਦਾਂ ਦਾ ਬਣ ਜਾਂਦਾ ਹੈਗਾ। ਤਾਂ ਤੁਹਾਡਾ ਜਿਹੜਾ ਵਾਤਾਵਰਨ ਆ ਜਿਹੜਾ ਉਹ ਤੁਹਾਨੂੰ ਫਿਰ ਪ੍ਰੇਰਿਤ ਕਰਦਾ ਹੈਗਾ ਇੱਕ ਤੋਂ ਇੱਕ। ਜਿਵੇਂ ਕਲਾਕਾਰ ਜਿਵੇਂ ਜਿਵੇਂ ਆਪਦਾ ਪਹੁੰਚਦਾ ਹੈਗਾ, ਸਥਾਪਿਤ ਹੁੰਦਾ ਜਾਂਦਾ, ਉਹਦੇ ਲਈ ਇੱਕ ਜ਼ਿੰਮੇਵਾਰੀਆਂ ਵੀ ਬਣਦੀਆਂ ਜਾਂਦੀਆਂ। ਤਾਂ ਮੈਂ ਉਹ ਇੱਕ ਦੁਨੀਆ ਦਾ ਸਭ ਤੋਂ ਵੱਡਾ ਝਾੜੂ ਵੀ ਬਣਾਇਆ ਸੀਗਾ। ਉਹਦਾ 12 ਫੁੱਟ ਦਾ ਸੀਗਾ। ਉਹਦਾ ਇੱਕ ਸਬੱਬ ਇਹ ਬਣਿਆ ਸੀ ਉਸ ਟਾਈਮ ਦੇ ਉੱਤੇ ਆਮ ਆਦਮੀ ਪਾਰਟੀ ਇੱਕ ਨਵੀਂ ਉੱਠੀ ਹੈਗੀ ਸੀਗੀ ਉਦੋਂ। ਬੇਸ਼ੱਕ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਸਮਾਜ ਲਈ ਕੰਮ ਕਰਨ ਲਈ ਬਣਦੀਆਂ, ਤਾਂ ਉਹ ਇੱਕ ਨਵੀਂ ਹੋਪ ਜਿਹੜੀ ਹੈਗੀ ਸੀ ਉਸ ਪਾਰਟੀ ਤੋਂ, ਤਾਂ ਹਰ ਨੌਜਵਾਨ, ਹਰ ਬੱਚਾ ਉਹਦੇ ਨਾਲ ਜੁੜਦਾ ਜਾ ਰਿਹਾ ਸੀ। ਤਾਂ 117 ਤੀਲਿਆਂ ਦਾ, ਜੋ ਕਿਉਂਕਿ ਪੰਜਾਬ ਦੇ 117 ਹਲਕੇ ਆ, ਤਾਂ 117 ਤੀਲਿਆਂ ਵਾਲਾ ਉਹ ਝਾੜੂ ਬਣਾਇਆ। ਕਿਉਂਕਿ ਅਸੀਂ ਇਹ ਇੱਕ ਉਮੀਦ ਲੈ ਕੇ ਕੋਈ ਕੰਮ ਕਰਦੇ ਹੈਗੇ ਆ ਵੀ ਕਿ ਸ਼ਾਇਦ ਸਾਡੇ ਪੰਜਾਬ ਦਾ ਕੋਈ ਭਲਾ ਕਰਨ ਵਾਲੀ ਨਵੀਂ ਪਾਰਟੀ ਆਊਗੀ। ਤਾਂ ਇਹ ਪਾਰਟੀਆਂ ਸਾਰੀਆਂ ਹੀ ਆਪਦੀ ਜਗ੍ਹਾ ਸਾਰੀਆਂ ਵਧੀਆਂ। ਜਿਨ੍ਹਾਂ ਨੇ ਕੰਮ ਚੰਗੇ ਕੀਤੇ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਜਿਹੜੀਆਂ ਪਾਰਟੀਆਂ ਨੇ ਵੀ ਕੀਤੇ ਆ। ਬੇਸ਼ੱਕ ਅਸੀਂ ਇੱਕ ਪਾਰਟੀ ਨਾਲ ਨਹੀਂ ਜੁੜਨਾ, ਅਸੀਂ ਇਹ ਗੱਲ ਕਹਿਣੀ ਹੈਗੀ ਆ ਵੀ ਲੋਕਾਂ ਨੂੰ ਇਹ ਕਹਿਣਾ ਕਿ ਤੁਸੀਂ ਸਾਡੇ ਲਈ, ਪਾਰਟੀਆਂ ਨੂੰ ਆਪਣੇ ਲਈ ਕੰਮ ਕਰਵਾਉਣ ਲਈ ਜਦੋਂ ਜਹਿਦ ਸਾਡੀ ਪਬਲਿਕ ਨਹੀਂ ਕਰਨੀ ਹੁੰਦੀ ਆ। ਤਾਂ ਉਸ ਟਾਈਮ 'ਤੇ ਉਹ ਇਸ ਲਈ ਬਣਾਇਆ ਗਿਆ ਸੀਗਾ। ਉਸ ਤੋਂ ਬਾਅਦ 'ਚ ਕਿਸਾਨੀ ਅੰਦੋਲਨ ਵੀ ਆਇਆ। ਕਿਸਾਨੀ ਅੰਦੋਲਨ ਜਿਹੜਾ ਹੈਗਾ ਸਾਡੇ ਉਹ 3 ਬਿੱਲਾਂ ਦੇ ਬਾਬਤ ਸੀਗਾ। ਜਿਸ ਤਰ੍ਹਾਂ ਬਿਲਕੁਲ ਜੀ, ਇਸ ਦਾ ਸੰਘਰਸ਼ ਵੀ ਬਹੁਤ ਲੰਬਾ ਚੱਲਿਆ ਅਤੇ ਬਹੁਤ ਸਾਰੇ ਸਾਡੇ ਕਿਸਾਨ ਵੀ ਉਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ। ਹਾਂਜੀ, ਉਹਦੇ ਵਿੱਚ ਕਾਫੀ ਜਾਣੇ ਸ਼ਹੀਦ ਹੋ ਗਏ। ਤਾਂ ਮੇਰੇ ਮਨ ਦੇ ਵਿੱਚ ਕਿ ਉਹ ਇੱਕ ਲਹਿਰ ਬਣ ਗਈ ਸੀਗੀ, ਵਿਸ਼ਵ ਪੱਧਰ ਦੇ ਉੱਤੇ ਹੋ ਗਈ ਸੀਗੀ। ਔਰ ਇਹ ਮੇਰਾ ਖਿਆਲ ਉਹ ਵੀ ਇੱਕ ਆਪਣੇ ਆਪ 'ਚ ਰਿਕਾਰਡ ਸੀਗਾ, ਇੰਨਾ ਲੰਬਾ ਸਮਾਂ ਔਰ ਇੰਨਾ ਸਫਲ ਇੱਕ ਸੰਘਰਸ਼ ਸੀ। ਸਭ ਤੋਂ ਵੱਡੀ ਗੱਲ ਕਿ ਇਹ ਜੋ ਸੰਘਰਸ਼ ਚੱਲਿਆ ਕਿ ਇੰਨਾ ਸ਼ਾਂਤਮਈ, ਪੀਸਫੁਲ ਪ੍ਰੋਟੈਸਟ। ਹਾਂਜੀ, ਬਿਲਕੁਲ। ਤਾਂ ਉਸ ਦੇ ਨਾਲ ਆਪਣੇ ਆਪ ਲੋਕ ਜੁੜਦੇ ਗਏ। ਬੇਸ਼ੱਕ ਮੈਂ ਮਤਲਬ ਮੈਂ ਜ਼ਮੀਨ ਵਾਲਾ ਤਾਂ ਨਹੀਂ ਹੈਗਾ ਸੀਗਾ, ਪਰ ਜ਼ਮੀਰਾਂ ਜਿਹਦੀਆਂ ਮਾੜੀਆਂ ਮੋਟੀਆਂ ਵੀ ਹਿੱਲਦੀ ਸੀ, ਉਹ ਦਿਮਾਗ ਦੇ ਵਿੱਚ ਆਉਂਦੀ ਸੀਗੀ। ਤਾਂ ਜ਼ਮੀਰ ਜਾਗਣੀ ਉਹ ਇਹ ਕਲਾਕਾਰ ਨੇ ਵੀ ਬੇਸ਼ੱਕ ਲੋਕਾਂ ਦੇ ਨੂੰ ਸੁਨੇਹਾ ਦੇਣਾ ਹੁੰਦਾ, ਤਾਂ ਅਸੀਂ ਜਾਗਦੀ ਜ਼ਮੀਰ ਹੋਣ ਦਾ ਸਬੂਤ ਦੇਣਾ ਸਾਡਾ ਵੀ ਫਰਜ਼ ਬਣਦਾ ਸੀ। ਤਾਂ 27 ਮੀਟਰ ਦਾ ਉਸ ਟਾਈਮ 27.25 ਮੀਟਰ ਦੇ ਕਰੀਬ ਦਾ ਇੱਕ ਵਿਸ਼ਵ ਦਾ ਸਭ ਤੋਂ ਵੱਡਾ ਮੈਂ ਉਦੋਂ ਝੰਡਾ ਬਣਾਇਆ। ਉਹਦੇ ਸੈਂਟਰ ਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਜਿਹੜੇ ਸਾਡੇ ਬੈਠੀਆਂ ਹੋਈਆਂ ਸੀ ਕਿਸਾਨ ਜਥੇਬੰਦੀਆਂ, ਉਹਨਾਂ ਦਾ ਮੈਂ ਇੱਕ ਕਿਸਾਨ ਵਿਚਾਲੇ ਬਣਾਇਆ ਜਿਹੜਾ ਕਿ ਹਲ ਵਾਹੁੰਦਾ ਹੋਇਆ ਦਿਖਾਇਆ। ਉਹਦੇ ਪਾਸੇ 'ਤੇ ਗੋਲ ਚੱਕਰ ਬਣਾ ਕੇ ਹਰੇ ਰੰਗ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਸ਼ਾਮਿਲ ਕੀਤਾ, ਉਹਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਉਹਦੇ ਵਿੱਚ। ਬਹੁਤ ਅੱਛੀ ਇੱਕ ਸ਼ਰਧਾਂਜਲੀ ਤੁਸੀਂ ਭੇਟ ਕੀਤੀ ਆ ਉਹਨਾਂ ਨੂੰ। ਸੋ ਜੋ ਉਹ ਝੰਡਾ ਹੈ, ਸੋ ਉਹ ਹੁਣ ਵੀ ਤੁਹਾਡੇ ਕੋਲ ਹੀ ਹੈ ਜਾਂ ਕਿਸ? ਬਿਲਕੁਲ, ਹਾਂਜੀ, ਉਹ ਮੇਰੇ ਕੋਲ ਆ। ਉਹ ਇੱਕ ਕਹਿ ਸਕਦੇ ਹੈਗੇ ਆ ਕਿ ਉਹ ਇੱਕ ਡਾਕੂਮੈਂਟ ਹੀ ਆ ਸਾਡੇ ਕੋਲ ਜਿਹੜਾ ਕਿ ਇਤਿਹਾਸ ਦੀ ਗਵਾਹੀ ਭਰੂਗਾ। ਉਹ ਕਿਉਂ ਆ? ਜਿਹੜੇ ਲੋਕ ਮਰ ਚੁੱਕੇ, ਸ਼ਹੀਦ ਹੋ ਚੁੱਕੇ ਸੀ ਸਾਡੇ, ਉਹਨਾਂ ਨੂੰ ਤਾਂ ਉਹਨਾਂ ਵਿੱਚ ਅਸੀਂ ਸੁਨਹਿਰੀ ਅੱਖਰਾਂ 'ਚ ਸ਼ਾਮਿਲ ਕੀਤਾ ਅਤੇ ਉਹਨੂੰ ਆਮ ਪਬਲਿਕ ਦੇ ਵਿੱਚ ਲੈ ਕੇ ਗਏ ਅਸੀਂ। ਮੈਂ ਸਿੰਘੂ ਬਾਰਡਰ ਵੀ ਲੈ ਕੇ ਗਿਆ ਸੀ ਉਹਨੂੰ, ਕਿ ਉਹਨੂੰ ਦਸਤਖਤ ਮਹਿਮ ਦਾ ਨਾਮ ਦੇ ਕੇ ਅਸੀਂ ਆਮ ਲੋਕਾਂ ਵਿੱਚ ਲੈ ਕੇ ਗਏ। ਤਾਂ ਲੋਕਾਂ ਨੇ ਉਹਦੇ ਵਿੱਚ ਦਸਤਖਤ ਕੀਤੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ। ਤਾਂ ਉਹ ਇੱਕ ਮੁਹਿੰਮ ਨੂੰ ਬਹੁਤ ਹੁੰਗਾਰਾ ਮਿਲਿਆ। ਦੋਨੋਂ ਪਾਸੇ ਲਿਖਣ ਜੋਗੀ ਜਗ੍ਹਾ ਹੈਗੀ ਸੀ ਉਹਦੇ ਵਿੱਚ। ਤਾਂ ਲੋਕਾਂ ਨੇ ਦਸਤਖਤ ਹੀ ਨਹੀਂ ਕੀਤੇ। ਜਿਹੜੇ ਲੋਕ ਨਹੀਂ ਕਰ ਸਕਦੇ ਸੀਗੇ, ਰਕਸ਼ਿਆਂ ਵਾਲੇ, ਰੇਹੜੀਆਂ ਵਾਲੇ, ਉਹਨਾਂ ਨੇ ਆਪਣੇ ਅੰਗੂਠੇ ਵੀ ਲਾਏ। ਜਿਹੜੇ ਅਨਪੜ੍ਹ ਹੈਗੇ ਸੀਗੇ ਲੋਕ, ਜਿਹੜੇ ਦਸਤਖਤ ਨਹੀਂ ਕਰ ਸਕਦੇ ਸੀਗੇ। ਇਹ ਇੱਕ ਇਤਿਹਾਸਿਕ ਝੰਡਾ ਬਣ ਚੁੱਕਾ ਹੈ ਜੋ ਕਿ ਉਸ ਸਮੇਂ ਦੀ ਗਵਾਹੀ ਭਰਦਾ ਹੋਊਗਾ।
ਬਿਲਕੁਲ ਇਹ ਇੱਕ ਸਾਡੀ ਇਤਿਹਾਸ ਦੇ ਵਿੱਚ ਬੇਸ਼ੱਕ ਮੌਕੇ ਦੀਆਂ ਸਰਕਾਰਾਂ ਇਹੋ ਜਿਹੇ ਇਤਿਹਾਸ ਬਣਨ ਤੋਂ ਰੋਕਦੀਆਂ ਹੁੰਦੀਆਂ ਹਨ, ਪਰ ਸਾਡੇ ਜਿਹੜੇ ਲੋਕ ਕਲਾਕਾਰ ਹੁੰਦੇ ਹੈਗੇ ਆ ਉਹਨਾਂ ਨੇ ਇਸ ਇਤਿਹਾਸ ਨੂੰ ਇਹਨਾਂ ਨੂੰ ਸੰਭਾਲਣਾ ਹੁੰਦਾ। ਤਾਂ ਇਹ ਹਾਲ ਦੀ ਘੜੀ ਵੀ ਮੇਰੇ ਕੋਲ ਇਹ ਝੰਡਾ ਜਿਹੜਾ ਹੈਗਾ ਉਹਨੂੰ ਮੈਂ ਆਪਣੇ ਕੋਲ ਰੱਖਿਆ ਹੋਇਆ। ਮੈਨੂੰ ਬੇਸ਼ੱਕ ਉੱਥੇ ਸਾਨੂੰ ਸਿੰਘੂ ਬਾਰਡਰ ਕਿਹਾ ਜਾਂਦਾ ਸੀ ਵੀ ਕਿ ਸਾਨੂੰ ਦੇ ਜੋ ਜੀ, ਸਾਨੂੰ ਝੰਡਾ ਦੇ ਦਿਓ, ਤਾਂ ਮੈਨੂੰ ਲੱਗਦਾ ਸੀ ਵੀ ਉੱਥੇ ਸ਼ਾਇਦ ਸੰਭਾਲ ਰਵੇ ਨਾ ਰਵੇ, ਤਾਂ ਮੈਂ ਉਸ ਨੂੰ ਵਾਪਸ ਲੈ ਕੇ ਆਇਆ ਸੀਗਾ ਬਕਾਇਦਾ ਇਸ ਲਈ। ਤਾਂ ਇਹ ਵੀ ਇੱਕ ਮੈਂ ਬੇਸ਼ੱਕ ਇਹ ਵੀ ਰਿਕਾਰਡ ਅਪਲਾਈ ਕੀਤਾ ਸੀਗਾ, ਪਰ ਕਈ ਜਗ੍ਹਾ 'ਤੇ ਜਿਹੜੀਆਂ ਕਿਤਾਬਾਂ ਦੇ ਵਿੱਚ ਸਾਡੀਆਂ ਸਰਕਾਰਾਂ ਦੇ ਦਖਲ ਹੋ ਜਾਂਦੇ ਆ ਉੱਥੇ ਸ਼ਾਇਦ ਇਹ ਰਿਕਾਰਡ ਜਿਹੜੇ ਦਰਜ ਨਹੀਂ ਹੁੰਦੇ। ਕਈ ਰਿਕਾਰਡ ਹੋ ਜਾਂਦੇ ਆ ਕਿ ਨਹੀਂ ਹੁੰਦੇ ਹੈਗੇ ਦਰਜ, ਤਾਂ ਇਹਨੂੰ ਫਿਲਹਾਲ ਕੋਈ ਹੋ ਨਹੀਂ ਸਕਿਆ। ਅੱਗੇ ਫਿਰ ਮੈਂ ਕੋਈ ਪ੍ਰੋਸੈਸ ਦੁਬਾਰਾ ਤੋਂ ਚਲਵਾਉਂਗਾ, ਸ਼ਾਇਦ ਹੋ ਵੀ ਜਾਵੇ। ਕਿਉਂਕਿ ਜਦੋਂ ਕੋਈ ਇੱਦਾਂ ਦੀ ਗੱਲ ਵਾਪਰਦੀ ਹੈ ਨਾ, ਖਾਸ ਕਰਕੇ ਜਦੋਂ ਸਰਕਾਰਾਂ ਦੇ ਨਾਲ ਇੱਕ ਮੱਥਾ ਲਾਉਣਾ ਹੁੰਦਾ ਹੈ, ਉਸ ਸਮੇਂ ਦੇ ਉੱਤੇ ਇੱਕ ਜੋ ਆਰਟਿਸਟ ਹੈ, ਇੱਕ ਅਦਾਕਾਰ ਹੈ ਜਾਂ ਹੈ ਨਾ ਕੋਈ ਵੀ ਇਸ ਰਸਤੇ 'ਤੇ ਹੈ, ਉਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਜੋ ਉਦੋਂ ਦੀ ਯੂਥ ਹੈ, ਜੋ ਉਦੋਂ ਦੇ ਲੋਕ ਹੈ, ਉਹਨਾਂ ਨੂੰ ਇੱਕ ਅੱਛੀ ਸੇਧ ਦੇਵੇ ਤਾਂ ਇੱਕ ਇਤਿਹਾਸ ਉਹ ਵੀ ਸਿਰਜੇ। ਬਿਲਕੁਲ ਇਹ ਚੀਜ਼ ਜਿਹੜੀ ਸਾਡੀਆਂ ਇੱਕ ਕਲਾਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹੈਗੀਆਂ ਹੈ ਨਾ, ਤਾਂ ਉਹ ਆਪਣੇ ਕਿਉਂਕਿ ਹਰ ਬੰਦੇ ਦਾ ਇੱਕ ਆਪਣਾ ਹਥਿਆਰ ਹੁੰਦਾ ਹੈਗਾ। ਅਸੀਂ ਆਪਣੀ ਕਲਾ ਦੇ ਥਰੂ ਲੋਕਾਂ ਨੂੰ ਅਸੀਂ ਜਗਾਉਣਾ। ਮੈਂ ਬਹੁਤ ਸਾਰੇ ਕਾਰਟੂਨ ਬਣਾ ਕੇ ਸਮਾਜ ਜਿਹੜਾ ਹੈਗਾ ਸੰਯੁਕਤ ਮੋਰਚਾ ਜਿਹੜਾ ਬਣਾਇਆ ਗਿਆ ਸੀਗਾ, ਤਾਂ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਹੱਕ ਦੇ ਵਿੱਚ ਮੈਂ ਬਹੁਤ ਸਾਰੇ ਕਾਰਟੂਨ ਵੀ ਬਣਾਏ ਆ। ਮੈਂ ਬੇਸ਼ੱਕ ਅਜੀਤ ਪੇਪਰ ਲਈ ਵੀ ਕੰਮ ਕਰਦਾ ਰਿਹਾ ਇਸ ਤੋਂ ਪਹਿਲਾਂ, ਤਾਂ ਮੈਂ ਐਜ਼ ਏ ਕਾਰਟੂਨਿਸਟ ਵੀ ਕੰਮ ਕਰਦਾ ਰਿਹਾ ਉਹਦੇ ਨਾਲ ਉਹਨਾਂ ਦੇ ਹੈ ਨਾ। ਤਾਂ ਉਹਦੇ ਨਾਲ ਫਿਰ ਜਦੋਂ ਮੈਂ ਰਿਕਾਰਡ ਬਣਾਉਣ ਦਾ ਸਾਡਾ ਮਾਹੌਲ ਬਣ ਗਿਆ, ਤਾਂ ਮੈਂ ਆਪਦੇ ਬੇਟੇ ਦਾ ਵੀ ਲਿਮਕਾ ਬੁੱਕ ਆਫ ਰਿਕਾਰਡ 'ਚ ਨਾਮ ਦਰਜ ਕਰਵਾਇਆ, ਬੇਟੀ ਦਾ ਵੀ ਬਣਵਾਇਆ। ਇੱਕ ਮੈਂਬਰ ਸਾਡੇ ਘਰ ਦਾ ਰਹਿ ਗਿਆ ਹੋਇਆ, ਅਤੇ ਬਹੁਤ ਜਲਦੀ ਅਸੀਂ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਇੱਕ ਰਿਕਾਰਡ ਹੋਲਡਰ ਹੋਵਾਂਗੇ। ਬਿਲਕੁਲ ਬਿਕੋਜ਼ ਆਫ ਦੋਸਤੋ, ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਸੇਵਾ ਦੀ, ਸੇਵਾ ਜ਼ਰੂਰੀ ਨਹੀਂ ਹੈ ਕਿ ਹੈ ਨਾ ਪੈਸੇ ਨਾਲ ਹੀ ਕੀਤੀ ਜਾਵੇ, ਜਾਂ ਫਿਰ ਆਪਾਂ ਖੁਦ ਕਈ ਵਾਰ ਹਾਜ਼ਰ ਹੋਨੇ ਆ ਹੈ ਨਾ, ਹਾਜ਼ਰ ਹੋਣ ਦੇ ਨਾਲ ਵੀ ਜ਼ਰੂਰੀ ਨਹੀਂ। ਪਰ ਇੱਕ ਸੇਵਾ ਦੀ ਬਹੁਤ ਵੱਡੀ ਗੱਲ ਇਹ ਹੈ ਕਿ ਜੋ ਆਪਾਂ ਕੰਮ ਕਰਦੇ ਹਾਂ ਕਿ ਉਸ ਦੇ ਵਿੱਚੋਂ ਵੀ ਆਪਾਂ ਕੋਈ ਯੋਗਦਾਨ ਪਾ ਰਹੇ ਹਾਂ, ਕਿ ਉਹ ਵੀ ਇੱਕ ਸੇਵਾ ਦਾ ਰੂਪ ਹੈ। ਜਿੱਦਾਂ ਕਿ ਤੁਸੀਂ ਹੁਣ ਦੇਖ ਰਹੇ ਹੋ ਕਿ ਗੁਰਪ੍ਰੀਤ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਉਹਦੀ ਸੇਵਾ ਨਿਭਾਈ ਹੈ ਨਾ, ਉਸ ਕਿਸਾਨ ਮੋਰਚੇ ਦੇ ਉੱਤੇ ਵੀ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਇਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕੁਛ ਨਾ ਕੁਛ ਉਹਨਾਂ ਲੋਕਾਂ ਸਾਹਮਣੇ ਹਾਜ਼ਰ ਕੀਤਾ ਜਾਵੇ ਅਤੇ ਉਹਨਾਂ ਨੂੰ ਮੋਟੀਵੇਟ, ਇੰਸਪਾਇਰ ਕੀਤਾ ਜਾਵੇ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ। ਸੋ ਆਓ ਗੁਰਪ੍ਰੀਤ ਜੀ ਆਪਾਂ ਅੱਗੇ ਚੱਲਦੇ ਹਾਂ ਕਿ ਮੈਂ ਦੇਖਿਆ ਤੁਹਾਡੇ ਕੁਛ ਸਟੂਡੈਂਟਸ ਵੀ ਤੁਹਾਡੇ ਕੋਲ ਸਿੱਖਣ ਆਉਂਦੇ ਨੇ, ਸੋ ਉਹਨਾਂ ਵਾਲੀ ਆਪਾਂ ਦੇਖਦੇ ਹਾਂ ਕਿ ਕਿਵੇਂ ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋ, ਤਾਂ ਕਿਸ ਤਰੀਕੇ ਨਾਲ ਉਹ ਜਾਣਕਾਰੀ ਇਕੱਠੀ ਕਰਦੇ ਆ, ਕਿਸ ਤਰੀਕੇ ਨਾਲ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਸਿੱਖਦੇ ਨੇ, ਕਿੱਦਾਂ ਉਕਰਦੇ ਨੇ ਉਹ ਪੇਂਟਿੰਗ ਨੂੰ। ਹਾਂਜੀ ਹਾਂਜੀ, ਆਓ ਜੀ। ਸੋ ਤੁਸੀਂ ਇਹਨਾਂ ਦੇ ਰਿਕਾਰਡਸ ਬਣਾਏ ਹੋਏ ਤਾਂ ਦੇਖੇ, ਪਰ ਇਹਨਾਂ ਦੇ ਰਿਕਾਰਡ ਸਿਰਫ ਉੱਥੇ ਹੀ ਨਹੀਂ, ਇਹਨਾਂ ਨੇ ਆਪਣੀ ਆਰਟ ਗੈਲਰੀ ਦੇ ਵਿੱਚ ਵੀ ਬਣਾਏ ਹੋਏ ਆ। ਸੋ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਸਾਰੇ ਜਿੰਨੇ ਵੀ ਇਹਨਾਂ ਦੇ ਰਿਕਾਰਡਸ ਨੇ, ਇਹਨਾਂ ਨੂੰ ਇੱਥੇ ਕਟਿੰਗ ਕਰਕੇ ਲਗਾਇਆ ਹੋਇਆ। ਸੋ ਜਾਣਕਾਰੀ ਲੈਂਦੇ ਹਾਂ ਕਿਹੜੇ ਕਿਹੜੇ ਰਿਕਾਰਡ ਕਿੱਥੋਂ ਦੇ ਨੇ। ਸੋ ਹਾਂਜੀ ਬਿਲਕੁਲ, ਇੱਕ ਸਭ ਤੋਂ ਪਹਿਲਾਂ ਤਾਂ ਉੱਪਰਲੇ ਪਾਸੇ ਜਿਹੜਾ ਹੈਗਾ ਉਹ ਜਿਹੜਾ ਤਿਰੰਗੇ ਦੇ ਰੂਪ ਦੇ ਵਿੱਚ ਜਿਹੜਾ ਕੱਪੜਾ ਹੈਗਾ ਉਹ ਵਾਲਾ ਹੈ ਨਾ, ਉਹ ਡਿਪਟੀ ਕਮਿਸ਼ਨਰ ਖੜ੍ਹੇ ਹੈਗੇ ਨੇ ਸਰਦਾਰ ਮਨਦੀਪ ਸਿੰਘ ਜੀ ਸਿੱਧੂ ਹੈਗੇ ਸੀ ਉਸ ਟਾਈਮ 'ਤੇ 2005 ਦੇ ਵਿੱਚ ਮੋਗੇ। ਤਾਂ ਉਦੋਂ ਉਹਨਾਂ ਦੀ ਪ੍ਰੈਜ਼ੈਂਸ 'ਚੋਂ ਉਹਨਾਂ ਦੇ ਆਫਿਸ ਦੇ ਵਿੱਚ ਹੀ ਮੈਂ ਕੰਮ ਕਰਿਆ ਸੀ ਜੀ ਉਹ ਵਾਲਾ। ਤਾਂ ਉਸ ਕੱਪੜੇ ਨੂੰ ਮਿਣਿਆ ਜਾ ਰਿਹਾ ਹੈ, ਉਸ ਟਾਈਮ ਦੀ ਉਹ ਤਸਵੀਰ ਹੈਗੀ ਹੈ ਜਿਹੜੀ ਉਹਦੇ ਵਿਚਾਲੇ ਤੁਸੀਂ ਦੇਖਿਆ ਹੋਣਾ ਨਾਲ ਜਿਹੜੇ ਬਣੇ ਹੋਏ ਆ ਉਹ ਝੰਡੇ ਜਿਹੜੇ ਦੁਨੀਆ ਦੇ ਸਾਰੇ, ਉਹ ਸਾਰੀਆਂ ਕੰਟਰੀਆਂ ਦੇ ਝੰਡੇ ਹੈਗੇ ਆ। ਤਾਂ ਥੱਲੇ ਮੈਂ ਉਹ ਜਿਹੜੀ ਇੱਕ ਬਾਂਗ ਦੇ ਵਿੱਚ ਉਹਨੂੰ ਸੂਈ ਨੂੰ ਬੰਨ੍ਹ ਲੈਣਾ ਹੈਗਾ ਜੀ, ਸੂਈ ਨੂੰ ਬੰਨ੍ਹ ਕੇ ਉਹਦੇ ਵਿੱਚ ਦੀ ਕੱਪੜੇ ਨੂੰ ਕੱਢਣਾ ਹੁੰਦਾ। ਉਹਦਾ ਬਕਾਇਦਾ ਟਾਈਮਰ ਸੀਗਾ, ਟਾਈਮਿੰਗ ਲਗਾ ਕੇ
4 ਮਿੰਟ ਤੇ 52 ਸੈਕਿੰਡ ਦਾ ਜਿਹੜਾ ਹੈਗਾ ਸੀਗਾ ਇਹ ਮੇਰਾ ਰਿਕਾਰਡ ਹੈਗਾ ਸੀਗਾ। ਤਾਂ ਦੋਸਤੋ ਇੱਕ ਸੂਈ ਦੇ ਨੱਕੇ ਦੇ ਵਿੱਚੋਂ ਆਪਾਂ ਇੱਕ ਸਿੰਗਲ ਧਾਗਾ ਕੱਟਣਾ ਹੋਵੇ ਤਾਂ ਵੀ ਆਪਣੇ ਕਈ ਵਾਰ 2-4 ਮਿੰਟ ਤਾਂ ਵੀ ਲੱਗ ਜਾਂਦੇ ਨੇ, ਪਰ ਇੰਨਾ ਵੱਡਾ ਥਾਣ ਉਹ ਸੂਈ ਦੇ ਨੱਕੇ ਦੇ ਵਿੱਚੋਂ ਤੇ ਬਕਾਇਦਾ ਟਾਈਮਿੰਗ ਦੇ ਨਾਲ ਹਨ। ਜਦੋਂ ਕਿ ਇੱਕ ਟਾਈਮਿੰਗ ਦੇ ਦਿੱਤੀ ਜਾਵੇ ਕਿ ਹਾਂ ਤੁਸੀਂ ਇੰਨੇ ਟਾਈਮ ਦੇ ਵਿੱਚੋਂ ਕੱਢਣਾ ਹੈ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ, ਅਤੇ ਵੈਸੇ ਹੀ ਬੰਦਾ ਬਹੁਤ ਨਰਵਸ ਹੋ ਜਾਂਦਾ ਹੈ, ਅਤੇ ਬਹੁਤ ਵੱਡਾ ਇੱਕ ਇਹ ਰਿਕਾਰਡ ਹੈ। ਅਕਸਰ ਆਪਾਂ ਆਪਦੇ ਘਰਾਂ ਦੇ ਵਿੱਚ ਬਜ਼ੁਰਗ ਜਿਹੜੀਆਂ ਸਾਡੀਆਂ ਮਾਤਾਵਾਂ ਹੁੰਦੀਆਂ ਕਦੇ ਆਪਦੇ ਪੋਤੇ ਨੂੰ ਜਾਂ ਆਪਦੇ ਪੁੱਤ ਨੂੰ ਆਵਾਜ਼ ਮਾਰਦੇ ਵੀ ਕਿ ਆ ਮਾੜਾ ਜਿਹਾ ਧਾਗਾ ਪਾ ਦੇ ਹੈ ਨਾ ਸੂਈ ਦੇ ਵਿੱਚ ਦੀ। ਇਹ ਅਕਸਰ ਮੈਂ ਵੀ ਆਪਦੇ ਬਚਪਨ 'ਚ ਸੁਣਦਾ ਰਿਹਾ ਸਾਰਾ ਕੁਛ ਹੀ, ਬਟ ਇਹ ਕਦੋਂ ਹੋ ਗਿਆ, ਕਿਵੇਂ ਹਾਲਾਤ ਬਣ ਗਏ, ਇਹ ਮੈਂ ਕਦੇ ਇਹ ਪਲਾਨ ਨਹੀਂ ਕੀਤਾ ਸੀ। ਬਟ ਬਹੁਤ ਵਧੀਆ, ਮੈਂ ਖੁਸ਼ ਹਾਂ ਇਸ ਗੱਲ 'ਚ ਵੀ ਇਹ ਇੱਦਾਂ ਦਾ ਰਿਕਾਰਡ ਮੇਰੇ ਹਿੱਸੇ ਵਿੱਚ ਆਏ ਹੈਗੇ ਆ। ਹਾਂ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੇ ਅਸੀਂ ਬਣਾਉਂਦੇ ਰਹੇ ਹਾਂ। ਉਹ ਗਾਂ ਬਹੁਤ ਸਾਰੀਆਂ ਅਖਬਾਰਾਂ ਦੇ ਹਿੱਸਾ ਵੀ ਬਣੇ ਹੈਗੇ ਆ ਜਿਹੜੇ ਹੈ ਨਾ ਅਲੱਗ-ਅਲੱਗ ਤਰੀਕਿਆਂ ਦੇ ਨਾਲ। ਤਾਂ ਇੱਕ ਆ ਸ਼ਰਟ ਹੈਗੀ ਆ ਪਾਈ ਹੋਈ ਮੇਰੀ ਜਿਹੜੀ ਹੈਗੀ ਆ ਜਿੱਥੇ ਹੈ ਨਾ ਤਿਰੰਗਾ ਝੰਡਾ ਹੈਗਾ, ਇਹ 15 ਅਗਸਤ ਦੀ ਹੈਗੀ ਆ ਇੱਕ ਤਸਵੀਰ ਆ ਜਿਹੜੀ। ਤਾਂ ਇਹ ਜਿਹੜੀ ਸ਼ਰਟ ਹੈਗੀ ਆ ਉਦੋਂ ਆਪਣੇ 65 ਸਾਲ ਹੋ ਚੁੱਕੇ ਹੋਏ ਸੀਗੇ। 65 ਸਾਲ ਆਜ਼ਾਦੀ ਦੇ ਆਪਣੇ ਜਿਹੜੇ ਆਜ਼ਾਦੀ ਦਿਵਸ ਜਿਹੜਾ ਹੈ ਨਾ ਆਪਾਂ ਮਨਾਉਣੇ, ਤਾਂ ਉਦੋਂ ਮੈਂ ਇਹਨੂੰ 65 ਵਾਰ ਇਹਦੇ ਉੱਤੇ 3 ਭਾਸ਼ਾਵਾਂ ਦੇ ਵਿੱਚ ਰਾਸ਼ਟਰੀ ਗੀਤ ਲਿਖਿਆ ਗਿਆ ਸੀਗਾ। ਇਹ ਡਿਜ਼ਾਈਨ ਕੀਤੀ ਸੀ ਆਪਣੀ। ਇਹ ਜੋ ਤੁਸੀਂ 65 ਭਾਸ਼ਾਵਾਂ ਹੈ, ਇਹ ਕਿੱਥੋਂ ਇਹਨਾਂ ਦੀ ਜਾਣਕਾਰੀ ਲਈ ਜਾਂ ਕਿਸ ਤਰੀਕੇ ਨਾਲ ਤੁਸੀਂ ਇਹ ਕਰ ਪਾਏ ਸਾਰਾ ਕੁਝ? 3 ਭਾਸ਼ਾਵਾਂ ਦੇ ਵਿੱਚ 65 ਵਾਰ ਲਿਖਿਆ ਗਿਆ। 3 ਭਾਸ਼ਾਵਾਂ 'ਚ 65 ਵਾਰ? ਕਿਉਂਕਿ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਜਿਹੜੀ ਹੈਗੀ ਉਹ 3 ਭਾਸ਼ਾਵਾਂ ਅਸੀਂ ਵਰਤੀਆਂ ਸੀਗੀਆਂ। ਇੰਨੀਆਂ ਭਾਸ਼ਾਵਾਂ ਜਿਹੜੀਆਂ 65 ਭਾਸ਼ਾਵਾਂ ਤਾਂ ਸ਼ਾਇਦ ਮੇਰਾ ਖਿਆਲ ਨਹੀਂ ਵੀ ਹੋਣੀਆਂ ਹੈ ਨਾ ਸ਼ਾਇਦ। ਬਿਲਕੁਲ। ਹਾਂ, ਤੇ ਇਹ ਜਿਹੜੀ ਆ ਮੈਂ 3 ਭਾਸ਼ਾਵਾਂ ਦੇ ਵਿੱਚ 65 ਵਾਰ, ਕਿਉਂਕਿ 65 ਸਾਲ ਗੁਜ਼ਰ ਗਏ ਸੀਗੇ ਸਾਡੇ, ਤਾਂ ਉਦੋਂ ਇਹ ਸ਼ਰਟ ਡਿਜ਼ਾਈਨ ਕਰਕੇ ਮੈਂ ਉਦੋਂ ਪਾ ਕੇ 15 ਅਗਸਤ 'ਤੇ ਗਿਆ ਸੀਗਾ। ਉਹਦਾ ਮੈਨੂੰ ਇੱਕ ਵੱਖਰਾ ਜਿਹਾ ਆਨੰਦ ਮਹਿਸੂਸ ਹੋਇਆ। ਤਾਂ ਹਰ ਸਮੇਂ ਦੇ ਉੱਤੇ ਕੁਛ ਨਾ ਕੁਛ ਨਵਾਂ ਕਰਨ ਦੀ ਇੱਛਾ ਜਿਹੜੀ ਹੈਗੀ ਆ ਉਹ ਰਹਿੰਦੀ ਹੋਈ ਹੈ। ਤਾਂ ਇਹ ਜਿਹੜੀ ਲਿਮਕਾ ਬੁੱਕ ਆਫ ਰਿਕਾਰਡ, ਜਿਹੜੀ ਲਿਮਕਾ ਬੁੱਕ ਪਲੱਸ ਉਹਦਾ ਜਿਹੜਾ ਸਰਟੀਫਿਕੇਟ ਮਿਲਿਆ ਹੋਇਆ, ਇਹ ਉਹ ਉਦੋਂ ਦੀ ਤਸਵੀਰ ਹੈਗੀ ਆ। ਨਾਲ ਉਹ ਇਹ ਫੋਟੋਸ਼ਾਪ 'ਚ ਤਿਆਰ ਕੀਤੀ ਹੋਈ ਆ। ਉੱਪਰ ਇੱਕ ਕੈਪਸੂਲਾਂ ਵਾਲਾ ਜਿਹੜਾ ਹੈਗਾ ਉਹ ਫੇਸ ਬਣਿਆ ਹੋਇਆ ਦੇਖੋ ਉਸ ਤਸਵੀਰ ਦੇ ਵਿੱਚ ਹੈ ਨਾ। ਤਾਂ ਜੋ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਹੈਗਾ ਅਤੇ ਪਿਛਲਾ ਦੌਰ ਆ, ਉਹਦੇ 'ਚ ਇੱਕ ਜ਼ਮੀਨ ਆਸਮਾਨ ਦਾ ਫਰਕ ਹੈ। ਲੋਕ ਵਧੀਆ ਜਿਹੜਾ ਸਮਾਂ, ਜਿਹੜਾ ਵਾਧੂ ਸਮਾਂ ਸੀਗਾ, ਉਹ ਆਪਦੇ ਪਰਿਵਾਰ ਵਿੱਚ ਗੁਜ਼ਾਰਦੇ ਸੀਗੇ ਅਤੇ ਨਿਰੋਗ ਰਹਿੰਦੇ ਸੀ ਜ਼ਿਆਦਾਤਰ। ਹੁਣ ਅਸੀਂ ਆਪਦੇ ਰੁਝੇਵੇਂ ਬਹੁਤ ਜ਼ਿਆਦਾ ਕਰ ਲਏ ਆ, ਤਾਂ ਉਸੇ ਤਰ੍ਹਾਂ ਅਸੀਂ ਦਵਾਈਆਂ ਦੇ ਵੀ ਉਨੇ ਆਦੀ ਹੋ ਚੁੱਕੇ ਹੋਏ ਹੈਗੇ ਆ। ਨਸ਼ਿਆਂ ਦਾ ਜਿਹੜਾ ਦਰਿਆ, ਜਿਵੇਂ 5 ਦਰਿਆ ਜਿਹੜੇ ਹੈਗੇ ਆ, ਉਹਦਾ ਨਾਂ ਸੀ ਪੰਜਾਬ। 5 ਦਰਿਆਵਾਂ ਦੀ ਧਰਤੀ ਪੰਜਾਬ ਸੀ, ਪਰ 6ਵਾਂ ਦਰਿਆ ਇੱਕ ਨਸ਼ੇ ਦਾ ਜਿਹੜਾ ਇੱਥੇ ਗੁਜ਼ਰਿਆ, ਜਿਹੜਾ ਉਹਨੇ ਸਾਡੀ ਜਵਾਨੀ ਦਾ ਤਹਿਸ ਨਹਿਸ ਉਹਨੂੰ ਕਰਕੇ ਰੱਖ ਦਿੱਤਾ ਜਵਾਨੀ ਨੂੰ। ਇੱਕ ਉਸ ਚੀਜ਼ ਨੂੰ ਇੱਕ ਇਹ ਚੀਜ਼ ਬਣਾ ਕੇ ਮੈਂ ਇੱਕ ਸੁਨੇਹਾ ਦਿੱਤਾ ਸੀਗਾ ਵੀ ਅਸੀਂ ਲੋਕ ਜਿਹੜੇ ਆ ਨਸ਼ਿਆਂ ਤੋਂ ਦੂਰ, ਦਵਾਈਆਂ ਤੋਂ ਦੂਰ ਕਿਵੇਂ ਹੋਈਏ। ਅਸੀਂ ਕੋਸ਼ਿਸ਼ ਕਰੀਏ ਦਿਨ ਬ ਦਿਨ, ਸਾਡਾ ਸੋਚਾਂਗੇ ਤਾਂ ਕੋਈ ਨਾ ਕੋਈ ਹੱਲ ਵੀ ਜ਼ਰੂਰ ਨਿਕਲੂਗਾ। ਇਹ ਉਸ ਚੀਜ਼ ਨੂੰ ਸਮਰਪਿਤ ਸੀਗਾ। ਕਿਉਂਕਿ ਖਾਸ ਕਰਕੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰੀ ਸੀ, ਕਲਾਕਾਰ ਦਾ ਫਰਜ਼ ਹੁੰਦਾ ਹੈ ਕਿ ਉਹਨੂੰ ਨੌਜਵਾਨਾਂ ਨੂੰ, ਖਾਸ ਕਰਕੇ ਯੂਥ ਨੂੰ ਕਲਾ ਦੇ ਨਾਲ ਜੋੜਨਾ। ਪਰ ਮੈਂ ਦੇਖ ਰਿਹਾ ਤੁਸੀਂ ਬਹੁਤ ਬਖੂਬੀ ਇਹ ਆਪਣਾ ਫਰਜ਼ ਅਦਾ ਕਰ ਰਹੇ ਹੋ, ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਕਲਾ ਦੇ ਨਾਲ ਜੁੜ ਸਕਣ, ਕਿਸੇ ਵੀ ਤਰੀਕੇ ਨਾਲ ਹੋਵੇ। ਸਾਡਾ ਆਪਣਾ ਆਪਦੀ ਕੋਸ਼ਿਸ਼ ਕਰੋ ਤੁਸੀਂ ਕਿ ਜਿੰਨੇ % ਵੀ ਕਰ ਸਕਦੇ ਹਾਂ, ਕੋਸ਼ਿਸ਼ ਕਰੋ ਤਾਂ ਕਿ ਜੇ ਤੁਸੀਂ ਤੁਹਾਡੀ ਇੱਕ ਦਿੱਤੇ ਹੋਏ ਸੁਨੇਹੇ ਦਾ ਇੱਕ ਬੰਦੇ ਨੂੰ ਵੀ ਫਾਇਦਾ ਹੋ ਗਿਆ, ਤਾਂ ਵੀ ਮੈਂ ਸਮਝਦਾ ਉਹਨੂੰ ਇੱਕ ਸਫਲ ਹੈਗਾ ਤੁਸੀਂ। ਤਾਂ ਕੋਸ਼ਿਸ਼ਾਂ ਹਰ ਕਲਾਕਾਰ ਨੂੰ ਕਰਨੀਆਂ ਚਾਹੀਦੀਆਂ ਹੈਗੀਆਂ। ਉਸੇ ਤਰ੍ਹਾਂ ਇੱਦਾਂ ਕੰਮ ਕਰਦੇ ਇਹ ਮੇਰੇ ਫਾਦਰ ਸਾਹਿਬ ਹੈ, ਉਹਨਾਂ ਦੇ ਨਾਲ ਹੈ। ਇਹ ਮੈਂ ਕਿਤਾਬ ਖੋਲ੍ਹ ਕੇ ਦਿਖਾ ਰਿਹਾ, ਜਦੋਂ ਇੱਥੇ ਪ੍ਰੈਸ ਕਾਨਫਰੰਸ ਹੋਈ ਸੀ ਤਾਂ ਉਦੋਂ ਦਾ ਇਹ ਤਸਵੀਰ ਹੈਗੀ ਹੈ ਮੇਰੀ ਜਿਹੜੀ ਆ। ਤਾਂ ਇਹਦੇ ਨਾਲ ਉਹ ਵਰਲਡ ਕੱਪ ਦੀ ਵੀ ਤਸਵੀਰ ਹੈਗੀ ਆ ਪਿੱਛੇ ਹੈ ਨਾ, ਜਦੋਂ ਵਰਲਡ ਕੱਪ ਦੀ ਸੀਗੀ। ਇੱਕ ਤੁਸੀਂ ਅਲੱਗ ਆ ਥੋੜ੍ਹਾ ਜਿਹਾ ਇਹਦੇ ਵਿੱਚ ਵੇਖੋ ਤੁਸੀਂ, ਆ ਦਾਲਾਂ ਪਈਆਂ ਹੋਈਆਂ, ਪਿਆਜ਼, ਮੂਲੀਆਂ ਅਤੇ ਇੱਧਰ ਹੈਗਾ ਪੱਤੇ ਨਜ਼ਰ ਆ ਰਹੇ ਹੈਗੇ ਆ। ਤਾਂ ਇੱਕ ਵਾਰ ਮਨ ਦੇ ਵਿੱਚ ਖਿਆਲ ਆਇਆ ਜਦੋਂ 15 ਅਗਸਤ ਜਾਂ 26 ਜਨਵਰੀ ਆਉਂਦੀ ਆ। ਅਕਸਰ ਅਸੀਂ ਲੋਕ ਬਹੁਤ ਘੱਟ % ਦੇ ਵਿੱਚ ਲੋਕ ਅਸੀਂ ਪਹੁੰਚਦੇ ਹਾਂ ਉੱਥੇ 26 ਜਨਵਰੀ ਜਾਂ 15 ਅਗਸਤ ਨੂੰ। ਮੈਨੂੰ ਲੱਗਦਾ ਵੀ ਕਿ ਜਿਹੜੇ ਲੋਕ ਕੰਮਕਾਰ ਵਾਲੇ ਬੰਦੇ ਹੈਗੇ ਆ, ਉਹਨਾਂ ਨੂੰ 26 ਜਨਵਰੀ ਦਾ ਪਤਾ ਹੀ ਨਹੀਂ ਲੱਗਦਾ, ਕਵੀ ਨਿਕਲ ਜਾਂਦੀ ਆ। ਅਸੀਂ ਲੋਕ ਜਿਹੜੇ ਹੈਗੇ ਆ ਆਪਦੇ ਰੋਜੀ ਰੋਟੀ ਦੇ ਵਿੱਚ ਇੰਨਾ ਵਿਅਸਤ ਹੋ ਚੁੱਕੇ ਹੋਏ ਹੁੰਦੇ ਹੈਗੇ ਆ, ਤਾਂ ਅਸੀਂ 26 ਜਨਵਰੀ ਕਦੋਂ ਲੰਘਾ ਬੈਠਦੇ ਹਾਂ, ਕਿੰਨੀਆਂ ਲੰਘ ਗਈਆਂ ਇਹ ਵੀ ਨਹੀਂ ਪਤਾ ਹੁੰਦਾ ਸਾਨੂੰ। ਤਾਂ ਮੈਨੂੰ ਉਹਦੇ ਬੈਠਿਆਂ ਹੋਇਆ ਯਾਦ ਵੀ ਯਾਰ ਗੁਰਪ੍ਰੀਤ ਕੱਲ੍ਹ ਜਾਣਾ ਜਾਂ ਨਹੀਂ ਜਾਣਾ।
ਤੇ ਫਿਰ ਮੇਰੇ ਮਨ 'ਚ ਇੱਕੋ ਦਮ ਖਿਆਲ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ ਜਿਹੜੇ ਆਪਣੀ ਰੋਜੀ ਰੋਟੀ 'ਚ ਹੀ ਵਿਅਸਤ ਹੋ ਕੇ ਉਹ ਨਹੀਂ ਜਾ ਪਾਉਂਦੇ ਹੈਗੇ। ਉਹਨਾਂ ਨੂੰ ਆਪਦੀ ਦਾਲਾਂ ਸਬਜ਼ੀਆਂ ਦੇ ਵਿੱਚੋਂ ਹੀ ਸਾਡਾ ਤਿਰੰਗਾ ਨਜ਼ਰ ਆਉਂਦਾ ਹੈਗਾ। ਦਾਲਾਂ ਸਬਜ਼ੀਆਂ ਤਾਂ ਉਹ ਫਿਰ ਮੈਂ 3 ਦਾਲਾਂ ਬਣਾ ਕੇ ਰੱਖ ਕੇ ਉਹਨਾਂ ਦੇ ਵਿੱਚ ਵਿਚਾਲੇ ਚੌਲ ਰੱਖ ਲਏ ਅਤੇ ਮੂੰਗੀ ਦੀ ਦਾਲ ਆ ਉਹਨੂੰ ਇੱਕ ਤਿਰੰਗੇ ਦਾ ਰੂਪ ਦੇ ਕੇ ਅਸੀਂ ਇੱਕ ਉਹ ਸੁਨੇਹਾ ਦਿੱਤਾ ਸੀਗਾ ਕਿ ਜਿਹੜੇ ਸਾਡੇ ਕਾਮੇ ਆ, ਜਿਹੜੇ ਸਾਡੇ ਲੋਕ ਆ, ਜਿਹੜੇ ਮਜ਼ਦੂਰ ਆ, ਜਿਹੜੇ ਸਾਡੇ ਉਹਨਾਂ ਦੇ ਲਈ 26 ਜਨਵਰੀ ਸਾਡਾ ਦਾਲਾਂ ਸਬਜ਼ੀ ਅਤੇ ਰੋਟੀ ਰੋਜੀ ਉਹਦੇ ਵਿੱਚ ਹੀ ਹੈ। ਬੇਸ਼ੱਕ ਵੱਡੇ ਵੱਡੇ ਆਫਿਸਰ ਆ ਜਿਹੜੇ ਉਹ 26 ਜਨਵਰੀਆਂ ਨੂੰ ਸੈਲੀਬ੍ਰੇਟ ਕਰਦੇ ਆ, ਉਹਨਾਂ ਨੂੰ ਸਰਕਾਰੀ ਤੌਰ 'ਤੇ ਮਨਾਇਆ ਜਾਂਦਾ, ਪਰ ਕਦੇ ਕਿਸੇ ਕਾਮੇ ਨੂੰ ਨਹੀਂ ਪੁੱਛਿਆ ਜਾਂਦਾ ਵੀ ਤੂੰ 26 ਜਨਵਰੀ ਕਿਵੇਂ ਮਨਾਈ ਆ। ਉਹਨਾਂ ਨੂੰ 26 ਜਨਵਰੀ ਆਪਦੇ ਆਲੂ ਪਿਆਜ਼ ਮੂਲੀਆਂ ਦੇ ਵਿੱਚੋਂ ਹੀ ਨਜ਼ਰ ਆਉਂਦੀ ਹੈਗੀ ਆ। ਇਹ ਸਾਡੀ ਤਰਾਸ਼ਦੀ ਹੈਗੀ ਆ, ਸਾਡੀ ਜੋ ਸੁਤੰਤਰਤਾ ਦਾ ਜਿਹੜੀ ਹੈਗੀ ਆ ਉਹਦੇ 'ਤੇ ਇੱਕ ਸਵਾਲੀਆ ਨਿਸ਼ਾਨ ਵੀ ਉੱਠਦਾ ਨਾਲ ਨਾਲ। ਬਿਕੋਜ਼ ਆਫ ਜਦੋਂ ਖਾਸ ਕਰਕੇ ਆਪਾਂ ਦੁਨੀਆਦਾਰੀ ਦੇ ਵਿੱਚ ਪੈ ਜਾਂਦੇ ਹਾਂ ਨਾ, ਖਾਸ ਕਰਕੇ ਇੱਕ ਪਰਸਨ ਜੋਬ 'ਤੇ ਲੱਗ ਜਾਂਦਾ ਹੈ ਤਾਂ ਕਈ ਵਾਰ ਉਸ ਨੂੰ ਇਹਨਾਂ ਦਿਨਾਂ ਦਾ ਖਿਆਲ ਹੀ ਨਹੀਂ ਰਹਿੰਦਾ। ਬਸ ਇੱਕ ਛੁੱਟੀ ਦੇ ਤੌਰ 'ਤੇ ਹੁੰਦਾ ਹੈ ਕਿ ਜੇ ਛੁੱਟੀ ਆ ਜਾਏ ਤਾਂ ਕਈ ਜਗ੍ਹਾ ਦੇ ਉੱਤੇ ਛੁੱਟੀ ਵੀ ਮੁਮਕਿਨ ਨਹੀਂ ਹੁੰਦੀ ਹੈ ਨਾ। ਸੋ ਆਪਾਂ ਦੇਖਦੇ ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਚੀਜ਼ ਨੂੰ ਦਿਖਾਇਆ ਹੈ। ਸੋ ਆਪਾਂ ਹੈ ਨਾ ਅੱਗੇ ਵਧਦੇ ਇੱਕ ਜਿਹੜਾ ਵੱਡਾ ਬਰਸ਼ ਬਣਾਇਆ ਹੈਗਾ ਸੀ ਜਿਹੜਾ ਹੈ ਨਾ ਉੱਪਰੋਂ ਪਿੱਛੇ ਸ਼ਾਇਦ ਤੁਹਾਨੂੰ ਦਿਖ ਰਿਹਾ ਹੈਗਾ ਬੈਸਟ ਆਫ ਲੱਕ ਲਿਖਿਆ ਹੋਇਆ ਸੀਗਾ। ਤਾਂ ਇਹ ਮੇਰਾ ਜਿਹੜਾ ਹੈਗਾ 14 ਫੁੱਟ ਦਾ ਬਰਸ਼ ਹੈਗਾ ਸੀ। ਦੇਖੋ ਤੁਸੀਂ ਹੈ ਨਾ 14 ਫੁੱਟ 1.5 ਇੰਚ ਦਾ ਲੰਬਾ ਬਰਸ਼ ਸੀਗਾ ਜਿਹੜਾ ਇਹ ਉਦੋਂ ਬਣਾ ਕੇ ਮੈਂ ਇੱਕ ਉੱਦਾਂ ਦੇ ਭਾਰਤ ਦੀ ਜਿਹੜੀ ਹੈਗੀ ਟੀਮ ਹੈ ਕ੍ਰਿਕਟ ਦੀ ਟੀਮ ਉਹਨਾਂ ਨੂੰ ਅਸੀਂ ਆਲ ਦਾ ਬੈਸਟ ਕਿਹਾ ਸੀ, ਬੈਸਟ ਆਫ ਲੱਕ ਵੀ ਕਿ ਤਾਂ ਕਿ ਉਹ ਵਰਲਡ ਕੱਪ ਜਿੱਤ ਕੇ ਲੈ ਕੇ ਆਉਣ। ਕੀ ਤੁਸੀਂ ਇਸ ਬ੍ਰਸ਼ ਦੇ ਨਾਲ ਕਦੇ ਪੇਂਟਿੰਗ ਵੀ ਕੀਤੀ ਹੈ ਜੀ? ਹਾਂ, ਇਹ ਕੋਈ ਏਡੇ ਜ਼ਿਆਦਾ ਨਹੀਂ ਭਾਰਾ ਨਹੀਂ ਹੈਗਾ। ਤੁਸੀਂ ਇਹਨੂੰ ਕੋਈ ਕੰਮ ਕੀਤਾ ਜਾ ਸਕਦਾ ਇਹਨਾਂ ਦੇ ਨਾਲ, ਐਡੀ ਕੋਈ ਗੱਲ ਨਹੀਂ ਹੈਗੀ। ਬਹੁਤ ਹੈਵੀ ਨਹੀਂ ਬਣਾਇਆ ਇਹਨੂੰ, ਬਹੁਤ ਘੱਟ ਵੇਟ ਦਾ ਬਣਾਇਆ ਗਿਆ ਔਰ ਲਿਮਕਾ ਬੁੱਕ ਆਫ ਰਿਕਾਰਡ ਦਾ ਹਿੱਸਾ ਵੀ ਬਣਿਆ ਇਹ ਬਰਸ਼ ਜਿਹੜਾ ਫਿਰ ਉਸ ਤੋਂ ਬਾਅਦ ਦੇ ਵਿੱਚ। ਤਾਂ ਇਹ ਜਿਹੜਾ ਹੈਗਾ ਬਰਸ਼ ਦੇ ਨਾਲ ਕੰਮ ਕੀਤਾ ਜਾ ਸਕਦਾ, ਐਡੀ ਕੋਈ ਗੱਲ ਨਹੀਂ ਹੈ। ਜਿੰਨਾ ਕੁ ਮੇਰੀ ਜਾਣਕਾਰੀ ਦੇ ਵਿੱਚ ਹੈ ਕਿ ਕੋਈ ਵੀ ਬਰਸ਼ ਹੈ ਨਾ, ਚਾਹੇ ਉਹ ਪਾਰਲਰ ਦਾ ਬਰਸ਼ ਹੋਵੇ ਚਾਹੇ ਆਪਾਂ ਪੇਂਟਿੰਗ ਦਾ ਹੋਵੇ, ਉਹ ਮੋਸਟਲੀ ਕਿਸੇ ਨਾ ਕਿਸੇ ਜਾਨਵਰ ਦੇ ਵਾਲਾਂ ਤੋਂ ਬਣਿਆ ਹੁੰਦਾ ਹੈ। ਅਤੇ ਇਹ ਬਰਸ਼ ਤੁਸੀਂ ਕਿਹੜੇ ਵਾਲਾਂ ਤੋਂ ਜਾਂ ਕਿਵੇਂ ਤਿਆਰ ਕੀਤਾ ਹੈ? ਜਾਨਵਰ ਦੇ ਵਾਲਾਂ ਤੋਂ ਬਣੇ ਹੁੰਦੇ ਸੀ। ਜਦੋਂ ਤੋਂ ਸਾਡੇ ਭਾਰਤ ਦੇਸ਼ ਦੇ ਵਿੱਚ ਸ਼ਾਇਦ ਇਹੀ ਜਾਨਵਰਾਂ ਦੇ ਉੱਤੇ ਇਹਨਾਂ 'ਤੇ ਲਗਾ ਦਿੱਤੀ ਗਈ ਆ ਪਾਬੰਦੀ, ਸ਼ਾਇਦ ਮੇਨਕਾ ਗਾਂਧੀ ਜਿਹੜੇ ਆਪਣੇ ਹੈ ਨਾ ਹੈਗੇ ਸੀਗੇ ਉੱਥੋਂ ਦੇ ਮਿਨਿਸਟਰ, ਉਹਨਾਂ ਨੇ ਇਹਨਾਂ ਚੀਜ਼ਾਂ ਤੋਂ ਕਿਉਂਕਿ ਇਹ ਜਿਹੜੀ ਹੈਗੀ ਆ ਜਿਹੜੀ ਕਾਟੋ ਦੀ ਪੂਛ ਦੇ ਵਾਲ ਕਹਿੰਦੇ ਹੈਗੇ ਆ ਜਿਹੜੇ ਉਹ ਹੁੰਦੇ ਸੀਗੇ ਪਹਿਲਾਂ ਵਾਲੇ ਸੈਬਲ ਹੇਅਰ ਦੇ ਜਿਹੜੇ ਬਰਸ਼ਿਸ ਸੀ ਉਹਨਾਂ 'ਤੇ ਪਾਬੰਦੀ ਲੱਗ ਗਈ। ਉਸ ਤੋਂ ਬਾਅਦ 'ਚ ਸਿੰਥੈਟਿਕ ਬਰਸ਼ਿਸ ਹੀ ਹੁਣ ਜ਼ਿਆਦਾਤਰ ਵਰਤੇ ਜਾਂਦੇ ਹੈਗੇ ਆ। ਹੁਣ ਅਸੀਂ ਜਿੰਨੀ ਵੀ ਪੇਂਟਿੰਗ ਦਾ ਕੰਮ ਕਰਦੇ ਹਾਂ, ਈਵਨ ਸਾਰੇ ਵਿਸ਼ਵ ਦੇ ਵਿੱਚ ਵੀ ਜਿੰਨੇ ਆਰਟਿਸਟ ਕੰਮ ਕਰ ਰਹੇ ਆ, ਆਈ ਥਿੰਕ ਉਹ ਸੈਬਲ ਹੇਅਰ ਯੂਜ਼ ਨਹੀਂ ਕਰਦੇ ਹੈਗੇ, ਉਹ ਸਾਰੇ ਦੇ ਸਾਰੇ ਹੁਣ ਸਿੰਥੈਟਿਕ ਵਾਲ ਹੀ ਵਰਤਦੇ ਹੈਗੇ ਆ। ਸੋ ਇਹ ਬਰਸ਼ ਦਾ ਕੰਮ ਪਰ ਰੰਗ ਨੂੰ ਕੈਨਵਸ ਤੱਕ ਪਹੁੰਚਾਉਣਾ ਅਤੇ ਉਹਦੇ ਉੱਤੇ ਆਪਦਾ ਇੱਕ ਡਿਜ਼ਾਈਨ ਨੂੰ ਤਿਆਰ ਕਰਨਾ, ਇਹ ਉਹਦਾ ਪੂਰਾ ਹਾਸ਼ੀਆ ਤਿਆਰ ਕਰਨਾ ਜੋ ਤੁਸੀਂ ਆਪਣੇ ਇਮੈਜੀਨੇਸ਼ਨ ਦੇ ਵਿੱਚ ਦੇਖ ਰਹੇ ਹੋ ਹੈ ਨਾ, ਜੋ ਤੁਸੀਂ ਕ੍ਰੀਏਟੀਵਿਟੀ ਕਰਨਾ ਚਾਹੁੰਦੇ ਹੋ, ਜੋ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ। ਉਹਦਾ ਪਰਪਸ ਸਿਰਫ ਇੰਨਾ ਹੀ ਹੁੰਦਾ, ਬਰਸ਼ ਨੂੰ ਉੱਥੋਂ ਤੱਕ, ਬਰਸ਼ ਨੇ ਰੰਗ ਨੂੰ ਉੱਥੋਂ ਤੱਕ ਲੈ ਕੇ ਜਾਣਾ। ਉਹ ਕਿਹੜੇ ਵਾਲਾਂ ਦੇ ਬਣੇ ਹੋਣ ਇਸ ਚੀਜ਼ ਦਾ ਮਾਇਨਾ ਰਹਿ ਨਹੀਂ ਜਾਂਦਾ ਹੈਗਾ ਕੋਈ ਵੀ। ਤਾਂ ਉਸੇ ਤਰ੍ਹਾਂ ਫਿਰ ਮੈਂ ਇਹ ਵਾਲਾ ਬਰਸ਼ ਬਣਾਉਣ ਲੱਗਿਆ। ਮੈਂ ਨਾਈਲੋਨ ਦੇ ਵਾਲ ਜਿਹੜੇ ਹੈਗੇ ਸੀ ਉਹ ਮੈਂ ਮਾਰਕੀਟ 'ਚੋਂ ਲੱਭ ਕੇ ਮੈਂ ਉਹ ਤਿਆਰ ਕਰੇ, ਉਹਨਾਂ ਨੂੰ ਫਿਰ ਮੈਂ ਲੰਬੇ ਲੰਬੇ ਵਾਲਾਂ ਦੇ ਨਾਲ ਉਹਦੇ ਨਾਲ ਮੈਂ ਕੰਮ ਕਰਿਆ ਹੈਗਾ। ਉਹ ਬਰਸ਼ ਜਿਹੜਾ ਹੈ ਬਹੁਤ ਵਧੀਆ ਕੰਮ ਕੀਤਾ ਇਹਨੇ ਜੀ। ਬਾਕੀ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਇੱਕ ਕਿੰਨਾ ਰਿਕਾਰਡ, ਹਾਲੇ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਜਿਨ੍ਹਾਂ ਨੂੰ ਹਾਲੇ ਇੱਥੇ ਜਗ੍ਹਾ ਨਹੀਂ ਮਿਲੀ ਹੋਣੀ ਅਤੇ ਜਿੰਨਾ ਕਿ ਇਹ ਇੱਥੇ ਲਗਾ ਪਾਏ ਨੇ, ਤੁਸੀਂ ਬਾਖੂਬੀ ਦੇਖ ਰਹੇ ਹੋ ਇਹ ਚੀਜ਼ ਨੂੰ। ਅਤੇ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਵੀ ਦਿਲ ਕਰ ਰਿਹਾ ਕਿ ਸ਼ਾਇਦ ਮੈਂ ਵੀ ਕੋਈ ਨਾ ਕੋਈ ਰਿਕਾਰਡ ਪੈਦਾ ਕਰਾਂ। ਕਿ ਮੈਂ ਕਰ ਪਾਊਂਗਾ, ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ। ਅਸੀਂ ਬਹੁਤ ਸਾਰੇ ਰਿਕਾਰਡ ਜਿਹੜੇ ਮੈਂ ਨਹੀਂ ਕਹਿੰਦਾ ਹੈਗਾ, ਹੋ ਸਕਦਾ ਤੁਸੀਂ ਜਾਣੇ ਅਣਜਾਣੇ 'ਚ ਬਣਾ ਵੀ ਚੁੱਕੇ ਹੋ। ਕਈ ਕੰਮ ਐਸੇ ਹੁੰਦੇ ਆ ਜਾਣੇ ਅਣਜਾਣੇ 'ਚ ਅਸੀਂ ਰਿਕਾਰਡ ਬਣਾ ਲੈਂਦੇ ਹਾਂ, ਬਟ ਸਾਨੂੰ ਇਹ ਨਹੀਂ ਪਤਾ ਹੁੰਦਾ ਇਸ ਤੋਂ ਪਹਿਲਾਂ ਇਹ ਕੀ ਇਹਨੂੰ ਢੁਕਵੀਂ ਜਗ੍ਹਾ ਮਿਲ ਚੁੱਕੀ ਆ ਜਾਂ ਨਹੀਂ ਹੈਗੀ। ਤਾਂ ਕੋਈ ਵੀ ਰਿਕਾਰਡ ਬਣਾਉਣ ਤੋਂ ਪਹਿਲਾਂ ਮੇਰੇ ਕੋਲ ਬਹੁਤ ਸਾਰੇ ਬੱਚੇ ਪੁੱਛਣ ਵੀ ਆਉਂਦੇ ਆ, ਮੇਰੇ ਕੋਲੋਂ ਇਹਦੀਆਂ ਫਰਦਰ ਗਾਈਡਲਾਈਨਸ ਜਿਹੜੀਆਂ ਮੈਂ ਹਮੇਸ਼ਾ ਲਈ ਅਵੇਲੇਬਲ ਆ, ਉਹਨਾਂ ਲਈ ਮੈਂ ਬੱਚਿਆਂ ਨੂੰ ਹਮੇਸ਼ਾ ਹੀ ਸੇਧ ਦੇਣ ਲਈ ਰੈਡੀ ਰਹਿੰਦਾ। ਕੋਈ ਤੁਹਾਡੇ ਮਾਈਂਡ ਦੇ ਵਿੱਚ ਕੋਈ ਸਵਾਲ ਉੱਠਦਾ, ਸਭ ਤੋਂ ਪਹਿਲਾਂ ਗੂਗਲ ਦੇ ਵਿੱਚ ਜਾ ਕੇ ਸਰਚ ਕਰੋ। ਮੈਂ ਰਿਕਾਰਡ ਬਣਾਉਣ ਤੋਂ ਪਹਿਲਾਂ ਮੈਂ ਸਰਚ ਕਰਦਾ ਪਹਿਲਾਂ ਕਿ ਇਸ ਤੋਂ ਪਹਿਲਾਂ ਕੀ ਰਿਕਾਰਡ ਆ ਉਹਦਾ, ਜੇ ਹੈ ਜਾਂ ਨਹੀਂ ਹੈ। ਕਈ ਰਿਕਾਰਡ ਅਸੀਂ ਬ੍ਰੇਕ ਕਰਦੇ ਹਾਂ,
ਕਿਸੇ ਦਾ ਰਿਕਾਰਡ ਤੋੜਦੇ ਆ ਬਣੇ ਹੋਏ ਨੂੰ ਤਾਂ ਆਪਣਾ ਨਵਾਂ ਸਥਾਪਿਤ ਕਰਦੇ ਹੈਗੇ ਆ, ਟਾਈਮਿੰਗ ਪੱਖੋਂ ਤੇ ਪਲੱਸ ਉਹਦੀ ਕੁਆਲਿਟੀ ਪੱਖੋਂ। ਕਈ ਰਿਕਾਰਡ ਹੁੰਦੇ ਹੀ ਬਿਲਕੁਲ ਨਵੇਂ ਆ, ਅਸੀਂ ਉਹ ਰਿਕਾਰਡ ਨੂੰ ਚੈੱਕ ਕਰਨਾ ਹੁੰਦਾ ਹੈਗਾ ਕਿ ਕੀ ਉਹ ਪਹਿਲਾਂ ਦਾ ਕੋਈ ਰਿਕਾਰਡ ਤਾਂ ਨਹੀਂ ਹੈ। ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕਰੋ। ਮੇਰੇ ਕੋਲ ਕਈ ਤਰ੍ਹਾਂ ਦੇ ਦੋਸਤ ਮਿੱਤਰ ਆਉਂਦੇ ਆ, ਸਾਡੇ ਬੱਚੇ ਨੇ ਆਹ ਕੀਤਾ, ਮੈਂ ਐਂ ਕਰਨਾ। ਕਈ ਮੇਰੇ ਵੱਡੀ ਉਮਰ ਦੇ ਵੀ ਮੇਰੇ ਤੋਂ ਆਉਂਦੇ ਆ, ਇੱਥੋਂ ਤੱਕ ਕਿ ਇੱਕ ਜੈਤੋ ਤੋਂ ਇੱਕ ਜੱਜ ਸੀਗੇ ਮੇਰੇ ਕੋਲੇ, ਉਹ ਆਏ, ਉਹਨਾਂ ਨੇ ਮੈਨੂੰ ਪੁੱਛਿਆ ਕਿ ਮੇਰੇ ਕੋਲ ਮੇਰੀਆਂ ਕਿਤਾਬਾਂ ਸਾਰੀਆਂ ਲਿਮਕਾ ਬੁੱਕ ਆਫ ਰਿਕਾਰਡ ਜਿੰਨੀਆਂ ਵੀ ਦੇਖੀਆਂ ਉਹਨਾਂ ਨੇ, ਤਾਂ ਮੈਨੂੰ ਕਹਿੰਦੇ ਵੀ ਅਸੀਂ ਵੀ ਕੁਛ ਇੱਦਾਂ ਕੰਮ ਕਰਨਾ ਚਾਹੁੰਦੇ ਹਾਂ। ਤਾਂ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹਾ ਵੀ ਜੋ ਤੁਹਾਡੇ ਦਿਮਾਗ ਦੇ ਵਿੱਚ ਕੋਈ ਆਈਡੀਆ ਪਹਿਲਾਂ ਤਾਂ ਉਹਨੂੰ ਸਰਚ ਕਰੋ, ਉਹਦੀ ਜੇ ਕਿ ਟਾਈਮਿੰਗ ਆ ਤਾਂ ਉਹਨੂੰ ਉਹਦੇ ਵਿੱਚ ਫ਼ਰਕ ਪਾ ਕੇ ਤੁਸੀਂ ਉਹਨੂੰ ਨਵਾਂ ਰਿਕਾਰਡ ਤਿਆਰ ਕਰੋ, ਅਤੇ ਜੇ ਨਹੀਂ ਹੈ ਤਾਂ ਉਸੇ ਨੂੰ ਫਟਾਫਟ ਤੁਸੀਂ ਆਪਦਾ ਬਣਾ ਸਕਦੇ ਆ ਨਵਾਂ। ਇਹ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਕੋਈ ਪਰਸਨ ਇੰਨੇ ਰਿਕਾਰਡ ਤਿਆਰ ਕਰਦਾ ਅਤੇ ਉਸ ਨੂੰ ਦੇਖ ਕੇ ਦੂਜੇ ਵੀ ਇੰਸਪਾਇਰ ਹੁੰਦੇ ਆ ਅਤੇ ਦੂਜੇ ਵੀ ਰਿਕਾਰਡ ਬਣਾਉਣ ਬਾਰੇ ਸੋਚਦੇ ਆ, ਅਤੇ ਇੱਥੋਂ ਲੱਗਦਾ ਹੈ ਕਿ ਹਾਂ ਆਪਣੀ ਯੂਥ ਆਪਣੇ ਨਾਲ ਜੁੜ ਰਹੀ ਹੈ ਅਤੇ ਬਹੁਤ ਅੱਗੇ ਜਾ ਰਹੀ ਹੈ। ਸੋ ਆਓ ਆਪਾਂ ਕੁਛ ਹੁਣ ਅੱਗੇ ਦੇਖਦੇ ਜੋ ਇਹਨਾਂ ਨੇ ਪੇਂਟਿੰਗਸ ਹੋਰ ਹੀ ਬਾਮੂਲੀਆਂ ਤਿਆਰ ਕਰੀਆਂ ਨੇ। ਸੋ ਉਹਨਾਂ ਵੱਲ ਇੱਕ ਨਜ਼ਰ ਮਾਰਦੇ ਆ ਤਾਂ ਇਹਨਾਂ ਸਮਝਦੇ ਆ ਕਿ ਉਹਨਾਂ ਪੇਂਟਿੰਗਸ ਦੇ ਵਿੱਚ ਕੀ ਕੀ ਹੈ। ਸਭ ਸੋ ਜਿੱਦਾਂ ਕਿ ਤੁਸੀਂ ਇਹ ਦਰਬਾਰ ਸਾਹਿਬ ਦਿਖਾਇਆ ਤਸਵੀਰ ਦੇ ਵਿੱਚ ਅਤੇ ਹੋਰ ਬਹੁਤ ਸਾਰੀਆਂ ਤਸਵੀਰਾਂ ਨਾਲ ਦਿਖਾਈਆਂ, ਸੋ ਇਸ ਚੀਜ਼ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਕਿ ਕੀ ਤੁਸੀਂ ਪੇਸ਼ ਕਰਨਾ ਚਾਹੇ ਇਸ ਦੇ ਵਿੱਚ। ਸਾਡੀ ਜਿਹੜੀ ਸਿੱਖੀ ਦੀ ਵੀ ਦਾ ਜਿਹੜਾ ਧੁਰਾ ਹੈਗਾ, ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਜਿਹੜੇ ਹੈਗੇ ਬਣੇ ਹੋਏ ਹੈ ਨਾ, ਤਾਂ ਉੱਥੇ ਆਪਣੇ ਜਿਹੜਾ ਸਿੱਖੀ ਦਾ ਧੁਰੇ ਦੇ ਸਾਰੇ ਫੈਸਲੇ ਹੁੰਦੇ ਹੈਗੇ ਆ, ਉਹ ਉੱਥੇ ਸਾਡੇ ਗੁਰੂ ਸਾਹਿਬਾਂ ਨੇ ਖੁਦ ਆ ਕੇ ਆਪ ਉਹਨਾਂ ਨੇ ਜਿਹੜੀ ਕਾਰ ਸੇਵਾ ਕਰਵਾਈ ਹੈਗੀ ਆ। ਉੱਥੇ ਬਹੁਤ ਸਾਰੇ ਇਤਿਹਾਸ ਸਿਰਜੇ ਗਏ ਆ। ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋ ਚੁੱਕੇ ਹੋਏ ਆ, ਕਈ ਤਰ੍ਹਾਂ ਦੇ ਹੋਏ ਹੈਗੇ ਆ। ਇੱਥੇ ਆ ਕੇ ਜਿੰਨੇ ਵੀ ਬੰਦਿਆਂ ਨੇ ਹਮਲਾ ਕੀਤਾ, ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਇਤਿਹਾਸ ਗਵਾਹ ਹੈਗਾ ਕਿ 5 ਮਹੀਨੇ ਤੋਂ ਵੱਧ ਉਹਨਾਂ ਦਾ ਸਮਾਂ ਨਹੀਂ ਰਿਹਾ, ਉਹਦੇ ਅੰਦਰ ਅੰਦਰ ਹੀ ਉਹ ਇਸ ਦੁਨੀਆ ਤੋਂ ਉਹਨਾਂ ਨੂੰ ਜਾਣਾ ਪਿਆ ਹੈਗਾ। ਉਹਨਾਂ ਦਾ 154ਵਾਂ ਦਿਨ ਨਹੀਂ ਚੜ੍ਹਿਆ ਕਦੇ ਵੀ। ਇਹ ਜਾਣਕਾਰੀ ਦਰਬਾਰ ਸਾਹਿਬ ਦੇ ਵਿੱਚ ਵੀ ਉੱਥੇ ਵੀ ਬੋਰਡ ਦੇ ਉੱਤੇ ਇੱਕ ਸਾਂਝੀ ਕੀਤੀ ਗਈ ਹੈ। ਆਪਾਂ ਅਕਸਰ ਦੇਖਦੇ ਹਾਂ ਜਦੋਂ ਵੀ ਦਰਸ਼ਨ ਕਰਨ ਜਾਈਦਾ। ਸੋ ਦੇਖਦੇ ਹਾਂ ਕਿ ਕਿੰਨੀਆਂ ਹੀ ਤਸਵੀਰਾਂ ਤੁਸੀਂ ਸਾਂਝੀਆਂ ਕੀਤੀਆਂ ਹੋਈਆਂ ਹੈ ਨਾ, ਜਿੱਦਾਂ ਕਿ ਹਮਲਾ। ਹਾਂਜੀ, ਮੈਂ ਹੁਣ ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਹੈ ਸੀ ਹੈ ਨਾ ਜੀ, ਆਪਾਂ ਇੱਥੋਂ ਤੋਂ ਚੱਲਦੇ ਹੈਗੇ ਹਾਂ, ਇਹ 1762 ਦਾ ਹੈਗਾ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੈਗਾ ਸੀਗਾ, ਤਾਂ ਆਪਣੇ ਵੱਲੋਂ ਉੱਧਰੋਂ ਕਿਸੇ ਵੱਲੋਂ ਆਪਾਂ ਨੂੰ ਬੇਸ਼ੱਕ ਨਹੀਂ ਕੀਤਾ ਗਿਆ, ਮਤਲਬ ਉੱਧਰੋਂ ਕੋਈ ਅਟੈਕ ਨਹੀਂ ਸੀ ਦਰਬਾਰ ਸਾਹਿਬ ਤੋਂ, ਪਰ ਕੁਦਰਤੀ ਮੌਤ ਗਿਆ ਸੀਗੇ ਜੀ। ਇਹ ਜਿਹੜੇ ਮਤਲਬ ਮੌਤ ਹੋਈ ਸੀਗੀ ਅਹਿਮਦ ਸ਼ਾਹ ਅਬਦਾਲੀ ਦੀ। ਤੁਸੀਂ ਹੈਰਾਨ ਹੋਵੋਗੇ ਜਦੋਂ ਇਹਨਾਂ ਨੇ ਤੋਪ ਦੇ ਨਾਲ ਉੱਧਰ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਗੋਲਾ ਦਾਗ ਗਿਆ ਇਹਨਾਂ ਨੇ, ਤਾਂ ਉੱਥੋਂ ਇੱਕ ਇੱਟ ਬੁੜਕ ਕੇ ਇਹਦੇ ਨੱਕ 'ਤੇ ਵੱਜੀ ਸੀਗੀ। ਉਹ ਨੱਕ 'ਤੇ ਵੱਜੀ ਹੋਈ ਉਹਦਾ ਨਸੂਰ ਬਣ ਗਿਆ ਸੀਗਾ, ਅਤੇ ਲਗਭਗ 1762 ਦੇ ਵਿੱਚ ਹੀ ਉਹ 5ਵੇਂ ਮਹੀਨੇ ਦੇ ਵਿੱਚ ਉਹਨਾਂ ਨੇ ਕੀਤਾ ਸੀਗਾ। ਤਾਂ ਉਹਨਾਂ ਨੇ ਦੂਸਰੇ ਮਹੀਨੇ 'ਚ ਕੀਤਾ ਅਤੇ 7ਵੇਂ ਤੱਕ ਜਾ ਕੇ ਉਹਦੀ ਡੈਥ ਹੋ ਗਈ ਹੈਗੀ ਸੀਗੀ। ਤਾਂ 154ਵਾਂ ਦਿਨ ਅਹਿਮਦ ਸ਼ਾਹ ਅਬਦਾਲੀ ਦਾ ਵੀ ਨਹੀਂ ਚੜ੍ਹਿਆ ਹੈਗਾ ਸੀ। ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਹੋਰ ਹਮਲਾ ਹੋਇਆ ਹੈਗਾ ਸੀਗਾ, ਜਿਹੜਾ ਉਹਦਾ ਵੀ ਜਿਹੜਾ ਉਹਨਾਂ ਨੇ ਬਦਲਾ ਲਿਆ ਹੈਗਾ ਸੀਗਾ। ਉਹਨਾਂ ਨੇ ਉਹ 1757 ਦਾ ਸੀਗਾ। ਭਾਈ ਦਇਆ ਸਿੰਘ ਅਤੇ ਲਹਿਣਾ ਸਿੰਘ ਜੀ ਨੇ, ਮੈਂ ਇਹਦੇ ਵਿੱਚ ਇਹਦੀ ਐਂਟਰੀ ਮੈਂਸ਼ਨ ਨਹੀਂ ਕਰ ਸਕਿਆ, ਤਾਂ ਮੈਂ ਤੁਹਾਨੂੰ ਦੱਸਾਂ। ਅਤੇ ਉਹਦੇ ਵਿੱਚ ਭਾਈ ਦਇਆ ਸਿੰਘ ਅਤੇ ਲਹਿਣਾ ਸਿੰਘ ਜੀ ਨੇ ਉਹਨਾਂ ਨੇ ਬਦਲਾ ਲੈ ਕੇ ਉਹਨਾਂ ਨੂੰ ਵੀ ਇਸ ਦੁਨੀਆ ਦੇ ਉੱਤੋਂ ਤੋਰ ਦਿੱਤਾ ਸੀਗਾ। ਉਸ ਤੋਂ ਅਗਲਾ ਜਿਹੜਾ ਹੈਗਾ ਸੀ ਜਹੀਆ ਖਾਨ ਨੇ ਕੀਤਾ ਹੈਗਾ ਸੀਗਾ 1746 ਵਾਲਾ ਜਿਹੜਾ ਹੈ ਨਾ, ਉਹ ਵਾਲਾ ਹਮਲਾ ਹੋਇਆ ਸੀਗਾ। ਉਹ 47 ਦੇ ਵਿੱਚ ਹੀ ਉਹਨਾਂ ਨੇ ਆਪਣੇ ਸੂਰਬੀਰ ਸਿੰਘਾਂ ਵੱਲੋਂ ਉਸ ਨੂੰ ਵੀ ਗੱਡੀ ਚਾੜ੍ਹ ਦਿੱਤਾ ਗਿਆ ਹੈਗਾ ਸੀਗਾ। ਤਾਂ ਦਰਬਾਰ ਸਾਹਿਬ ਦੇ ਉੱਤੇ ਜਿਸ ਬੰਦੇ ਨੇ ਵੀ ਕੋਈ ਕਹਿਰ ਕਮਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਇਸ ਦੁਨੀਆ ਤੋਂ ਗਿਆ ਹੀ ਗਿਆ ਹੈਗਾ। ਉਸ ਤੋਂ ਅਗਾਂਹ ਤੁਸੀਂ ਮੱਸੇ ਰੰਗੜ ਨੂੰ ਦੇਖ ਲਓ। ਤੁਸੀਂ ਮੱਸਾ ਰੰਗੜ ਵੀ, ਉਹਨੇ ਵੀ ਜਦੋਂ ਉੱਥੇ ਕੰਜਰੀਆਂ ਤੱਕ ਨਚਾਈਆਂ ਸੀ ਦਰਬਾਰ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸੀਗੇ, ਤਾਂ ਉੱਥੇ ਮੱਸਾ ਰੰਗੜ ਜਿਹੜਾ ਆਪਦੀ ਅਯਾਸ਼ੀ ਦਾ ਅੱਡਾ ਬਣਾ ਲਿਆ ਸੀਗਾ ਉਹਨੇ ਆਪਣੇ ਵੱਲੋਂ। ਤਾਂ ਸਿੱਖ ਜਿਹੜੀ ਕੌਮ ਇੱਕ ਐਸੀ ਕੌਮ ਹੈਗੀ ਆ, ਉਹ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀ ਹੈਗੀ ਗੀ। ਤਾਂ ਉਹਨਾਂ ਨੇ ਉਸ ਦਾ ਬਦਲਾ ਲਿਆ। ਤਾਂ ਤੁਸੀਂ ਦੇਖੋਗੇ ਥੋੜ੍ਹੀ ਦੇਰ ਬਾਅਦ ਹੀ ਉਹਨੂੰ 2/1/1741 ਨੂੰ ਹੀ
ਸੁੱਖਾ ਸਿੰਘ ਮਹਿਤਾਬ ਸਿੰਘ ਜੀ ਜੋ ਬਹੁਤ ਫੇਮਸ ਹੈ, ਤੁਹਾਨੂੰ ਨਾਮ ਅਕਸਰ ਹੀ ਆ, ਤਾਂ ਉਹਦਾ ਸਿਰ ਜਿਹੜਾ ਧੜ ਤੋਂ ਅਲੱਗ ਕਰਕੇ ਉਹਨੂੰ ਉੱਥੋਂ ਲੈ ਗਏ ਸੀ। ਤਾਂ ਉੱਥੇ ਵੀ ਦਰਬਾਰ ਸਾਹਿਬ ਫਿਰ ਦੁਬਾਰਾ ਤੋਂ ਉੱਥੇ ਕੀਰਤਨ ਦੀ ਬਹਾਲੀ ਹੋ ਗਈ ਸੀ, ਕੀਰਤਨ ਦੁਬਾਰਾ ਤੋਂ ਉੱਥੇ ਸ਼ੁਰੂ ਹੋ ਗਿਆ ਸੀਗਾ। ਉਸੇ ਤਰ੍ਹਾਂ ਹੀ ਸਾਡੇ ਜੋ 84 ਦਾ ਦੌਰ ਆ, ਮੈਂ ਖੁਦ ਆਪਦੀ ਅੱਖੀ ਦੇਖਿਆ ਹੋਇਆ ਉਹ ਤਾਂ ਅਸੀਂ ਹੈ ਨਾ, ਤਾਂ ਇੰਦਰਾ ਗਾਂਧੀ ਵੱਲੋਂ ਬੇਸ਼ੱਕ ਕਾਰਨ ਕੁਛ ਵੀ ਹੋ ਰਹੇ ਹੋਣ, ਪਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਤਾਂ ਹੋਇਆ ਨਾ ਉਦੋਂ ਵੀ, ਹੈ ਨਾ। ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਇੰਦਰਾ ਗਾਂਧੀ ਨੇ, ਤੁਸੀਂ ਦੇਖੋ ਕਿ 1/6/1984 ਨੂੰ ਜਿਹੜਾ ਹਮਲਾ ਹੋਇਆ ਸੀਗਾ, ਤਾਂ ਉਸ ਤੋਂ ਬਾਅਦ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਵੱਲੋਂ 31/10/1984 ਨੂੰ ਉਹਨਾਂ ਨੇ ਵੀ ਇਸ ਚੀਜ਼ ਦਾ ਬਦਲਾ। ਤਾਂ 154ਵਾਂ ਦਿਨ ਜਿਹੜਾ 54ਵਾਂ ਦਿਨ ਜਿਹੜਾ ਹੈਗਾ ਕਿਸੇ ਵੀ ਦਾ ਨਹੀਂ ਹੋ ਸਕਿਆ ਹੈਗਾ। ਇਹ ਕੁਦਰਤ ਦਾ ਮਤਲਬ ਇੱਕ ਨਿਯਮ ਕਹਿ ਲਓ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਕਹਿ ਲਓ, ਤਾਂ ਇਹ ਚੀਜ਼ ਦਾ ਬਹੁਤ ਜ਼ਿਆਦਾ ਸਾਡਾ ਇਤਿਹਾਸ ਹੈ ਇਹ ਰਚਿਆ ਹੋਇਆ ਵਾ ਜਿਹੜਾ। ਖਾਸ ਕਰਕੇ ਹੈ ਨਾ, ਦੇਖਦੇ ਹਾਂ ਆਪਾਂ ਕੋਈ ਵੀ ਧਾਰਮਿਕ ਸਥਾਨ ਆ ਉਹ ਤਾਂ ਵੈਸੇ ਹੀ ਪਵਿੱਤਰ ਹੁੰਦਾ, ਅਤੇ ਦਰਬਾਰ ਸਾਹਿਬ ਦੇ ਤਾਂ ਵੈਸੇ 4 ਦਰਵਾਜ਼ੇ ਨੇ ਕਿ ਹਰ ਕਿਸੇ ਲਈ ਉਹ ਦਰਵਾਜ਼ੇ ਖੁੱਲ੍ਹੇ ਨੇ। ਅਤੇ ਐਸੀ ਚੀਜ਼ ਦੇ ਉੱਤੇ ਹੈ ਨਾ ਆਪਾਂ ਬੇਅਦਬੀ ਦੀ ਭਾਵਨਾ ਲੈ ਕੇ ਜਾਣਾ, ਬੇਅਦਬੀ ਤਾਂ ਬਹੁਤ ਗਲਤ ਹੈ। ਇਸ ਮੈਂ ਕਿ ਨਿੰਦਣਯੋਗ ਤੋਂ ਵੀ ਬਹੁਤ ਜ਼ਿਆਦਾ ਗਲਤ ਹੈ ਇਹ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਹੈ ਨਾ। ਤਾਂ ਇਹ 4 ਧਰਮਾਂ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ, ਚਾਰੋਂ ਜਿਹੜੇ ਦਰਵਾਜ਼ੇ ਹੈਗੇ ਗੁਰੂ ਸਾਹਿਬ ਦੇ ਜਿਹੜੇ ਹੈਗੇ ਆ, ਉੱਥੇ ਹਰ ਇੱਕ ਗੱਲ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ, ਉੱਥੇ ਮੁਸਲਮਾਨ ਭਰਾ ਵੀ ਜਾਂਦੇ ਹੈਗੇ ਆ, ਹਿੰਦੂ ਭਰਾ ਵੀ ਜਾਂਦੇ ਹੈਗੇ ਆ, ਇੰਨੀ ਸ਼ਰਧਾ ਉਹਨਾਂ ਦੀ ਇਹੀ ਗੱਲ ਨੇ। ਹਾਂ, ਇਹਦੇ ਨਾਲ ਇਹਨੂੰ ਧਰਮ ਨਾਲ ਜੋੜਨ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਅਸੀਂ ਜੇ ਉਹਦੇ ਵਿੱਚ ਤੁਸੀਂ ਦੇਖੋਗੇ ਅਹਿਮਦ ਸ਼ਾਹ ਅਬਦਾਲੀ ਨੇ ਜੇ ਹਮਲਾ ਕੀਤਾ ਤਾਂ ਉਹਦਾ ਹੰਕਾਰ ਨੇ ਹਮਲਾ ਕੀਤਾ, ਤਾਂ ਉਹਦੇ ਨਾਲ ਸਾਰੀ ਮੁਸਲਮਾਨ ਕੌਮ ਨਹੀਂ ਖਰਾਬ ਹੋ ਗਈ। ਤਾਂ ਜੇ ਮੱਸੇ ਰੰਗੜ ਦੇ ਹੋਣਾ ਨੂੰ ਜੇ ਉਹਨੇ ਉੱਥੇ ਆ ਕੇ ਕੰਮ ਗਲਤ ਕੀਤਾ ਤਾਂ ਉਹਦਾ ਜ਼ਿੰਮੇਵਾਰ ਉਹ ਆ, ਉਹਦਾ ਉਹਨੂੰ ਸਜ਼ਾ ਵੀ ਮਿਲਦੀ ਆ। ਕਿਉਂਕਿ ਇੱਥੇ ਦੇਖੋ ਤੁਸੀਂ ਸੂਫੀ ਸੰਤ ਸਾਈਂ ਮੀਆਂ ਮੀਰ ਜੀ ਨੇ ਨੀਂਹ ਰੱਖੀ ਇੱਥੋਂ ਦੀ, ਹੈ ਨਾ। ਅਤੇ ਜੋ ਗੁਰੂ ਨਾਨਕ ਦੇਵ ਜੀ ਦੇ ਨਾਲ ਖੁਦ ਜੋ ਰਬਾਬੀ ਸੀਗੇ ਭਾਈ ਮਰਦਾਨਾ ਜੀ ਸੀਗੇ, ਹੈ ਨਾ। ਸੋ ਇਹ ਤਾਂ ਸਭ ਇੱਕ ਭਾਈਚਾਰਾ ਹੈ ਸਾਰਾ, ਹੈ ਨਾ। ਇਸ ਜਾਤਾਂ ਪਾਤਾਂ ਜ਼ਰੂਰ ਵੰਡਿਆ ਹੋਇਆ, ਧਰਮਾਂ ਦੇ ਵਿੱਚ ਵੰਡਿਆ ਹੋਇਆ, ਪਰ ਧਰਮ ਤਾਂ ਉਸ ਦਾ ਇੱਕੋ ਹੀ ਹੈ ਉੱਪਰ ਜਾ ਕੇ। ਤੁਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇਖੋ, ਤੁਸੀਂ ਉਹਨਾਂ ਦੀ ਕੋਈ ਇਹੋ ਜਿਹੇ ਤੱਕ ਹਜੇ ਤੱਕ ਮੈਨੂੰ ਕੋਈ ਹਿੰਦੂ ਪਰਿਵਾਰ ਨਹੀਂ ਮਿਲਿਆ ਜਿਹੜਾ ਕਹਿ ਦੇ ਕਿ ਭਿੰਡਰਾਂਵਾਲੇ ਸੰਤਾਂ ਨੇ ਸਾਡੇ ਘਰ ਨੂੰ ਖਰਾਬ ਨੁਕਸਾਨ ਪਹੁੰਚਾਇਆ। ਜਿਵੇਂ ਬਹੁਤ ਸਾਰੇ ਇਹੋ ਜਿਹੇ ਇਨਸਾਨ ਜ਼ਰੂਰ ਮਿਲੇ ਮੈਨੂੰ, ਹਿੰਦੂ ਪਰਿਵਾਰ ਵੀਰ ਆ ਜਿਹੜੇ, ਉਹ ਕਹਿੰਦੇ ਆ ਕਿ ਸਾਡਾ ਇਹਨਾਂ ਨੇ ਬਹੁਤ ਮਤਲਬ ਘਰ ਵਸਾਏ ਆ ਸਾਡੇ। ਸੋ ਉਹ ਇਹਨੂੰ ਇੱਕ ਕਿਸੇ ਧਰਮ ਨਾਲ ਜਦੋਂ ਜਿਹੜੇ ਜੋੜਦੇ ਹੈਗੇ ਆ, ਉਹ ਆਪਦੀਆਂ ਰਾਜਸੀ ਜਿਹੜੀਆਂ ਰੋਟੀਆਂ ਸੇਕਦੇ ਹੈਗੇ ਆ, ਪਰ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਆ, ਅਸੀਂ ਉਹਨਾਂ ਦੀ ਗੱਲ ਕਰੀਏ, ਨਾ ਕਿ ਅਸੀਂ ਉਹਨਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਚੱਲੀਏ। ਤਾਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਅਤੇ ਰਹੂਗਾ, ਹਮੇਸ਼ਾ ਰਹੂਗਾ। ਅਤੇ ਦਰਬਾਰ ਸਾਹਿਬ ਦੇ ਨਾਲ ਜਿਸ ਨੇ ਪਿਆਰ ਵਿਖਾਇਆ ਤਾਂ ਉਹਨਾਂ ਦੇ ਵਾਰੇ ਨਿਆਰੇ ਹੋ ਗਏ, ਜਿਨ੍ਹਾਂ ਨੇ ਕਹਿਰ ਕਮਾਇਆ ਅਤੇ ਉਹ ਇਸ ਦੁਨੀਆ ਤੋਂ ਪਿਆਰੇ ਹੋ ਗਏ। ਠੀਕ ਹੈ, ਬਾਕੀ ਤੁਸੀਂ ਸਹੀ ਗੱਲ ਕਹੀ ਹੈ। ਸੋ ਕੋਈ ਵੀ ਧਾਰਮਿਕ ਸਥਾਨ ਹੋਵੇ, ਹਮੇਸ਼ਾ ਉਸ ਨੂੰ ਸਤਿਕਾਰ ਦੀ ਭਾਵਨਾ ਨਾਲ ਦੇਖਣਾ ਚਾਹੀਦਾ ਹੈ, ਉਸਦੇ ਅੱਗੇ ਸਜਦਾ ਕਰਨਾ ਚਾਹੀਦਾ ਹੈ। ਅਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਨੂੰ ਬਿਆਨ ਕੀਤਾ ਹੈ, ਕਿਉਂਕਿ ਐਸੀਆਂ ਚੀਜ਼ਾਂ ਬਹੁਤ ਘੱਟ ਆਰਟਿਸਟ ਪੇਸ਼ ਕਰਦੇ ਨੇ। ਖਾਸ ਕਰਕੇ ਐਸੀ ਚੀਜ਼ ਮੈਂ ਪਹਿਲਾਂ ਤਾਂ ਕਦੀ ਨਹੀਂ ਦੇਖੀ, ਹੈ ਨਾ। ਜੋ ਤੁਸੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਇਸ 'ਤੇ ਦਿਖਾਇਆ ਗਿਆ ਹੈ, ਸੋ ਅੱਗੇ ਵੀ ਉਮੀਦ ਕਰਦਾ ਕਿ ਤੁਸੀਂ ਇਸੇ ਤਰੀਕੇ ਨਾਲ ਬਾਖੂਬੀ ਚੀਜ਼ਾਂ ਦਿਖਾਉਂਦੇ ਰਹੋਗੇ। ਸੋ ਦੋਸਤੋ, ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਸਾਡਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਊਗਾ। ਸੋ ਅਸੀਂ ਜਲਦ ਹੀ ਇੱਦਾਂ ਹੀ ਬਹੁਤ ਪਿਆਰੇ ਆਰਟਿਸਟਾਂ ਨੂੰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਸੋ ਸਾਨੂੰ ਦਿਓ ਇਜਾਜ਼ਤ, ਤੁਹਾਡਾ ਆਪਣਾ ਸੁਖ ਸਿੰਘ।